ਸਵਾਗਤ ਹੈ ਜੀ ਤੁਹਾਡਾ ਰੇਡੀਓ ਵਿਰਸਾ NZ 107 FM ਪ੍ਰੋਗਰਾਮ ਸਿੱਖ ਪਾਤਸ਼ਾਹੀ ਵਿੱਚ। ਅੱਜ 27 ਫਰਵਰੀ ਦਿਨ ਬੁੱਧਵਾਰ ਸ਼ਾਮ 6 ਵਜੇ ਆ ਸਾਡੇ ਕੋਲ। ਕਦੇ ਕਦਾਂ ਇੱਦਾਂ ਹੁੰਦਾ ਵੀ ਅਸੀਂ ਪੂਰੇ ਟਾਈਮ ਨਾਲ ਸ਼ੁਰੂ ਕਰ ਲਈਦਾ। ਅੱਜ ਵੀ ਉਹ ਦਿਨ ਆ ਵੀ ਠੀਕ 6 ਵਜੇ ਤੁਹਾਡੇ ਨਾਲ ਅਸੀਂ ਹੋ ਗਏ ਹਾਂ। ਤੇ ਜਿੰਨਾ ਚਿਰ ਅਸੀਂ ਹੈਗੇ ਹਾਂ ਉਨਾ ਚਿਰ ਤੁਸੀਂ ਫੋਨ ਨਾ ਕਰਿਓ ਤਾਂ ਬਹੁਤ ਵਧੀਆ, ਕਿਉਂਕਿ ਸ਼ਾਇਦ ਸਾਤੋਂ ਚੱਕਿਆ ਨਾ ਜਾਵੇ। ਕੋਈ ਜ਼ਰੂਰੀ ਹੋਇਆ ਤਾਂ ਮੈਸੇਜ ਕਰਿਓ, ਨਹੀਂ ਤਾਂ ਕੋਸ਼ਿਸ਼ ਕਰ ਲਿਓ ਜਾਣੀ ਥੋੜ੍ਹਾ ਜਿਹਾ ਗਰੇਜ ਕਰਨੇ ਦੀ। ਵੈਸੇ ਵੀ ਜਦੋਂ ਮਸਲਾ ਕਿਸੇ ਗੱਲੋਂ ਗਰਮ ਹੁੰਦਾ, ਭਖਿਆ ਹੁੰਦਾ, ਉਦੋਂ ਸਾਰੇ ਸਰੋਤਿਆਂ ਨੂੰ ਬੇਨਤੀ ਆ, ਅਸੀਂ ਕਦੇ ਨਹੀਂ ਤੁਹਾਨੂੰ ਇਸ ਗੱਲੋਂ ਕਿਹਾ ਵੀ ਤੁਸੀਂ ਫੋਨ ਕਰਕੇ ਆਪਣਾ ਹਿੱਸਾ ਪਾਓ ਤੇ ਸਾਡੇ ਨਾਲ ਖੜੋ, ਸਾਨੂੰ ਸਹਿਯੋਗ ਦੀ ਲੋੜ ਆ। ਤੁਹਾਡੇ ਜਜ਼ਬਾਤ ਆ ਜਿਹੜੇ ਅਸੀਂ ਸਮਝਦੇ ਹਾਂ, ਸਾਰਿਆਂ ਦਾ ਮਨ ਕਰਦਾ ਆ, ਪਰ ਜਿਹੜੀਆਂ ਗੱਲਾਂ ਤੁਸੀਂ ਕਹਿਣੀਆਂ ਚਾਹੁੰਦੇ ਆ ਜਦੋਂ ਉਹ ਵਧੀਆ ਤਰੀਕੇ ਨਾਲ ਕਹੀਆਂ ਜਾ ਰਹੀਆਂ ਆ ਤਾਂ ਫਿਰ ਤੁਸੀਂ ਕੋਸ਼ਿਸ਼ ਕਰਿਆ ਕਰੋ ਵੀ ਉਹ ਗੱਲਾਂ ਸੁਣ ਕੇ ਆਨੰਦ ਮਾਣਿਆ ਕਰੋ, ਰਿਲੈਕਸ ਹੋ ਕੇ ਬੈਠਿਆ ਕਰੋ। ਕਿਉਂਕਿ ਜਿਹੜੇ ਵੀ ਤੁਸੀਂ ਬਾਹਰ ਅਮਰੀਕਾ ਕੈਨੇਡਾ ਕਿਤੇ ਵੀ ਬੈਠੇ ਆ, ਜਦੋਂ ਆਪਣੇ ਨਾਂ ਥੱਲੇ ਗੱਲ ਕਰਨੀ ਆ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਆ। ਅਸੀਂ ਉਹਨਾਂ ਦੇ ਨਾਲ ਸਿੱਝ ਰਹੇ ਹਾਂ, ਨਜਿੱਠ ਰਹੇ ਹਾਂ, ਤਾਂ ਜ਼ਰੂਰ ਆਪਾਂ ਸਾਰੇ ਫਰੰਟ ਖੋਲ੍ਹ ਕੇ ਇੱਦਾਂ ਦਾ ਪੰਗਾ ਨਾ। ਕਈ ਵਾਰੀ ਇਕੱਲਾ ਤੋਂ ਇਕੱਲਾ ਬੰਦਾ ਹੁੰਦਾ ਪਰਿਵਾਰ ਦੇ ਵਿੱਚ, ਕੋਈ ਗੱਲ ਕਹਿ ਦਿੰਦਾ ਜਿਹੜੀ ਹਾਰਸ਼ ਹੁੰਦੀ ਆ, ਆਲੇ ਦੁਆਲੇ ਲੋਕ ਜਾਣਦੇ ਹੁੰਦੇ ਆ, ਉਹ ਰਿਸ਼ਤੇਦਾਰਾਂ ਨੂੰ ਲੈ ਕੇ ਹੋਰ ਆਸੇ-ਪਾਸੇ ਦੋਸਤਾਂ ਮਿੱਤਰਾਂ ਨੂੰ ਲੈ ਕੇ ਦਬਾਅ ਪਾ ਦਿੰਦੇ ਆ। ਦਬਾਅ ਵਿੱਚ ਆ ਕੇ ਕਦੇ ਕਦਾਈ ਜੇ ਮੰਨ ਲਓ 100 ਚੋਂ 200 ਚੋਂ 500 ਚੋਂ ਵੀ ਇੱਕ ਬੰਦੇ ਨੂੰ ਪਿੱਛੇ ਹਟਣਾ ਪੈ ਗਿਆ ਤੇ ਉਹਦੇ ਨਾਲ ਬਾਕੀਆਂ ਦੇ ਉੱਤੇ ਜਿਹੜੇ ਹੋਰ ਦੇਖਣੇ ਸੁਣਨੇ ਵਾਲੇ ਉਹਨਾਂ ਦੇ ਉੱਤੇ ਬਹੁਤ ਨੈਗੇਟਿਵ ਅਸਰ ਜਾਂਦਾ ਹੈ। ਖੁਸ਼ਕਿਸਮਤੀ ਆ ਸਾਡੀ ਜਦੋਂ ਅਸੀਂ ਗੁਰੂ ਸਾਹਿਬ ਨੂੰ ਦੇਖਦੇ ਹਾਂ। ਚਮਕੌਰ ਦੀ ਗੜੀ ਅਨੰਦਪੁਰ ਸਰਹੰਦ ਦੇ ਵਿੱਚ 2 ਸਾਹਿਬਜ਼ਾਦੇ ਆ, ਸਿਰਫ 2 ਸਾਹਿਬਜ਼ਾਦੇ ਆ। ਇਮੈਜਿਨ ਕਰਕੇ ਦੇਖੋ ਜੇ ਉੱਥੇ 500-700 ਦਾ ਜਥਾ ਹੁੰਦਾ, ਕਿਤੇ ਕਈ ਪਰਿਵਾਰ ਹੁੰਦੇ, ਕਈ ਮਾਤਾਵਾਂ ਹੁੰਦੀਆਂ, ਕਈ ਬਜ਼ੁਰਗ ਹੁੰਦੇ, ਕਈ ਬੱਚੇ ਹੁੰਦੇ, ਉਹਨਾਂ ਦੇ ਵਿੱਚੋਂ ਇੰਨਿਆਂ ਜਣਿਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਹ 2 ਬੱਚਿਆਂ ਨੂੰ, 2 ਸਾਹਿਬਜ਼ਾਦਿਆਂ ਨੂੰ ਆਪਣੀ ਈਨ ਮਨਾਉਣੀ ਚਾਹੁੰਦੇ, ਫੜਦੇ, ਗੱਲ ਕਰਦੇ। ਤੇ ਆਪਣੇ ਸਾਡੇ ਹੀ ਜਿਹੜੇ ਗੁਰੂ ਸਾਹਿਬ ਦੇ ਆਪਣੇ ਸਿੱਖ ਆ, ਉਹਨਾਂ ਚੋਂ ਕਿੰਨੇ ਹੋਣੇ ਸੀ ਜਿਨ੍ਹਾਂ ਨੇ ਇਦਾਂ ਕਰ ਲੱਪਣਾ ਸੀ ਵੀ ਹੈ ਇਹਨਾਂ ਜ਼ਾਲਮਾਂ ਦਾ ਕੋਈ ਨਹੀਂ ਪਤਾ, ਇਵੇਂ ਕਹੋ ਕੇ ਮਾਰ ਦੇਣਾ, ਮੰਨ ਜਾਓ ਪੁੱਤ ਮੰਨ ਜਾਓ। ਠੀਕ ਹੈ, ਜਿਹਨੇ ਉਹ ਜਿਹੜਾ ਉਹਦਾ ਤੱਤ ਆ ਨਾ ਸਾਰੇ ਦਾ ਸਾਰਾ, ਉਹ ਸਾਰਾ ਗਵਾ ਦੇਣਾ ਸੀ ਜੀ। ਠੀਕ ਹੈ, ਤੁਸੀਂ ਇਹ ਆਦਤ ਆ ਸਾਡੇ ਪੰਜਾਬੀਆਂ ਨੂੰ, ਜਦੋਂ ਕੋਈ ਗੱਲ ਹੁੰਦੀ ਆ ਨਾ ਉਹਦੇ ਵਿੱਚ ਜਦੋਂ ਤੁਸੀਂ ਕਿਸੇ ਨੂੰ ਥੋੜ੍ਹੀ ਜਿਹੀ ਅਹਿਮੀਅਤ ਦੇ ਦਿੰਦੇ ਆ, ਕੋਈ ਬੰਦਾ ਤੁਹਾਡੇ ਵਾਲੇ ਪਾਸੇ ਖੜ ਜਾਂਦਾ ਆ ਕੇ, ਉਹ ਤੋਂ ਬਾਅਦ ਉਹ ਆਪਣੇ ਆਪ ਨੂੰ ਅਥਾਰਟੀ ਮੰਨ ਲੈਂਦਾ ਤੁਹਾਡੇ ਉੱਤੇ ਵੀ। ਉਹਨੂੰ ਲੱਗਣ ਲੱਗ ਪੈਂਦਾ ਵੀ ਹੁਣ ਤਾਂ ਮੈਂ ਨਾਲ, ਹੁਣ ਤਾਂ ਮੈਂ ਬਰਾਬਰ ਦਾ ਆ। ਹੁਣ ਜੇ ਮੈਂ ਹਰੇਕ ਗੱਲ ਦੇ ਵਿੱਚ ਨਾ ਬੋਲਿਆ ਤੇ ਦੇਖਣ ਵਾਲੇ ਨੇ ਕਹਿਣਾ ਖਰੇ ਇਹਨੂੰ ਪਤਾ ਹੀ ਨਹੀਂ ਕੁਛ ਵੀ, ਉਦਾਂ ਹੀ ਆਇਆ ਤਾਂ ਉਦਾਂ ਹੀ ਖੜਾ ਆ। ਉਸ ਵੇਲੇ ਉਹ ਤੋਂ ਖੜ ਕੇ ਬਰਦਾਸ਼ਤ ਨਹੀਂ ਹੁੰਦਾ। ਠੀਕ ਹੈ, ਮੈਂ ਬਹੁਤ ਐਕਸਪੀਰੀਅੰਸ ਕੀਤਾ ਪੰਜਾਬੀਆਂ ਦੇ ਨਾਲ ਇਹਨਾਂ ਗੱਲਾਂ ਤੋਂ, ਕਿਉਂ ਮੇਰਾ ਕੰਮ ਦੇ ਉੱਤੇ ਨਾ ਜ਼ਿਆਦੇ ਬੰਦਿਆਂ ਨਾਲ ਬਾਹ ਪੈਂਦਾ ਕਰਕੇ। ਔਰ ਘੰਟੇ ਜ਼ਿਆਦੇ 9-10 ਘੰਟੇ ਰੋਜ਼ ਉਹਨਾਂ ਦੇ ਨਾਲ ਬਾਹ ਪੈਂਦਾ ਮੇਰਾ ਜੀ। ਠੀਕ ਹੈ, ਉਹ ਚ ਤਰ੍ਹਾਂ ਦੀ ਪਰਸਨੈਲਿਟੀ ਨੂੰ ਤੁਸੀਂ ਇੱਕ ਬੰਦੇ ਨਾਲ ਗੱਲ ਕਰ ਰਹੇ ਹੁੰਦੇ ਆ, ਹਨਾ। ਹੁਣ ਕਿਸੇ ਬੰਦੇ ਨੂੰ ਤੁਸੀਂ ਥੋੜਾ ਜਿਹਾ ਖਾਸ ਰੱਖ ਲਿਆ ਵੀ ਇਹ ਤਾਂ ਹੈਗਾ। ਹੁਣ ਕਈ ਬੰਦੇ ਉੱਥੇ ਸਾਡੇ ਕੰਮ ਦੇ ਉੱਤੇ ਇਦਾਂ ਗਏ ਆ ਜਿਹੜੇ ਨੇੜੇ ਸੀ, ਨੇੜੇ ਸੀ, ਤੇ ਉਹਨਾਂ ਨੂੰ ਬਚਾ ਕੇ ਸੌਖੇ ਕੰਮ ਤੇ ਰੱਖਿਆ। ਜਿੱਦਾਂ ਅਗਲਾ ਕਹਿੰਦਾ ਵੀ ਮੈਂ ਖੜਾ ਭਾਜੀ, ਮੈਂ ਖੜ ਕੇ ਕਰ ਸਕਦਾ ਹਾਂ, ਚਲੋ ਕੋਈ ਨਹੀਂ ਤੂੰ ਇੱਥੇ ਲੱਪਾ। ਠੀਕ ਹੈ ਜੀ। ਹੁਣ ਉਹਦੇ ਨਾਲ ਕੀ ਹੋਇਆ, ਕਿਉਂਕਿ ਬਾਕੀ ਤਾਂ ਬੰਦਿਆਂ ਨੇ ਐਕਸੈਪਟ ਕਰ ਲਿਆ ਵੀ ਕੋਈ ਗੱਲ ਨਹੀਂ, ਚਲੋ 1-2 ਬੰਦੇ ਵੀ ਚੱਲ ਜਾਂਦੇ ਆ, ਪਰ ਉਹਨਾਂ ਦੇ ਆਪਣੇ ਦਿਮਾਗ 'ਚ ਇਦਾਂ ਹੋ ਗਿਆ ਵੀ ਹੁਣ ਤਾਂ ਮੈਂ ਖਾਸ ਹਾਂ। ਉਹਨੇ ਹੁਣ ਕਿਉਂਕਿ ਜੌਬ ਖਾਸ ਮਿਲੀ ਆ, ਫਿਰ ਉਹ ਜਿਹੜਾ ਮੈਨੇਜਮੈਂਟ ਵਾਲਾ ਹਿੱਸਾ ਹੈ ਨਾ ਤੁਹਾਡਾ, ਉਹਦੇ ਵਿੱਚ ਵੀ ਉਹ ਬੋਲਦੇ ਆ, ਜਿਹੜਾ HR ਦਾ ਆ ਉਹਦੇ 'ਚ ਵੀ ਬੋਲਦੇ ਆ, ਜਿਹੜੀ ਇੰਡਕਸ਼ਨ ਆ ਉਹਦੇ 'ਚ ਵੀ ਉਹ ਬੋਲਦੇ ਆ, ਗੁਰਦੁਆਰਿਆਂ 'ਚ ਵੀ ਇਦਾਂ ਹੀ ਆ। ਜੇ ਕੋਈ ਬੰਦਾ ਆਇਆ, ਕੋਈ ਕਥਾਕਾਰ ਆ, ਗ੍ਰੰਥੀ ਆ, ਮੰਨ ਲਓ ਆਇਆ, ਹੁਣ 3 ਹਫ਼ਤੇ ਲਈ ਕਥਾਕਾਰ ਆਇਆ, ਤੁਸੀਂ ਆਈ ਨੂੰ ਅਹਿਮੀਅਤ ਦੇ ਦਿੱਤੀ, ਇੱਦਾਂ ਪ੍ਰਬੰਧਕਾਂ ਦੇ ਵਿੱਚ ਬਹਿ ਗਿਆ। ਹੁਣ ਸੰਗਤ 'ਚ ਕੋਈ ਮਸਲਾ ਹੋ ਗਿਆ ਹਨਾ, ਹੁਣ ਪ੍ਰਬੰਧਕਾਂ ਨੇ ਕਿਸੇ ਗੱਲੋਂ ਕੋਈ ਬੰਦਾ ਮੰਨ ਲਓ ਜੋੜੇ ਪਾ ਕੇ ਅੰਦਰ ਆਉਣਾ ਚਾਹੁੰਦਾ, ਸ਼ਰਾਬ ਪੀ ਕੇ ਆਉਣਾ, ਕੁਛ ਵੀ ਕਰਨਾ ਚਾਹੁੰਦਾ, ਤੁਸੀਂ ਜਿਹੜਾ ਮਸਲਾ ਪ੍ਰੋਟੋਕੋਲ ਦਾ ਆ ਉਹਦੇ ਉੱਤੇ ਜਦੋਂ ਤੁਸੀਂ ਗੱਲ ਕਰ ਰਹੇ ਆ, ਹੁਣ ਜਿਹੜਾ ਗੈਸਟ ਆ ਤੁਹਾਡਾ, ਉਹਨੂੰ ਚਾਹੀਦਾ ਉਹ ਚੁੱਪ ਕਰਕੇ ਦੇਖ ਲਵੇ, ਕਿਉਂਕਿ ਸਥਾਨਕ ਸਮੱਸਿਆ ਨੂੰ ਜਾਣਦਾ ਨਹੀਂ ਉਹ। ਠੀਕ ਹੈ, ਜੇ ਹੈਗਾ ਵੀ ਆ ਤਾਂ ਮਸਲਾ ਮੁੱਕਣ ਤੋਂ ਬਾਅਦ ਕੱਲਿਆਂ ਨਾਲ ਤੁਹਾਡੇ ਨਾਲ ਗੱਲ ਕਰ ਲਵੇ, ਪਰ ਉਹ ਇਦਾਂ ਨਹੀਂ ਕਰਦਾ।
ਉਹਨੂੰ ਲੱਗਦਾ ਵੀ ਹੁਣ ਜੇ ਮੈਂ ਵਿੱਚ ਨਾ ਬੋਲਾਂ ਵੀ ਇਹਨਾਂ ਤੋਂ ਸਿਚੁਏਸ਼ਨ ਕੰਟਰੋਲ ਨਹੀਂ ਹੋ ਰਹੀ, ਮੈਂ ਬੋਲ ਕੇ ਮੈਂ ਵਧੀਆ ਹੈਂਡਲ ਕਰ ਦੇਣੀ ਹੈ। ਠੀਕ ਹੈ। ਹੁਣ ਜਿਹਨੂੰ ਉਹ ਵਧੀਆ ਕਹਿੰਦਾ ਆ, ਉਹ ਵਧੀਆ ਹੈਗੀ ਆ ਵੀ ਛੱਡੋ ਜੀ। ਠੀਕ ਹੈ ਜੀ। ਠੀਕ ਆ ਵੀ ਇਦਾਂ ਗੁਰਦੁਆਰਾ ਆ ਆਪੇ ਭੁਗਤੂਗੇ ਜਿਹੜਾ ਬੰਦਾ ਕਰੂਗਾ। ਠੀਕ ਹੈ। ਉਹ ਜਿਹੜੇ ਬੰਦੇ ਕਿਸੇ ਕੰਮ ਦੇ ਨਹੀਂ ਹੁੰਦੇ, ਜਿਹੜੇ ਗਲਤੀ ਕਰ ਰਹੇ ਹੁੰਦੇ ਆ, ਜਿੱਥੇ ਮੌਕਾ ਹੁੰਦਾ ਉਹਨਾਂ ਨੂੰ, ਕਿਉਂਕਿ ਟਾਈਮ ਹੁੰਦਾ, ਜੇ ਉਸ ਟਾਈਮ ਦੇ ਉੱਤੇ ਤੁਸੀਂ ਨਹੀਂ ਕੋਸਿਆ ਨਾ, ਟਾਈਮ ਦੇ ਉੱਤੇ ਨਹੀਂ ਵਾਰਨ ਕੀਤਾ, ਹਾਂਜੀ, ਸਮੇਂ ਦੇ ਉੱਤੇ ਨਹੀਂ ਟੋਕਿਆ, ਨਹੀਂ ਕਿਹਾ, ਤੇ ਮਸਲਾ ਉਹਨੂੰ ਆਪਣਾ ਹੱਕ ਸਮਝਣ ਲੱਗ ਪੈਣਾ। ਠੀਕ ਹੈ। ਅਗਲੀ ਵਾਰੀ ਉਹ ਉਹਨਾਂ ਦੇ ਬਿਹੇਵੀਅਰ ਦਾ ਹਿੱਸਾ ਬਣ ਜਾਣਾ। ਉਹਨਾਂ ਨੂੰ ਲੱਗਣਾ ਵੀ ਇੰਨਾ ਜਾਇਜ਼ ਆ। ਜਦੋਂ ਬੋਡੀ ਨੂੰ ਅਲਰਜੀ ਹੁੰਦੀ ਹੈ ਨਾ ਤੁਹਾਡੀ, ਹਾਂਜੀ, ਕਿਸੇ ਗੱਲੋਂ, ਉਹਦੇ 'ਚ ਇਹੀ ਪ੍ਰੋਬਲਮ ਆਉਂਦੀ ਆ ਵੀ ਜਦੋਂ ਇੱਕ ਵਾਰੀ ਤੁਸੀਂ ਕੁਛ ਉਹ ਖਾ ਲੈਂਦੇ ਆ, ਹਾਂਜੀ, ਠੀਕ ਹੈ, ਤੇ ਇਮਿਊਨ ਸਿਸਟਮ ਉਹਦੇ ਨਾਲ ਯੂਜ਼ ਟੂ ਹੋ ਜਾਂਦਾ। ਠੀਕ ਹੈ। ਠੀਕ ਹੈ। ਸ਼ੁਰੂ ਤੋਂ ਹੁਣ ਸ਼ਰਾਬ ਆ ਪੀਂਦਾ ਬੰਦਾ, ਜਿਹਨੂੰ ਕਦੇ ਵੀ ਨਹੀਂ ਪੀਤੀ, ਉਹਨੂੰ ਕਦੇ ਪੈਗ ਪੜਾ ਕੇ ਦੇਖੋ। ਠੀਕ ਹੈ। ਕੀ ਬਣਦਾ। ਠੀਕ ਹੈ। ਜੇ 2-4 ਦਿਨ ਉਹ ਲਗਾਤਾਰ 19 ਪੈਗ ਪੀਂਦਾ ਰਹੇ, ਅਸਰ ਘਟਣਾ ਲੱਗ ਜਾਂਦਾ। ਹਾਂ, ਬੋਡੀ ਨੇ ਯੂਜ਼ ਟੂ ਹੋ ਜਾਂਦਾ। ਹਾਂਜੀ। ਠੀਕ। ਬੱਚਾ ਤੁਹਾਡੀ ਗੱਲ ਸੁਣਦਾ ਆ, ਹਾਂਜੀ, ਇੱਕ ਦਿਨ ਤੁਸੀਂ ਆਲ ਆਫ ਸਡਨ ਕਿਸੇ ਗੱਲੋਂ ਖਿਜੇ ਹੋ ਆ, ਕੋਈ ਕਿਸੇ ਗੱਲੋਂ ਫਰਸਟ੍ਰੇਟ ਹੋਏ ਹੋ ਆ, ਤੁਸੀਂ ਉਹਦੇ ਤੇ ਹੱਥ ਚੱਕ ਦਿੰਦੇ ਆ ਜਾਂ ਉੱਚੀ ਬੋਲ ਦਿੰਦੇ ਆ, ਹਨਾ। ਉਦੋਂ ਬਾਅਦ ਜਿਹੜੀ ਗੱਲ ਅੱਗੇ ਨਾ ਤੁਹਾਡੀ ਆਰਾਮ ਨਾਲ ਕਹੇ ਤੇ ਸੁਣ ਲੈਂਦਾ ਸੀ ਉਹ, ਜਦੋਂ ਤੁਸੀਂ ਇੱਕ ਵਾਰੀ ਉੱਚੀ ਬੋਲ ਗਏ, ਸਟੈਂਡਰਡ ਉਹ ਸੈੱਟ ਹੋ ਜਾਣਾ। ਠੀਕ ਹੈ। ਉਹਦੇ ਬ੍ਰੇਨ ਨੂੰ ਪਤਾ ਲੱਗ ਜਾਣਾ ਵੀ ਜਿੰਨਾ ਚਿਰ ਇੰਨੀ ਉੱਚੀ ਨਹੀਂ ਬੋਲਦੇ ਉਨਾ ਚਿਰ ਜਾਇਜ਼ ਆ। ਵੀ ਜਦੋਂ, ਕਿਉਂਕਿ ਹੁਣ ਮੈਨੂੰ ਰੋਕਿਆ ਇੰਨੀ ਉੱਚੀ ਬੋਲ ਕੇ, ਹਨਾ, ਵੀ ਜੇ ਇੰਨੀ ਉੱਚੀ ਨਹੀਂ ਬੋਲੇ ਇਹਦਾ ਮਤਲਬ ਅਜੇ ਕੋਈ ਪ੍ਰੋਬਲਮ ਨਹੀਂ ਹੈਗੀ। ਠੀਕ ਹੈ। ਔਰ ਜਿੱਦਣ ਤੁਸੀਂ ਹੱਥ ਚੱਕ ਦਿੱਤਾ, ਸਟੈਂਡਰਡ ਉਹ ਸੈੱਟ ਹੋ ਜਾਣਾ। ਠੀਕ। ਉਹਨੂੰ ਕਹਿਣਾ ਵੀ ਰੁਕਣ ਦੀ ਲੋੜ ਮੈਨੂੰ ਉਦੋਂ ਪੈਣੀ ਆ ਜਦੋਂ ਹੱਥ ਚੱਕਿਆ ਗਿਆ। ਉਨਾ ਚਿਰ ਤੇ ਉਹ ਤਾਂ ਉਦਾਂ ਹੀ ਕਹਿ ਰਹੇ ਆ, ਧਿਆਨ ਉਧਰ ਕਿਤੇ ਹੋਣਾ ਇਹਨਾਂ ਦਾ। ਕੋਈ ਉਹ ਕਹਿੰਦਾ ਓਕੇ ਆ, ਨੋ ਵਰੀ, ਆਹ ਠੀਕ ਆ, ਉਹ ਹੀ ਆ। ਠੀਕ ਹੈ। ਜਿੱਥੇ ਵੀ ਤੁਸੀਂ ਲੈ ਗਏ, ਹਾਂਜੀ, ਉੱਥੇ ਸਟੈਂਡਰਡ ਸੈੱਟ ਹੋ ਜਾਣਾ। ਜਿੰਨਾ ਖੁੱਲਾ ਛੱਡ ਦਿੱਤਾ ਉਨਾ ਸਟੈਂਡਰਡ ਹੋ ਜਾਣਾ ਸੈੱਟ। ਉਹ ਤੋਂ ਥੱਲੇ ਲਾ ਕੇ ਲਿਆਉਣ ਲਈ ਫਿਰ ਬਹੁਤ ਮਿਹਨਤ ਕਰਨੀ ਪੈਣੀ ਹੈ। ਮਨੁੱਖੀ ਬ੍ਰੇਨ ਇਦਾਂ ਹੀ ਕੰਮ ਕਰਦਾ। ਜਦੋਂ ਤੁਸੀਂ ਇੱਕ ਵਾਰੀ ਖੁੱਲ ਦੇ ਦਿੰਦੇ ਆ ਨਾ, ਜਦੋਂ ਮੁੜ ਕੇ ਉਹਨੂੰ ਦੁਬਾਰਾ ਸੈੱਟ ਕਰਨ ਲੱਗਦੇ ਹੋ, ਹੋਏ ਰੱਬਾ ਮੇਰਿਆ, ਠੀਕ ਹੈ, ਇਦਾਂ ਅੜਾਟ ਪੈਂਦਾ ਨਾ ਫਿਰ ਜਾਣੀ ਕਿ ਉਹਨੂੰ ਸਟੈਂਡਰਡ ਅਗਲਾ ਬਣ ਬੈਠਾ ਆ, ਉਹਨੂੰ ਹੱਕ ਮੰਨ ਬੈਠਾ ਆਪਣਾ। ਠੀਕ ਹੈ। ਇੰਡੀਆ ਦੇ ਵਿੱਚ ਇਹੀ ਸਮੱਸਿਆ ਸਾਡੀ ਦਫ਼ਤਰਾਂ ਦੇ ਵਿੱਚ ਸਾਰੇ ਪਾਸੇ ਇਹੀ ਬਣਦੀ ਆ। ਜਿਹੜੇ ਬੰਦਿਆਂ ਨੂੰ ਇਦਾਂ ਖੁੱਲਾ ਮਿਲ ਗਿਆ, ਕਿਉਂਕਿ ਜਿੱਥੇ ਜਿਹੜੇ ਸੀਨੀਅਰ ਆ, ਜਦੋਂ ਉਹ ਆਜ਼ਾਦੀ ਚਾਹੁੰਦੇ ਆ, ਉਹ ਅਯਾਸ਼ ਆ ਕਿਆ, ਤੇ ਉਹ ਕਿਉਂਕਿ ਆਪ ਲਾਹਾ ਲੈਣਾ ਚਾਹੁੰਦੇ ਆ, ਆਪ ਫਾਇਦਾ ਲੈਣਾ ਚਾਹੁੰਦੇ ਆ, ਉਹ ਸਟੈਂਡਰਡ ਨਹੀਂ ਬਣਾ ਪਾਉਂਦੇ ਜੀ, ਜਿਹਦੇ ਨਾਲ ਸਾਰਿਆਂ ਨੂੰ ਲੱਗਣ ਲੱਗ ਪੈਂਦਾ ਵੀ ਇੰਨਾ ਤਾਂ ਹੱਕ ਆ ਸਾਡਾ। ਸੀਨੀਅਰ ਵੀ ਕਰਦੇ ਆ ਵੀ ਸਾਡੇ ਉਹਨਾਂ ਨੂੰ, ਹਾਂ, ਉਹ ਕਿਉਂਕਿ ਹਾਂ ਉਹਨੂੰ ਇਹ ਤੋਂ ਘੱਟ ਥੋੜੀ। ਹਾਂਜੀ। ਠੀਕ ਆ। ਅਸੀਂ ਤਾਂ ਕਰਕੇ ਅੱਗੇ ਬਥੇਰਾ ਧੱਕਾ ਹੁੰਦਾ ਸਾਡੇ ਨਾਲ। ਠੀਕ। ਉਹਨੂੰ ਹੱਕ ਸਮਝ ਪੈਂਦੀ, ਜਿਸ ਕਰਕੇ ਤਰੱਕੀ ਰੁਕ ਜਾਂਦੀ ਹੈ, ਉਹਨਾਂ ਦਾ ਆਪਣਾ ਵਿਕਾਸ ਰੁਕ ਜਾਂਦਾ ਹੈ। ਕਿਉਂਕਿ ਜਿਹੜਾ ਨਾ ਤੁਹਾਡਾ ਵਿਕਾਸ ਆ, ਕਪੂਰ ਕਹਿੰਦਾ ਵੀ ਦੁਨੀਆ 'ਚ ਕੋਈ ਮੁਲਕ ਨਹੀਂ ਐਸਾ ਹੋਣਾ ਜਿਹੜੇ ਮੁਲਕ ਦਾ ਵਿਕਾਸ ਹੋ ਚੁੱਕਾ ਹੋਵੇ, ਹਾਂਜੀ, ਮੁਲਕ ਅਮੀਰ ਹੋਵੇ ਪਰ ਉੱਥੇ ਦੇ ਲੋਕ ਗਰੀਬ ਹੋਣ। ਪਰ ਇਹ ਉਦਾਹਰਨਾਂ ਮਿਲਦੀਆਂ ਆ ਵੀ ਇੰਡੀਵਿਜੂਅਲ ਜਿਹੜੇ ਆ ਲੋਕ ਬਹੁਤ ਅਮੀਰ ਹੋ ਗਏ ਹੁਣ, ਹਾਂਜੀ, ਪਰ ਦੇਸ਼ ਗਰੀਬ ਰਹਿ ਗਿਆ। ਠੀਕ ਹੈ। ਹੁਣ ਜਿੱਥੇ ਤੁਸੀਂ ਕੰਮ ਕਰਦੇ ਆ, ਜਿਹੜੀ ਕੰਪਨੀ ਆ, ਜਿਹੜੇ ਦੇਸ਼ ਵਿੱਚ ਰਹਿੰਦੇ ਆ, ਉਹਦਾ ਜਿਹੜਾ ਸਮੁੱਚਾ ਵਿਕਾਸ ਹੈ ਨਾ, ਉਹਦੇ ਵਿੱਚ ਤੁਹਾਡਾ ਵਿਕਾਸ ਲੁਕਿਆ ਹੋਇਆ ਹੈ। ਠੀਕ ਹੈ ਜੀ। ਜੇ ਤੁਸੀਂ ਇਹ ਚਾਹੁੰਦੇ ਆ ਵੀ ਕਿਸੇ ਵੀ ਤਰ੍ਹਾਂ ਇਹਦੇ ਵਿੱਚ ਪਾੜਾ ਪਾ ਕੇ, ਸੰਨ ਲਾ ਕੇ ਮੈਂ ਆਪਣਾ ਵਿਕਾਸ ਜ਼ਿਆਦਾ ਕਰ ਲਵਾਂ, ਹਾਂਜੀ, ਠੀਕ ਹੈ, ਫਿਰ ਸਮੁੱਚਾ ਵਿਕਾਸ ਹੈ ਜਿਹੜਾ, ਉਹਦੇ 'ਚ ਰੁਕਾਵਟ ਪੈ ਜਾਣੀ ਹੈ ਤੇ ਤੁਹਾਡਾ ਵਿਕਾਸ ਕਿਸੇ ਵੀ ਵੇਲੇ ਰੁਕ ਜਾਣਾ, ਉਲਟਾ ਹੋ ਜਾਣਾ। ਠੀਕ ਹੈ ਜੀ। ਠੀਕ ਹੈ। ਉਹਦੇ ਵਿੱਚ ਫਿਰ ਤੁਸੀਂ ਚੋਰ ਵੀ ਕਹਿਲਾਏ ਜਾਣਾ ਆ, ਦਗੇਬਾਜ਼, ਬੜੀਆਂ ਵੱਡੀਆਂ ਪ੍ਰੋਬਲਮ ਆਉਣੀਆਂ। ਇੰਡੀਆ ਐਗਜ਼ਾਮਪਲ ਆ ਸਾਡੇ ਮੂਹਰੇ, ਅਫਰੀਕਾ ਦੇ ਜਿੰਨੇ ਕੰਟਰੀ ਆ, ਏਸ਼ੀਆ ਦੇ ਜਿੰਨੇ ਬਹੁਤ ਗਿਣਤੀ ਕੰਟਰੀ ਆ, ਉਹਦੇ 'ਚ ਇਹੀ ਕੁਛ ਹੋਇਆ। ਹਰੇਕ ਬੰਦਾ ਇਹ ਸੋਚਦਾ ਆ ਵੀ ਐਡੇ ਵੱਡੇ ਮੁਲਕ ਵਿੱਚ ਜੇ ਮੈਂ ਚਾਹੂੰਗਾ ਵੀ ਟੈਕਸ ਪੇ ਕਰਾਂ, ਇਮਾਨਦਾਰੀ ਨਾ ਕਰਾਂ, ਇੱਥੇ ਕੀ ਪਤਾ ਲੱਗਣਾ, ਪਤਾ ਨਹੀਂ ਕਿਨ ਖਾ ਜਾਣਾ। ਹਾਂਜੀ। ਵੀ ਮੈਂ ਜਿੰਨਾ ਹੁੰਦਾ ਆ ਆਪ ਲੁੱਟ ਕੇ ਆਪ ਅਮੀਰ ਹੋ ਜਾਵਾਂ। ਠੀਕ ਹੈ। ਉਹ 'ਚ ਇੰਡੀਵਿਜੂਅਲ ਅਮੀਰ ਹੋ ਰਿਹਾ ਆ,
ਮੁਲਕ ਜਿਹੜਾ ਆ ਉਹ ਟੁੱਟਦਾ ਜਾ ਰਿਹਾ। ਹਾਂਜੀ, ਲੌਂਗ ਟਰਮ ਦੇ ਵਿੱਚ ਹਰੇਕ ਬੰਦਾ ਕਰਤਾ ਰਿਹਾ ਆ, ਪਰ ਜੇ ਤੁਸੀਂ ਉਹਨੂੰ ਪੁੱਛੋ ਵੀ ਇਮਾਨਦਾਰੀ ਨਾਲ ਦੱਸ ਤੇਰੀ ਦੂਜੀ ਪੀੜ੍ਹੀ ਦਾ ਫਿਊਚਰ ਕੀ ਆ, ਕੋਈ ਭਰੋਸਾ ਨਹੀਂ ਉਹਨੂੰ। ਜਿਨ੍ਹਾਂ ਨੂੰ ਬੱਚਿਆਂ ਦੇ ਵਿਕਾਸ ਦਾ ਫਿਕਰ ਹੁੰਦਾ ਨਾ, ਹਾਂਜੀ, ਜਿਹਨੂੰ ਵੀ ਇਸ ਗੱਲ ਦਾ ਫਿਕਰ ਆ ਵੀ ਮੇਰੇ ਬੱਚੇ ਵਧੀਆ ਜ਼ਿੰਦਗੀ ਜੀਣ, ਠੀਕ ਆ, ਉਹ ਇਦਾਂ ਦੇ ਇਨਕਲਾਬ ਵਿੱਚ ਆਪਣਾ ਹਿੱਸਾ ਪਾਉਂਦਾ ਹੈ। ਉਹਨੂੰ ਪਤਾ ਆ ਵੀ ਮੇਰੇ ਬੱਚਿਆਂ ਦਾ ਫਿਊਚਰ ਤਾਂ ਸੁਰੱਖਿਅਤ ਆ ਜੇ ਸਮੁੱਚ ਦਾ ਵਿਕਾਸ ਜਿਹੜਾ ਆ ਉਹ ਆਪਣੀਆਂ ਲੀਹਾਂ ਤੇ ਰਹੂਗਾ। ਠੀਕ ਹੈ, ਅਸੀਂ ਜਿੱਥੇ ਵੀ ਯਾਨੀ ਕੋਸ਼ਿਸ਼ ਕਰੀਏ, ਕਿਉਂਕਿ ਇਹ ਜਿਹੜੇ ਮੁਲਕ ਆ ਨਾ, ਇਹ ਮੁਲਕ ਸੋਹਣੇ ਇਸ ਕਰਕੇ ਆ, ਇੱਥੇ ਬਹੁ ਗਿਣਤੀ ਜਿਹੜੀ ਆ ਸਮੁੱਚ ਦੇ ਵਿਕਾਸ ਵਿੱਚ ਹਿੱਸਾ ਪਾ ਰਹੀ ਹੈ ਜੀ। ਇੱਥੇ ਜਿਹਦੇ ਹੱਥ 'ਚ ਹੈਗੀ ਵੀ ਆ ਤਾਕਤ, ਉਹ ਵੀ ਇਹ ਨਹੀਂ ਸੋਚਦਾ ਵੀ ਬਾਕੀ ਠੱਠੇ ਖੂਹ 'ਚ ਪੈਣ, ਮੈਂ ਆਪਣਾ ਆਪ ਭਰ ਲਵਾਂ। ਠੀਕ ਹੈ, ਉਹ ਸੋਚਦਾ ਵੀ ਨਹੀਂ, ਮੇਰਾ ਫਰਜ਼ ਬਹੁ ਗਿਣਤੀ ਜਿਹੜੀ ਜੀ, ਅਸੀਂ ਇਹ ਨਾ ਕਹੀਏ ਵੀ ਮੈਂ ਲੈ ਜੀ ਮੈਂ 2 ਗੋਰਿਆਂ ਨੂੰ ਜਾਣਦਾ, ਮੇਰੇ ਨਾਲ ਇੱਕ ਬੰਦਾ ਟਰੱਕ ਚਲਾਉਂਦਾ, ਉਹਨੂੰ ਛੱਡੋ ਤੁਸੀਂ। ਮੈਜੋਰਟੀ ਜਿਹੜੀ ਆ, ਠੀਕ ਹੈ, ਜਿਹੜੀਆਂ ਕੰਪਨੀਆਂ ਚੱਲਦੀਆਂ ਨੇ ਬਿਲੀਅਨਾਂ ਡਾਲਰ ਸਰਕਾਰ ਦੀ ਆਮਦਨ ਆ, ਐਵੇਂ ਥੋੜੀ ਆ। ਠੀਕ ਹੈ, ਜਿਹੜਾ ਸਾਡੇ ਆਲੇ ਦੁਆਲੇ ਸਾਨੂੰ ਸਟਰਕਚਰ ਦਿਸ ਰਿਹਾ ਆ, ਸੜਕਾਂ ਇੰਨਾ ਕੁਝ ਬਣ ਰਿਹਾ ਆ, ਉਹ ਕਿਤਿਓਂ ਆ ਰਿਹਾ ਪੈਸਾ ਨਾ। ਹਾਂਜੀ, ਠੀਕ ਹੈ, ਤੇ ਉਹ ਹੁਣ ਔਰ ਆ ਵੀ ਬਿਲਕੁਲ ਲੀਗਲ ਪੇਪਰਾਂ ਦੇ ਵਿੱਚ ਰਿਹਾ। ਉਹ ਚੀਜ਼ ਨੂੰ ਸਾਨੂੰ ਸਮਝਣਾ। ਚਲੋ ਖੈਰ, ਜਿਹੜੀ ਮੈਂ ਗੱਲ ਕਰਦਾ ਸੀ ਵੀ ਸਾਡੇ ਜਿਹੜੇ ਸਰੋਤੇ ਆ, ਉਹਨਾਂ ਨੂੰ ਇਦਾਂ ਜਿੱਥੇ ਇੱਕ ਬੰਦੇ ਦੇ ਵਿੱਚ ਨਾ ਢਿੱਲ ਆਉਣੀ ਹੋ, ਜਦੋਂ ਚੱਲਦੀ ਆ ਗੱਡੀ, ਜਦੋਂ ਰੇਡੀਓ ਸੁਣਿਆ ਜਾ ਰਿਹਾ, ਰੇਡੀਓ ਤੋਂ ਗੱਲਾਂ ਕਹੀਆਂ ਜਾ ਰਹੀਆਂ ਆ, ਉਦੋਂ ਹਰੇਕ ਬੰਦੇ ਨੂੰ ਇਦਾਂ ਲੱਗਦਾ ਵੀ ਸਵਾਦ ਆ ਗਿਆ, ਆ ਤਾਂ ਮੈਂ ਵੀ ਕਹਿ ਦਿਆਂ ਹੁਣ ਜਾਣੀ ਲੱਗਦੇ ਹੱਥ। ਉਹ ਇਹ ਨਹੀਂ ਸੋਚ ਰਿਹਾ ਵੀ ਉਹਦਾ ਦੂਜਾ ਪਾਸਾ ਕੀ ਆ। ਜੇ ਹੁਣ ਜਿਹੜਾ ਪੰਜਾਬ 'ਚ ਬੈਠਾ ਬੰਦਾ, ਜੇ ਉਹ ਇਮੈਜਿਨ ਕਰੇ ਵੀ ਜਿਹੜੀ ਟਕਸਾਲ ਆ, ਅਜਨਾਲੇ ਹੁਣੀ ਕਿੰਨੇ ਬੰਦੇ ਆ, ਉਹ ਕਿੱਦਾਂ ਦੇ ਗੁੰਡੇ, ਢੱਡਿਆਂ ਤੇ ਛਬੀਲ ਲਾਤੀ ਹੋਣੀ ਦਿਨੇ ਦਿਹਾੜੇ, ਵੀ ਜੇ ਕੋਈ ਇਦਾਂ ਦੀ ਘਟਨਾ ਵਾਪਰ ਗਈ, ਮੇਰੇ ਕੋਲ ਡਿਫੈਂਸ ਲਈ ਕੀ ਆ ਜੀ। ਹੁਣ ਜਦੋਂ ਇੰਨਾ ਸੋਚੂਗਾ, ਫਿਰ ਉਹ ਇਹ ਸੰਕੋਚ ਕੇ ਬੋਲੂਗਾ ਵੀ ਜੇ ਕੋਈ ਗੜਬੜੀ ਹੋ ਗਈ, ਮੈਂ ਬਚਾਉਣਾ ਕਿੱਦਾਂ ਆਪਣੇ ਆਪ। ਹਾਂਜੀ, ਠੀਕ ਹੈ, ਹਾਂ ਗਲਤ ਆ, ਗਲਤ ਨੂੰ ਗਲਤ ਕਹਿਣਾ ਸਹੀ ਸ਼ਬਦਾਂ ਦੇ ਵਿੱਚ ਕਿਹਾ ਜਾ ਸਕਦਾ ਹੈ। ਉਹਦੇ ਲਈ ਤੁਸੀਂ ਸਹੀ ਪਾਸੇ ਹੰਗਾਰਾ ਵੀ ਭਰ ਦਿੰਦੇ ਆ ਨਾ, ਤੇ ਉਹ ਵੀ ਇਨਕਲਾਬ 'ਚ ਤੁਹਾਡਾ ਹਿੱਸਾ ਪੈ ਗਿਆ ਜੀ। ਪਰ ਜਦੋਂ ਅਸੀਂ ਇਦਾਂ ਸੋਚਦੇ ਹਾਂ ਵੀ ਹੁਣ ਮੌਕਾ ਆ, ਹੁਣ ਕਹਿ ਲਓ, ਕਹਿ ਕੇ ਮਸ਼ਹੂਰ ਹੋ ਲਓ ਜਾਣੀ, ਠੀਕ ਹੈ, ਉਦੋਂ ਅਸੀਂ ਨੁਕਸਾਨ ਕਰਾਉਣੇ ਆਪਣਾ ਵੀ, ਪਰਿਵਾਰ ਦਾ ਵੀ ਤੇ ਲਹਿਰ ਦਾ ਵੀ, ਕਿਉਂਕਿ ਨੀਆਂ ਮਜ਼ਬੂਤ ਨਹੀਂ ਹੁੰਦੀਆਂ। ਇਹ ਸੋਚਿਆ ਨਹੀਂ ਹੁੰਦਾ ਵੀ ਜੇ ਮੇਰੇ ਤੇ ਨਿੱਜ ਤੇ ਪੈ ਗਈ, ਮੈਂ ਨਜਿੱਠਣੀ ਕਿੱਦਾਂ ਹੈ। ਜਦੋਂ ਮਾੜਾ ਜਿਹਾ ਝਟਕਾ ਲੱਗਦਾ, ਉਦੋਂ ਡੋਲ ਜਾਂਦੇ ਹਾਂ ਅਸੀਂ। ਠੀਕ ਹੈ, ਜਿਸ ਕਰਕੇ ਵਾਰ-ਵਾਰ ਸਰੋਤਿਆਂ ਨੂੰ ਬੇਨਤੀ ਕਰੀਦੀ ਹੈ ਵੀ ਭਾਈ ਕਾਹਲੇ ਨਾ ਪਵੋ। ਗੱਲਾਂ ਜੇ ਤੁਸੀਂ ਗੱਲਾਂ ਢਿੱਲੀਆਂ ਕਰਨੀਆਂ ਤਾਂ ਫਾਇਦਾ ਕੋਈ ਨਹੀਂ। ਇੱਥੇ ਤਾਂ ਗੱਲ ਗਾਹਾਂ ਦੀ ਹੋ ਚੁੱਕੀ ਹੈ। ਜੇ ਗੱਲ ਸਾਤੋਂ ਗਾਹਾਂ ਦੀ ਕਰਨੀ ਆ, ਫਿਰ ਤੁਸੀਂ ਇਹ ਸੋਚ ਲਓ, ਇਹ ਤਿਆਰੀ ਕਰ ਲਓ ਵੀ ਜੇ ਤੁਹਾਡੇ ਸਿਰ ਤੇ ਪੈ ਗਈ ਤੇ ਉਹਨੂੰ ਨਜਿੱਠਣਾ ਕਿੱਦਾਂ ਆ। ਜੇ ਸਾਡੇ ਵਾਲੀ ਹੀ ਕਰਨੀ ਆ, ਫਿਰ ਤਾਂ ਹੋ ਹੀ ਰਹੀ ਆ। ਫਿਰ ਕੀ ਆ, ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਅਪੀਲ ਕਰਦੀ ਆ ਵੀ ਨਹੀਂ ਅਸੀਂ ਗੱਲ ਕਰਨੀ ਆ, ਨਹੀਂ ਅਸੀਂ ਗੱਲ ਕਰਨੀ ਜੀ। ਠੀਕ ਹੈ, ਉਹ ਜਿਹੜਾ ਪ੍ਰੋਗਰਾਮ ਲਿਖਿਆ ਹੁੰਦਾ, ਠੀਕ ਹੈ, ਹੁਣ ਮੈਨੂੰ ਪਤਾ ਆ, ਸਾਨੂੰ 1.5 ਸਾਲ ਹੋ ਗਿਆ ਇਹ ਵਾਰ-ਵਾਰ ਗੱਲ ਕਰਦਿਆਂ ਨੂੰ ਵੀ ਆਪਾਂ ਕੋਈ ਟਾਈਮ ਬਣਾਵਾਂਗੇ ਇਦਾਂ ਦਾ, ਪਰ ਉਹਦੇ 'ਚ ਅਜੇ ਤਾਈਂ ਜਿਹੜੀ ਮੇਰੀ ਤਸੱਲੀ ਆ ਉਹ ਇਸ ਗੱਲੋਂ ਨਹੀਂ ਹੋ ਰਹੀ ਵੀ ਕੋਈ ਸਰੋਤਾ ਜਿਹੜੀਆਂ ਅਸੀਂ ਗੱਲਾਂ ਕਹਿੰਦੇ ਆ ਨਾ, ਉਹਦੇ ਉੱਤੇ ਇਸ ਗੱਲੋਂ ਨਹੀਂ ਫੋਨ ਕਰ ਰਿਹਾ ਵੀ ਆਹ ਗੱਲ ਮੈਨੂੰ ਸਮਝ ਨਹੀਂ ਆਈ, ਜਾਂ ਇਸ ਗੱਲ ਦੀ ਪ੍ਰੈਕਟੀਕਲਿਟੀ ਨਹੀਂ ਹੈਗੀ, ਆਹ ਗੱਲ ਕਿੱਦਾਂ ਕਹਿ ਦਿੱਤੀ ਤੁਸੀਂ, ਇਹਦਾ ਦੂਜਾ ਪੱਖ ਆ ਵੀ ਹੈਗਾ, ਇਹਨੂੰ ਸਮਝਾਓ। ਮਤਲਬ ਇਸ ਸਵਾਲ ਦੇ ਰੂਪ 'ਚ ਉਹ ਸਵਾਲ ਜਿਹਦੇ ਰਾਹੀਂ ਜਾਣਿਆ ਜਾਣਾ ਹੋਵੇ, ਕੁਛ ਜਿਹਦੇ ਰਾਹੀਂ ਕੁਛ ਸਮਝਿਆ ਜਾਣਾ ਹੋਵੇ, ਉਹ ਸਵਾਲ ਨਹੀਂ ਆ ਰਹੇ। ਠੀਕ ਹੈ, ਜਿਹੜਾ ਫੋਨ ਕਰਨੇ ਵਾਲਾ ਹੈ ਉਹ ਕਹਿੰਦਾ ਤਾਂ ਇਹ ਆ, ਮੋਸਟਲੀ ਮੈਜੋਰਟੀ 'ਚ ਫੋਨ ਕਰਨੇ ਵਾਲੇ ਕਹਿੰਦੇ ਤਾਂ ਇਹ ਆ ਵੀ ਅਸੀਂ ਸਵਾਲ ਕਰਨਾ ਸੀ, ਪਰ ਅਸਲ ਵਿੱਚ ਉਹ ਦੱਸਣਾ ਚਾਹੁੰਦੇ ਹੁੰਦੇ। ਠੀਕ, ਮੈਂ ਨਿਊਜ਼ੀਲੈਂਡ ਦੇ ਵਿੱਚ ਇੱਥੇ 2006-07 ਤੋਂ ਲੈ ਕੇ 4-5 ਸਾਲ ਬਹੁਤ ਸਾਰੀਆਂ ਮੀਟਿੰਗਾਂ ਜਿਹੜੀਆਂ ਕਮਿਊਨਿਟੀ ਦੀਆਂ ਇੱਥੇ ਹੁੰਦੀਆਂ, ਇੰਟਰ ਕਮਿਊਨਿਟੀ ਦੀਆਂ, ਇੰਟਰਨਲ ਅਫੇਅਰ ਦੇ ਨਾਲ, ਉਹਨਾਂ 'ਚ ਜਾ ਕੇ ਦੇਖਿਆ ਮੈਂ। ਜਦੋਂ ਐਜੂਕੇਟ ਕਰਨ ਦੀ ਗੱਲ ਕਰਦੇ, ਕਿਸੇ ਮਸਲੇ ਤੇ ਸੱਦਦੇ ਆ ਉਹ ਪੁਲਿਸ ਵਾਲਿਆਂ ਦੇ ਨਾਲ, 5-6 ਸਾਲ ਮੈਂ ਕਈ ਮੀਟਿੰਗਾਂ 'ਚ ਗਿਆ। ਉਹ 'ਚ ਇਹ ਗੱਲ ਮੈਂ ਹਰੇਕ ਥਾਂ ਤੇ ਦੇਖੀ। ਜਿਹੜੇ ਬੰਦੇ ਗਿਓ ਸੀ ਨਾ, ਏਸ਼ੀਅਨ ਖਾਸ ਕਰਕੇ, ਜਦੋਂ ਉਹ ਕਹਿੰਦੇ ਕੋਈ ਸਵਾਲ ਤਾਂ ਨਹੀਂ, ਅਗਲੇ ਨੇ 15 ਮਿੰਟ ਲਾਤੇ, ਕੋਈ ਸਵਾਲ ਤਾਂ ਨਹੀਂ ਕਿਸੇ ਦਾ। ਜਦੋਂ ਫਿਰ ਬੰਦੇ ਸਵਾਲ ਕਰਨ ਲੱਗਦੇ ਆ ਨਾ, ਉਹ ਸਵਾਲ ਦੇ ਨਾਂ ਦੇ ਉੱਤੇ ਕੁਝ ਦੱਸਣਾ ਚਾਹੁੰਦੇ ਹੁੰਦੇ ਆਪਣੇ ਕੋਲੋਂ। ਠੀਕ, ਅਸਲ 'ਚ ਉਹਨਾਂ ਨੂੰ ਕਹਿਣਾ ਇਹ ਚਾਹੀਦਾ ਵੀ ਮੈਂ ਸਵਾਲ ਤਾਂ ਮੇਰਾ ਹੈ ਨਹੀਂ, ਵੀ ਤੁਹਾਡੀ ਗੱਲ ਵਿੱਚ ਮੈਂ ਕੁਝ ਐਡ ਕਰਨਾ ਚਾਹੁੰਦਾ, ਮੇਰਾ ਐਕਸਪੀਰੀਅੰਸ ਆ। ਜੇ ਤਾਂ ਅਗਲੇ ਕਹਿਣ ਵੀ ਹਾਂ ਟਾਈਮ ਹੈਗਾ ਖੁੱਲਾ, ਕਰੋ ਐਡ,
ਫਿਰ ਠੀਕ ਆ। ਜੇ ਉਹ ਕਹਿਣ ਵੀ ਨਹੀਂ ਸਾਡੇ ਕੋਲ ਇਹਦੇ ਲਈ ਟਾਈਮ ਨਹੀਂ ਹੈਗਾ, ਕਿਉਂਕਿ ਘੰਟਾ ਤਾਂ ਸੀਗਾ ਸਾਡੇ ਕੋਲ, 20 ਮਿੰਟ ਦੋ ਜਣਿਆਂ ਨੇ ਬੋਲਣਾ, ਬਾਅਦ ਚ ਸਵਾਲ ਲੈਣੇ ਲੋਕਾਂ ਦੇ ਅਸੀਂ, ਤਾਂ ਕਿ ਉਹਨੂੰ ਸਮਝ ਆ ਜਾਵੇ ਸਾਡੀ ਗੱਲ, ਹਨਾ। ਵੀ ਹੁਣ ਜੇ ਤੁਸੀਂ ਵੀ ਸਾਰਿਆਂ ਨੇ ਕਰਨਾ ਆ, ਉਹਦੇ ਲਈ ਸਾਡਾ ਆਪਣਾ ਜਿਹੜਾ ਮਿਸ਼ਨ ਆ ਉਹ ਪਿੱਛੇ ਰਹਿ ਜਾਣਾ। ਉਹਨਾਂ ਨੂੰ ਪਤਾ ਆ ਇਦਾਂ ਜੇ ਮੈਂ ਕਿਹਾ ਮੈਂ ਐਡ ਕਰਨਾ, ਫਿਰ ਟਾਈਮ ਨਹੀਂ ਮਿਲਣਾ। ਫਿਰ ਸਵਾਲ ਦੇ ਨਾਂ ਦੇ ਉੱਤੇ ਉਹ ਟਾਈਮ ਲੈ ਲੈਂਦੇ, ਲੈ ਕੇ ਫਿਰ ਦੱਸਦੇ ਆ ਵੀ ਹਾਂ ਇਦਾਂ ਹੋਈ, ਮੈਂ ਇੱਕ ਵਾਰੀ ਫਿਰ ਉਹਨੂੰ ਇਦਾਂ ਕਿਹਾ, ਮੈਂ ਫਿਰ ਉਹਨੂੰ ਇਦਾਂ ਕਿਹਾ, ਉਹਨੂੰ ਫਿਰ ਇਦਾਂ ਕਿਹਾ। ਠੀਕ ਹੈ, ਜਿਹਦੇ ਨਾਲ ਹੱਲ ਨਹੀਂ ਕੋਈ ਨਿਕਲਦਾ, ਅੱਗੇ ਨਹੀਂ ਪਹੁੰਚਦੇ ਅਸੀਂ। ਕਿਤੇ ਵੀ ਕਲਾਸ ਦੇ ਵਿੱਚ ਕਿਤੇ ਤੁਸੀਂ ਜਾਂਦੇ ਆ, ਉੱਥੇ ਹਰ ਥਾਂ ਦੇ ਪ੍ਰੋਟੋਕਾਲ ਹੁੰਦੇ ਆ। ਠੀਕ ਹੈ, ਫਿਰ ਆਪਾਂ ਰੇਡੀਓ ਦੇ ਉੱਤੇ ਹਾਲਾਂਕਿ ਆਪਾਂ ਆਪਣੇ ਕੋਲ ਜਾਣੀ 3-3 ਘੰਟੇ 4-4 ਘੰਟੇ ਵੀ ਆਪਾਂ ਲਗਾਤਾਰ ਪ੍ਰੋਗਰਾਮ ਕਰੀਦਾ ਆ। ਹਾਂਜੀ, ਐਤਵਾਰ ਵਾਲੇ ਚ ਵੀ ਮੈਂ ਸੋਚਦਾ ਸੀ, ਬੁੱਧਵਾਰ ਨੂੰ ਨਾ ਅੱਗੇ ਅਸੀਂ 2 ਬ੍ਰੇਕਾਂ ਲੈਂਦੇ ਹੁੰਦੇ ਸੀ ਜੀ 3 ਘੰਟਿਆਂ ਚ, ਤੇ ਹੌਲੀ ਹੌਲੀ ਕਰਕੇ ਆਪਾਂ ਇੱਕ ਲੈਣ ਲੱਗ ਪਏ ਵੀ ਚਲੋ ਜਿਹੜੇ 5-7 ਮਿੰਟ ਬਚਦੇ ਆ ਉਹ ਬਚਾ ਲਈਏ। ਤੇ ਐਤਵਾਰ ਨੂੰ ਵੀ ਆਪਾਂ ਕੋਸ਼ਿਸ਼ ਕਰਨੀ ਆ ਵੀ 2 ਬ੍ਰੇਕਾਂ ਲਿਆ ਕਰਨੀਆਂ। ਠੀਕ ਹੈ ਜੀ, 3 ਦੀ ਬਜਾਏ, ਕਿਉਂਕਿ ਸੈਚਰਡੇ ਨੂੰ ਦੇਖ ਲਿਆ ਆਪਾਂ 4 ਘੰਟਿਆਂ 'ਚ 2 ਬ੍ਰੇਕਾਂ ਕਰੀਦੀਆਂ ਜੀ, ਉਹਨਾਂ ਸਰ ਜਾਂਦਾ ਸਾਡਾ। ਠੀਕ ਹੈ, ਇਦਾਂ ਹੀ ਐਤਵਾਰ ਨੂੰ ਕਰ ਸਕਦੇ ਆਪਾਂ, ਜਿਹਦੇ ਨਾਲ 5-7-10 ਮਿੰਟ ਜਿੰਨੇ ਵੀ ਹੋਣ, ਕਿਉਂਕਿ ਬ੍ਰੇਕ ਲੈਣ ਦੇ ਨਾਲ ਆਪਣੀ ਤੁਹਾਡੀ ਲੜੀ ਵੀ ਟੁੱਟ ਜਾਂਦੀ ਆ। ਹਾਂਜੀ, ਠੀਕ ਹੈ। ਤੇ ਚਲੋ ਖੈਰ ਜੀ, ਜਿਹੜੀ ਹੈਗੀ ਗੱਲ ਉਹ ਇਹ ਆ ਵੀ ਮਸਲਾ ਬੇਸ਼ੱਕ ਅੱਜ ਅਸੀਂ ਜਿਹੜਾ ਅੱਜ ਕੱਲ KTV ਵਾਲਿਆਂ ਨੇ ਰੌਲਾ ਰੱਪਾ ਸ਼ੁਰੂ ਕੀਤਾ ਆ, ਉਹਦੇ ਉੱਤੇ ਵਿਚਾਰ ਕਰਦੇ ਆ, ਪਰ ਉਹ ਤਾਂ ਇੱਕ ਬਹਾਨਾ ਆ। ਅਸਲ 'ਚ ਗੱਲ ਆ ਜਿਹੜੀ ਨਾ, ਗੱਲ ਹੈਗੀ ਆ ਸਾਡੀ ਮਾਨਸਿਕ ਗੁਲਾਮੀ ਦੀ, ਗੱਲ ਹੈਗੀ ਆ ਜਿਹੜੀ ਸਾਡੀ ਖੁਦ ਮੁਖਤਿਆਰੀ ਨੂੰ ਛੇੜਿਆ ਗਿਆ ਆ। ਠੀਕ ਹੈ, ਉਹਦੇ ਨਾਲ ਛੇੜਛਾੜ ਕੀਤੀ ਆ ਕਿਸੇ ਨੇ ਜੀ। ਠੀਕ ਹੈ, ਉਹਦੇ ਢਾਂਚੇ ਨੂੰ ਵਿਗਾੜਿਆ। ਇਹ ਕੁਦਰਤ ਨੇ ਹੱਕ ਦਿੱਤਾ ਤੁਹਾਨੂੰ ਆਜ਼ਾਦ ਹੋਣ ਦਾ, ਹਾਂਜੀ, ਖੁਦ ਮੁਖਤਿਆਰ ਹੋਣ ਦਾ, ਵੱਖਰੇ ਹੋਣ ਦਾ, ਯੂਨੀਕ ਰਹਿਣ ਦਾ, ਸਾਰਿਆਂ ਤੋਂ ਵੱਖਰੇ ਰਹਿਣ ਦਾ। ਠੀਕ ਹੈ, ਜ਼ਰੂਰੀ ਨਹੀਂ ਹੈਗਾ ਉਹਦੇ ਵਿੱਚ। ਦੇਖੋ, ਜੇ ਤੁਸੀਂ ਦੇਖਣਾ ਹੈ ਨਾ, ਜਿਹੜਾ ਸਰੋਂ ਦਾ ਤੇਲ ਆ, ਹਨਾ ਜੀ, ਬਹੁਤ ਸਾਰੇ ਹੋਰ ਕੁਕਿੰਗ ਦੇ ਤੇਲ ਆ ਜਿਹੜੇ, ਹਾਂਜੀ, ਜਿਹੜੇ ਆਪਣੇ ਤੁੜਕਾ ਲਾਉਣ ਦੇ ਕੰਮ ਆਉਂਦੇ ਆ, ਉਹਨਾਂ ਦਾ ਰੰਗ ਜੇ ਡੀਜ਼ਲ ਪਾ ਲਵੋ, ਏਦਾਂ ਰੱਖ ਲਵੋ, ਤੇ ਡੀਜ਼ਲ ਦੇ ਨਾਲ ਨੇੜੇ ਤੇੜੇ ਮਿਲਦਾ ਹੁੰਦਾ। ਜੇ ਹੱਥ ਨਾਲ ਲਾਵੋ ਤੁਸੀਂ, ਸਮੈਲ ਨਾਲ ਲਵੋ, ਦੂਰੋਂ ਦੇਖਣਾ ਹੋਵੇ, ਤੇ ਰੰਗ ਉਦਾਂ ਦਾ ਹੀ ਹੁੰਦਾ ਉਹਨਾਂ ਦਾ। ਸਰੋਂ ਦਾ ਥੋੜਾ ਜ਼ਿਆਦਾ ਪੀਲਾ ਹੁੰਦਾ। ਠੀਕ ਹੈ, ਕਈ ਤੇਲ ਏਦਾਂ ਹੈਗੇ ਆ ਜੇ ਤੁਸੀਂ ਸਾਰਿਆਂ ਨੂੰ ਕਰੋ ਤਾਂ ਉਹ ਨੇੜੇ ਤੇੜੇ ਮਿਲਦੇ ਹੁੰਦੇ ਆ। ਹਾਂਜੀ, ਹਨਾ, ਪਰ ਕੀ ਡੀਜ਼ਲ ਨੂੰ ਅੱਗ ਤੇ ਫਰਾਈਂਗ ਪੈਨ 'ਚ ਪਾਇਆ ਜਾ ਸਕਦਾ? ਨਹੀਂ। ਠੀਕ ਹੈ ਨਾ, ਬਸ ਏਦਾਂ ਹੀ ਹੁੰਦੀ ਆ। ਦੇਖਣ ਨੂੰ ਬੇਸ਼ੱਕ ਲੱਗਦਾ ਹੋਵੇ ਉਹ ਜਿਹੜਾ, ਪਰ ਜੇ ਥੋੜੀ ਸਿਮਿਲਰਿਟੀ ਹੋਵੇ, ਹਨਾ। ਹੁਣ ਗਾਂ ਤਾਂ ਮੱਝ ਦੋਹਾਂ ਦੀਆਂ 4 ਲੱਤਾਂ ਆ ਜੀ, ਦੋਏ ਦੁੱਧ ਦਿੰਦੀਆਂ, ਹਾਂਜੀ, ਹਨਾ, ਪਰ ਵੱਖਰੀਆਂ ਟੋਟਲੀ ਵੱਖਰੀਆਂ ਨਸਲ ਵੱਖਰੀ ਆ। ਠੀਕ ਹੈ, ਇਦਾਂ ਪੇ ਉਹ ਕੁਛ ਚੀਜ਼ਾਂ ਮਿਲ ਸਕਦੀਆਂ ਤੁਹਾਡੀਆਂ ਦੂਜਿਆਂ ਦੇ ਨਾਲ। ਠੀਕ ਹੈ, ਪਰ ਫਿਰ ਵੀ ਮੁੱਢਲੇ ਤੌਰ ਤੇ ਤੁਸੀਂ ਯੂਨੀਕ। ਠੀਕ ਹੈ, ਜਿਹਨੂੰ ਧਰਮ ਕਹਿੰਦੇ ਨਾ, ਜਿਹਨੂੰ ਮਜ਼ਹਬ ਕਹਿੰਦੇ ਆ, ਹਾਂਜੀ, ਜਿਹੜਾ ਸੈਕਟ ਆ, ਉਹਦੇ ਵਿੱਚ ਸਾਰਿਆਂ ਨੂੰ ਇੱਕੋ ਜਿਹਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਠੀਕ ਹੈ, ਇੱਕ ਸਾਰਤਾ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਠੀਕ ਹੈ, ਇੱਕ ਹੈਗਾ ਆ ਟੀਮ ਦਾ ਸੰਕਲਪ। ਹਾਂਜੀ, ਟੀਮ ਦੇ ਵਿੱਚ ਜਿਹੜਾ ਟੀਮ ਦਾ ਸੰਕਲਪ ਆ, ਉਹਦੇ ਵਿੱਚ ਇੱਕ ਸਾਰਤਾ ਨਹੀਂ ਲਿਆਂਦੀ ਜਾ ਰਹੀ। ਹਾਂਜੀ, ਉਹ ਗੁਲਾਮੀ ਨਹੀਂ ਹੁੰਦੀ। ਹੁਣ ਕਾਰ ਦੇ ਵਿੱਚ ਸਾਰੇ ਪੁਰਜੇ ਜਿਹੜੇ ਆ ਨਾ, ਉਹ ਹੁਣ ਇੰਡੀਕੇਟਰ ਆ, ਸਾਰੇ ਇੱਕ ਦੂਜੇ ਦੇ ਨਾਲ ਮਿਲ ਕੇ ਕੰਮ ਕਰ ਰਹੇ ਆ। ਹਾਂਜੀ, ਇੱਕ ਡਰਾਈਵਰ ਦੀ ਕਮਾਂਡ ਵਿੱਚ ਚੱਲ ਰਹੇ ਆ। ਹਾਂਜੀ, ਪਰ ਸਾਰੇ ਆਪਣੇ ਆਪ 'ਚ ਆਜ਼ਾਦ ਆ। ਸਾਰਿਆਂ ਦਾ ਕੱਲੇ ਤੌਰ ਤੇ ਸਹੀ ਹੋਣਾ, ਆਪੋ ਆਪਣੀ ਥਾਂ ਤੇ ਕੰਮ ਕਰਨਾ ਬੜਾ ਜ਼ਰੂਰੀ। ਕਲੱਚ ਤਾਂ ਗੇਅਰ ਬਹੁਤ ਨੇੜੇ ਕੰਮ ਕਰਦੇ ਆ। ਹਾਂਜੀ, ਇੱਕ ਦੂਜੇ, ਜਦੋਂ ਦੋਹਾਂ 'ਚੋਂ ਇੱਕ ਨਾ ਹੋਵੇ ਦੂਜੇ ਦਾ ਕੋਈ ਅਰਥ ਨਹੀਂ ਹੈਗਾ, ਹਨਾ। ਪਰ ਜੇ 2-1 ਦਾ ਕੰਮ ਕਰਨ ਲੱਗ ਪੈਣ, ਰੇਸ ਤਾਂ ਬ੍ਰੇਕ, ਜੇ 2-1 ਦਾ ਕੰਮ ਕਰਨ ਲੱਗ ਪੈਣ, ਨਹੀਂ ਚੱਲਣਾ। ਉਹ ਵੱਖਰੇ ਆ ਉਹ ਜੀ। ਠੀਕ ਹੈ, ਸਾਰੇ ਆਜ਼ਾਦ ਆ, ਪਰ ਇੱਕ ਕਮਾਂਡ ਦੇ ਥੱਲੇ ਆ। ਹੁਣ ਸਾਡੇ ਸਰੀਰ ਦੇ ਅੰਗ ਆ ਸਾਰੇ ਇੱਕ ਕਮਾਂਡ ਦੇ ਥੱਲੇ ਆ ਜੀ। ਉਹ ਇੱਕ ਕਮਾਂਡ ਦੇ ਥੱਲੇ ਚੱਲਣ ਦਾ ਨਾਂ ਇੱਕ ਸਾਰਤਾ ਨਹੀਂ ਹੈਗਾ। ਇਹ ਨਹੀਂ ਹੈਗਾ ਵੀ ਕਿਡਨੀ ਤਾਂ ਲਿਵਰ ਇੱਕੋ ਜਿਹਾ ਹੀ ਆ, ਵੱਖਰੇ ਆ। ਹਾਂਜੀ,
ਠੀਕ ਹੈ। ਬ੍ਰੇਨ ਦੱਸ ਰਿਹਾ ਹੈ ਕਿ ਹੁਣ ਕਿਹਨੇ ਕੰਮ ਕਰਨਾ ਹੈ, ਬਿਲਕੁਲ ਕਿਹਦੀ ਲੋੜ ਆ, ਕਿਹਨੇ ਕਿੰਨਾ ਕਰਨਾ ਹੈ। ਠੀਕ ਹੈ। ਹੁਣ ਸਾਡੇ ਕੀ ਆ, ਜਾਂ ਤਾਂ ਇੱਕ ਸਾਰਤਾ ਲਿਆਂਦੀ ਜਾ ਰਹੀ ਆ, ਹਾਂਜੀ ਠੀਕ ਹੈ, ਤੇ ਸਾਰੇ ਜਣੇ ਇੱਕੋ ਜਿਹੇ ਹੋ ਕੇ ਗੁਲਾਮੀ ਦੇ ਜਿੱਦਾਂ ਭੇਡਾਂ ਨਹੀਂ ਹੁੰਦੀਆਂ, ਹਾਂਜੀ ਤੇ ਬਾੜੇ ਤੇ ਇੱਕ ਨੇ ਕਹਿਣਾ ਹੈ, ਬਸ ਜਿੱਦਾਂ ਕਹਿਣਾ ਉਦਾਂ ਹੀ ਕਰਨੀ ਹੈ। ਠੀਕ ਹੈ। ਤੇ ਜਾਂ ਫਿਰ ਸਾਰੇ ਕੱਲੇ ਕੱਲੇ ਸੋਚ ਰਹੇ ਆ ਵੀ ਜਿਹੜਾ ਤਾਲਮੇਲ ਗੇਅਰ ਬਾਕਸ ਵਿੱਚ ਤਾਂ ਕਲਚ ਵਿੱਚ ਆ, ਹਾਂਜੀ ਉਹ ਹੈ ਨਹੀਂ। ਜਦੋਂ ਕੋਈ ਉਹ ਤਾਲਮੇਲ ਕਰ ਰਿਹਾ ਆ ਤੇ ਕਿਸੇ ਡਰਾਈਵਰ ਦੇ ਪੈਰ ਨੱਪਣ ਤੇ ਕਲਚ ਨੱਪਿਆ ਜਾ ਰਿਹਾ ਆ, ਹਾਂਜੀ ਕਿਸੇ ਡਰਾਈਵਰ ਦੇ ਬ੍ਰੇਕ ਗੇਅਰ ਦੇ ਉੱਤੇ ਹੱਥ ਪਾਉਣ ਨਾਲ, ਮਾਰਨੇ ਨਾਲ ਗੇਅਰ ਪਿਆ ਜਾ ਰਿਹਾ ਆ। ਠੀਕ ਹੈ। ਤੇ ਜਦੋਂ ਉਹ ਡਰਾਈਵਰ ਕਲਚ ਨੂੰ ਛੱਡ ਕੇ ਰੇਸ ਦਿੰਦਾ ਆ ਤੇ ਸਾਰੀ ਗੱਡੀ ਤੁਰ ਰਹੀ ਆ ਜੀ। ਜਿਹੜਾ ਉਹ ਸਿਸਟਮ ਆ, ਉਹਨੂੰ ਫਿਰ ਸਾਡੇ ਬੰਦੇ ਰੌਲਾ ਪਾ ਕੇ, ਜਿੱਦਾਂ ਖਾਲਸਾ ਨਿਊਜ਼ ਵਾਲੇ ਨੇ ਉਹ ਲਾਇਆ ਪੋਸਟਰ, ਕਹਿੰਦਾ ਆ ਲਓ ਜੀ ਅੰਧਾ ਆਗੂ ਆ ਤੇ ਸਾਰੇ। ਹੁਣ ਜਿਹੜੀ ਉਹ ਗੱਡੀ ਦੇ ਵਿੱਚ ਨਾ, ਜਿਹੜੀ ਸਾਰੇ ਪੁਰਜਿਆਂ ਦੀ ਆਪਸ ਵਿੱਚ ਉਹਨਾਂ ਦਾ ਤਾਲਮੇਲ ਆ, ਠੀਕ ਹੈ, ਔਰ ਉਹ ਜਿਹੜੇ ਪੁਰਜੇ ਡਰਾਈਵਰ ਦੀ ਕਮਾਂਡ ਦੇ ਵਿੱਚ ਚੱਲ ਰਹੇ ਆ ਜੀ, ਗੱਡੀ ਤਾਂ ਹੀ ਅੱਗੇ ਜਾ ਰਹੀ ਹੈ। ਹਾਂਜੀ ਬਿਲਕੁਲ, ਠੀਕ ਹੈ ਨਾ। ਬਸ ਇਦਾਂ ਹੀ ਪੰਥ ਆ, ਇਦਾਂ ਕੌਮ ਆ, ਇਦਾਂ ਕਮੇਟੀਆਂ ਚੱਲਦੀਆਂ, ਇਦਾਂ ਹੀ ਸੰਸਥਾਵਾਂ ਚੱਲਦੀਆਂ ਹੈਗੇ, ਆਜ਼ਾਦ ਆ ਆਪੋ ਆਪਣੀ ਤੌਰ ਤੇ। ਪ੍ਰੋਜੈਕਟ ਬੇਸ ਤੇ ਤੁਸੀਂ ਆਜ਼ਾਦ ਹੋ ਸਕਦੇ ਆ, ਆਪਣੀ ਜ਼ਿੰਮੇਵਾਰੀ ਲੈ ਲਈ ਆ, ਉਹਦੇ ਤੇ ਤੁਸੀਂ ਆਜ਼ਾਦ ਆ, ਉਹ ਜ਼ਿੰਮੇਵਾਰੀ ਨਿਭਾਓ। ਪਰ ਰਹਿਣਾ ਤੁਸੀਂ ਫੇਰ ਵੀ ਕਿਸੇ ਕਮਾਂਡ ਥੱਲੇ ਹੀ ਆ, ਜਵਾਬਦੇਹ ਹੈਗੇ ਆ ਤੁਸੀਂ ਕਿਸੇ। ਹਾਂਜੀ ਠੀਕ ਹੈ। ਅਸੀਂ ਆਜ਼ਾਦੀ ਦਾ ਨਾਂ ਜ਼ਿੰਮੇਵਾਰੀ ਤੋਂ ਭੱਜਣ ਨੂੰ ਆਜ਼ਾਦੀ ਕਹਿ ਲਿਆ ਜੀ। ਜਿੰਨੇ ਸਾਡੇ ਪੜ੍ਹੇ ਲਿਖੇ ਆ, ਉਹਨਾਂ ਨੂੰ ਇਹੀ ਫਿਕਰ ਪਿਆ ਆ ਕਿ ਮੈਂ ਦੂਜਿਆਂ ਨਾਲੋਂ ਵੱਖਰਾ ਕਹਾਂ ਕੁਛ। ਠੀਕ ਹੈ। ਜੇ ਆਹ ਗੱਲ ਤਾਂ ਉਹਨੇ ਕਹਿ ਦਿੱਤੀ ਆ, ਹੁਣ ਜੇ ਇੱਕ ਤਾਂ ਉਹਨਾਂ ਨੂੰ ਇਹ ਫਿਕਰ ਪਿਆ, ਜਦੋਂ ਕੋਈ ਗੱਲ ਕਹਿੰਦਾ ਉਹ ਕਹਿੰਦੇ ਦੇਖਿਆ ਮੇਰੇ ਵਾਲੀ ਗੱਲ ਕਹਿ ਦਿੱਤੀ ਇਹਨੇ, ਇਹ ਤਾਂ ਮੈਂ ਬਹੁਤ ਪਹਿਲਾਂ ਕਹੀ ਉਹ ਆ। ਦੂਜਾ ਉਹਨਾਂ ਨੂੰ ਇਹ ਫਿਕਰ ਪਿਆ ਆ, ਜੇ ਮੈਂ ਆਹ ਗੱਲ ਕੀਤੀ ਇਹ ਤਾਂ ਫਲਾਨਾ ਕਰ ਚੁੱਕਾ ਆ, ਬਾਕੀ ਨੇ ਕਹਿਣਾ ਮਗਰ ਲੱਗ ਗਿਆ। ਬਿਲਕੁਲ। ਉਹ ਭੁੱਲ ਗਏ ਆ ਵੀ ਤੁਸੀਂ ਇਹ ਜਿਹੜੀ ਪੰਥ ਵਾਲੀ ਗੱਡੀ ਆ ਨਾ, ਜਿਹੜੀ ਕੌਮ ਦੀ ਗੱਡੀ ਆ, ਉਹਦੇ ਵਿੱਚ ਇੱਕ ਆਜ਼ਾਦ ਪੁਰਜੇ ਵਾਂਗ ਦੂਜੇ ਨਾਲ ਤਾਲਮੇਲ ਕਰਕੇ ਆਪਣਾ ਫਰਜ਼ ਨਿਭਾ ਸਕਦੇ ਆ ਤਾਂ ਕਿ ਗੱਡੀ ਗਾਹਾਂ ਜਾਵੇ। ਜੇ ਤਾਂ ਡਰਾਈਵਰ ਬਣਨਾ ਚਾਹੁੰਦੇ ਆ ਫਿਰ ਠੀਕ ਆ, ਫਿਰ ਤੁਸੀਂ ਜ਼ਿੰਮੇਵਾਰੀ ਚੱਕੋ। ਕੋਈ ਹੁਣ ਜਿਸ ਤਰੀਕੇ ਨਾਲ ਢੱਡਰੀਆਂ ਵਾਲਿਆਂ ਨੇ ਜਿਹੜਾ 24, 25 ਤੇ 26 ਦਾ ਦੀਵਾਨ ਆ ਨਾ, ਉਹਨੂੰ ਹਾਂਜੀ 3 ਦਿਨਾਂ ਦਾ ਦੀਵਾਨ ਸੁਣਨੇ ਵਾਲਾ ਆ। ਇੱਕ ਉਹਦੇ ਵਿੱਚੋਂ ਕਲਿੱਪ ਆ, ਆਪਾਂ ਬ੍ਰੇਕ ਦੇ ਵਿੱਚ ਸਾਂਝਾ ਕਰਦੇ ਹਾਂ। ਠੀਕ ਹੈ ਜੀ। ਠੀਕ ਹੈ। ਤੇ ਉਹ ਜਾਨੀ ਜੇ ਉਹ ਨਾ ਸਮਝ ਆਈ ਸਾਨੂੰ, ਤੇ ਅਸੀਂ ਜੋ ਬਦਲਣਾ ਚਾਹੁੰਦੇ ਆ ਉਹ ਬਦਲਣ ਵਿੱਚ ਲੇਟ ਹੋ ਜਾਣਾ। ਠੀਕ ਹੈ। ਜਿਹਨੂੰ ਹਿੱਸਾ ਪਾਉਣਾ ਆ ਉਹਦੇ ਬਦਲਣ ਵਿੱਚ, ਉਹਨੂੰ ਆਪਣੇ ਆਪ ਨੂੰ, ਇਹ ਟੀਮ ਆ ਜਿਹੜੀ ਇਹ ਗੱਡੀ ਆ ਪੰਥ ਰੂਪੀ, ਉਹਦੇ ਵਿੱਚ ਇੱਕ ਪੁਰਜੇ ਵਾਂਗ ਕਿਤੇ ਨਾ ਕਿਤੇ ਸਾਬਤ ਕਰਨਾ ਪੈਣਾ ਵੀ ਹਾਂ ਮੈਂ ਉਹ ਚ। ਭਾਵੇਂ ਤੁਸੀਂ ਹੁਣ ਜਿਹੜਾ ਕਾਰ ਦੇ ਬਾਹਰ ਤੁਹਾਡਾ ਵਾਈਪਰ ਚੱਲ ਰਿਹਾ ਆ, ਹਾਂਜੀ, ਉਹਦੀ ਰਬੜ ਆ ਜਿਹੜੀ, ਉਹ ਕਿੰਨੇ ਕੁ ਦੀ ਹੋਊਗੀ? $2-3 ਦੀ ਹੋਊਗੀ। ਠੀਕ ਹੈ। ਗੱਡੀ ਭਾਵੇਂ 1.5 ਲੱਖ ਦੀ ਆ, 2 ਲੱਖ ਦੀ ਆ, 2.5 ਲੱਖ ਦੀ ਆ, ਜੇ ਉਹ $5 ਦੀ ਰਬੜ ਨਾ ਹੋਵੇ ਨਾ ਮੂਹਰੇ, ਹਾਂਜੀ, ਹਨਾ, ਤਾਂ ਤੁਸੀਂ ਦੇਖ ਲਓ ਵੀ ਮੀਂਹ ਦੇ ਵਿੱਚ ਗੱਡੀ ਕਿੱਦਾਂ ਚਲਾਉਂਗੇ, ਬਹੁਤ ਔਖਾ ਹੋਣਾ ਜੀ ਆ। ਠੀਕ ਹੈ। ਇੰਡੀਆ ਦੇ ਵਿੱਚ ਤਾਂ ਹੋਰ ਵੀ ਸਸਤੀ ਹੋਣੀ ਆ ਉਹ। ਠੀਕ ਹੈ। ਹੁਣ ਜੇ ਹੋਰ ਹੋ ਜਵੇ, ਚਲੋ ਹੋਵੇ ਰਬੜ ਉਹਦੇ ਵਿੱਚ, ਪਰ 2-3 ਜਗ੍ਹਾ ਤੋਂ ਫਟੀਓ ਟੁੱਟੀਓ ਹੋਵੇ, ਵਾਈਪ ਨਾ ਕਰੇ ਚੰਗੀ ਤਰ੍ਹਾਂ, ਫਿਰ ਮਤਲਬ ਝਰੀਟਾਂ ਮਾਰ ਦੇਣੀਆਂ ਉਹਨੇ। ਤੁਸੀਂ ਸੋਚਣਾ ਵੀ ਹੈਗੀ ਆ, ਤੁਸੀਂ ਉਹਨੂੰ ਚਲਾਈ ਰੱਖਣਾ। ਉਹ ਥਾਂ ਤੇ ਉਹਦੇ ਜਿਹੜਾ ਸਟੀਲ ਦਾ ਪੀਸ ਆ ਉਹਨੂੰ ਥੱਲੇ ਉਹਦੇ ਨਾਲ ਸ਼ੀਸ਼ੇ ਨਾਲ ਲੱਗਣਾ, ਹਾਂਜੀ, ਕਿੱਦਾਂ ਸਕ੍ਰੈਚ ਪੈਣੇ ਆ। ਠੀਕ ਹੈ। ਹੁਣ ਜਾਨੀ ਭਰਦੇ ਮੀਂਹ ਦੇ ਵਿੱਚ ਤੁਸੀਂ 20 ਸੈਕਿੰਡ ਵੀ ਵਾਈਪਰ ਬੰਦ ਕਰਕੇ ਗੱਡੀ ਚਲਾ ਕੇ ਦੇਖੋ, ਤੁਹਾਨੂੰ ਅਹਿਸਾਸ ਹੋ ਜਾਊ ਕਿ ਹਰ ਚੀਜ਼ ਦੀ ਅਹਿਮੀਅਤ ਕਿੰਨੀ ਹੈ। ਠੀਕ ਹੈ। ਪਰ ਉਹ ਜੇ ਤੁਸੀਂ ਉਹ ਅਹਿਮੀਅਤ ਬਣਾਉਣੀ ਆ, ਤੇ ਤੁਹਾਨੂੰ ਆਪਣੀ ਵੈਲਿਊ ਦੇ ਉੱਤੇ ਧਿਆਨ ਨਾ ਦੇ ਕੇ, ਇਸ ਗੱਲ ਤੇ ਧਿਆਨ ਨਾ ਦੇ ਕੇ ਵੀ ਮੈਨੂੰ ਅਹਿਮੀਅਤ ਕਿੰਨੀ ਦਿੱਤੀ ਜਾ ਰਹੀ ਹੈ, ਮੈਨੂੰ ਪਿੱਛੇ ਸਿੱਟਿਆ ਜਾ ਰਿਹਾ ਹੈ, ਇਹ ਦੇਖਣਾ ਪੈਣਾ ਹੈ ਕਿ ਕੀ ਤੁਸੀਂ ਉਹਦੇ ਵਿੱਚ ਫਿੱਟ ਹੋ ਰਹੇ ਆ। ਹਾਂਜੀ। ਫਿਰ ਭਾਵੇਂ ਤੁਹਾਡੀ ਹੋ ਸਕਦਾ 6 ਮਹੀਨੇ ਮੀਂਹ ਨਾ ਪਵੇ, ਇੱਕ ਬੰਦਾ ਹਰੇਕ ਹਫ਼ਤੇ ਗੱਡੀ ਧੋ ਲੈਂਦਾ, ਉਹਦੇ ਸ਼ੀਸ਼ੇ ਤਾਂ ਗੰਦੇ ਹੀ ਨਹੀਂ ਹੁੰਦੇ, ਹਾਂਜੀ, ਉਸ ਵੇਲੇ ਵਾਈਪਰ ਨਹੀਂ ਚਲਾਉਂਦਾ, ਮੀਂਹ ਪਿਆ ਨਹੀਂ, ਹੋ ਸਕਦਾ 6 ਮਹੀਨੇ ਜ਼ਰੂਰਤ ਨਾ ਪਵੇ, ਪਰ ਤੁਹਾਡਾ ਅਵੇਲੇਬਲ ਹੋਣਾ ਜਿਹੜਾ ਆ ਉਹ ਬੜਾ ਜ਼ਰੂਰੀ। ਜਦੋਂ ਵੀ ਲੋੜ ਪਈ ਤੁਸੀਂ ਕੰਮ ਆ ਸਕੋ, ਤੁਸੀਂ ਫਿੱਟ ਉੱਥੇ ਹੋ ਕੇ ਬੈਠੇ ਆ, ਤੁਹਾਨੂੰ ਇਨਫੀਰੀਟੀ ਕੰਪਲੈਕਸ ਨਹੀਂ ਉੱਥੇ ਬੈਠਿਆਂ ਨੂੰ ਆ ਰਿਹਾ ਵੀ ਮੈਨੂੰ ਪਿੱਛੇ ਸਿੱਟਿਆ ਜਾ ਰਿਹਾ, ਮੈਨੂੰ ਵਰਤਿਆ ਕਿਉਂ ਨਹੀਂ ਜਾ ਰਿਹਾ। ਠੀਕ ਹੈ। ਹੁਣ ਲਾਈਟਾਂ ਆ,
ਬੀਮ ਲਾਈਟਾਂ ਆ, ਫੁੱਲ ਲਾਈਟਾਂ ਆ, ਉਹਦੀ ਆਪਣੀ ਥਾਂ ਆ। ਹਾਂਜੀ। ਹਨਾ, ਜੇ ਹੁਣ ਉਹ ਕਹਿਣਗੀਆਂ ਵੀ ਮੈਂ ਹੁਣ ਦੇਖੋ ਮੋਟਰਵੇ ਤੇ ਗੱਡੀਆਂ ਜਾ ਰਹੀਆਂ ਵੀ ਸਾਰੀਆਂ ਜਗ ਰਹੀਆਂ ਲਾਈਟਾਂ, ਮੇਰੀ ਵਰਤੋਂ ਹੀ ਨਹੀਂ ਕਰਦੇ, ਇਹ ਤਾਂ ਧੱਕਾ ਹੈ ਮੇਰੇ ਨਾਲ, ਹੁਣ ਤੁਸੀਂ ਕਰ ਲਓ ਵਰਤੋਂ, ਫਿਰ ਕੀ ਹੋਊਗਾ? ਮੂਹਰਲੇ ਰੱਖਣੀਆਂ ਗਾਲਾਂ ਕੱਢੂਗਾ। ਬਿਲਕੁਲ। ਹੁਣ ਸਿੱਗੀਆਂ ਤਾਂ ਲੋੜ ਲਈ ਉਹ, ਪਰ ਬੇ ਟਾਈਮ ਤੇ ਜਾ ਕੇ ਕੀ ਕੀਤਾ ਉਹਨੇ? ਫਾਇਦਾ ਕੀਤਾ, ਨੁਕਸਾਨ ਹੋਇਆ ਜੀ, ਨੁਕਸਾਨ ਹੋਇਆ। ਠੀਕ ਹੈ, ਹੁਣ ਇਦਾਂ ਆਪਣੇ ਆਪ ਨੂੰ ਤੁਹਾਨੂੰ ਤਿਆਰ ਕਰਨਾ ਪੈਣਾ ਵੀ ਤੁਸੀਂ ਕਿੱਥੇ ਫਿੱਟ ਹੁੰਦੇ ਆ। ਠੀਕ ਹੈ, ਉਹ ਚੀਜ਼ ਲਈ ਜੇ ਜਿਹੜਾ ਮਸਲਾ ਅਸੀਂ ਜਿਹੜੀ ਗੱਲ ਕਰਦੇ KTV ਵਾਲਿਆਂ ਦੀ, ਮਸਲਾ KTV ਵਾਲਿਆਂ ਦਾ ਨਹੀਂ ਹੈਗਾ, ਮਸਲਾ ਹੈਗਾ ਆ ਜਿਹੜੇ ਸਾਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ, ਜਿਹੜੇ ਇੱਕ ਸਾਰਤਾ ਲਿਆਉਣੀ ਚਾਹੁੰਦੇ ਆ, ਜਿਨ੍ਹਾਂ ਨੇ ਤੈਅ ਕਰ ਲਿਆ ਇਹ ਵੀ ਜਿਨ੍ਹਾਂ ਨੇ ਇਤਿਹਾਸ ਲਿਖ ਕੇ ਉੱਤੇ ਕਬਜ਼ਾ ਕਰ ਲਿਆ। ਹਾਂਜੀ, ਵੀ ਅਸੀਂ ਇਤਿਹਾਸ ਬਣਾਇਆ ਗੁਰੂ ਗੋਬਿੰਦ ਸਿੰਘ ਨੇ, ਅਸੀਂ ਗੁਰੂ ਗੋਬਿੰਦ ਸਿੰਘ ਤੋਂ ਚੱਲੇ ਹਾਂ। ਠੀਕ ਹੈ, ਵੀ ਹੋਈ ਏਦਾਂ ਆ, ਅਸੀਂ ਕਿਉਂਕਿ ਅਸੀਂ ਆਏ ਆ ਪਿੱਛੇ, ਅਸੀਂ ਦੱਸ ਦਿੱਤਾ ਤੁਹਾਨੂੰ ਏਦਾਂ ਹੋਈ ਆ। ਹੁਣ ਜੇ ਇਹ ਚ ਕੋਈ ਬਦਲਾਅ ਕਰਨਾ, ਇਹਦੀ ਤੇ ਵਿਚਾਰ ਕਰਨੀ, ਤਾਂ ਅਸੀਂ ਕਰਾਂਗੇ, ਅਸੀਂ ਅਥਾਰਟੀ ਆ ਆਪਣੇ ਆਪ ਨੂੰ। ਨਹੀਂ ਤਾਂ ਤੁਸੀਂ ਸਾਰੇ, ਉਹ ਕਹਿੰਦੇ ਸਾਰੇ ਸਿੰਘ ਆ ਤੁਸੀਂ, ਸਾਰੇ ਕੌਰੇ ਆ ਤੁਸੀਂ, ਠੀਕ ਹੈ ਨਾ, ਫਿਰ ਇੱਕੋ ਜਿਹਾ ਰਹੋ। ਜਿੱਦਾਂ ਅਸੀਂ ਕਹਿ ਦਿੱਤਾ, ਉਹ ਤਾਂ ਵੱਖਰਾ ਕਿਉਂ ਸੋਚਦੇ ਤੁਸੀਂ? ਬਿਲਕੁਲ ਠੀਕ ਹੈ, ਏਕਤਾ ਹੋਣੀ ਹੋਰ ਗੱਲ ਆ। ਗੱਡੀ ਦੇ ਸਾਰੇ ਪੁਰਜਿਆਂ ਵਿੱਚ ਏਕਤਾ ਆ। ਸਰੀਰ ਦੇ ਵਿੱਚ ਜਿੰਨੇ ਤੁਹਾਡੇ ਅੰਗ ਆ, ਉਹਨਾਂ ਦੇ ਵਿੱਚ ਏਕਤਾ ਆ। ਠੀਕ ਹੈ, ਜਿੰਨੇ ਤੱਤ ਆ ਬੋਡੀ ਨੂੰ ਚਲਾਉਣ ਲਈ, ਜਿੰਨੇ ਖਣਿਜ ਆ ਬੋਡੀ ਨੂੰ ਚਲਾਉਣ ਲਈ, ਜਿੰਨੇ ਕੈਮੀਕਲ ਆ ਬੋਡੀ ਨੂੰ ਚਲਾਉਣ ਲਈ, ਸਾਰਿਆਂ ਦੇ ਵਿੱਚ ਏਕਤਾ ਆ। ਠੀਕ ਹੈ, ਪਰ ਇੱਕ ਸਾਰਤਾ ਨਹੀਂ ਹੈਗੀ। ਉੱਥੇ ਆਪਾਂ ਵਿਰੋਧੀ ਤੱਤ ਵੀ ਬੈਠੇ ਆ ਜੀ। ਬੋਡੀ ਦੇ ਵਿੱਚ ਇਦਾਂ ਦੇ ਕੈਮੀਕਲ ਵੀ ਆ ਜਿਹੜੇ ਨਾਰਮਲ ਹਾਲਤਾਂ ਵਿੱਚ ਜੇ ਤੁਸੀਂ ਇਕੱਠੇ ਕਰਦੇ ਹੋ ਉਹਨਾਂ ਨੂੰ ਤੇ ਰਿਐਕਟ ਕਰ ਜਾਂਦੇ, ਬਲਾਸਟ ਹੋ ਜਾਊਗਾ, ਪਰ ਅੰਦਰ ਬੈਠੇ ਆ ਉਹ ਜਿਹੜੀ ਏਕਤਾ ਹੈ ਉਹਨਾਂ ਦੀ ਸਾਰੀ ਦੀ ਸਾਰੀ ਸਪੇਸਿੰਗ ਦੇ ਉੱਤੇ ਡਿਪੈਂਡ ਕਰਦੀ ਹੈ ਜੀ। ਆਪਸ ਵਿੱਚ ਹੀ ਸਪੇਸਿੰਗ ਕਿੰਨੀ ਹੈ ਉਹਨਾਂ ਦੀ। ਠੀਕ ਹੈ, ਉੱਥੇ ਇੱਕੋ ਜਿਹੇ ਨਹੀਂ ਬਣਾਏ ਜਾ ਰਹੇ, ਜੇ ਸਾਰੇ ਇੱਕੋ ਜਿਹਾ ਹੀ ਹੋਣ ਇਦਾਂ। ਠੀਕ ਹੈ, ਹੁਣ ਜਿਹੜੇ ਕੋਈ ਕੈਲਸ਼ੀਅਮ ਆ, ਕੋਈ ਆਇਰਨ ਆ, ਜੋ ਵੀ ਇੱਕ ਦੂਜੇ ਨਾਲ ਰਿਐਕਟ ਕਰਦਾ ਆ, ਉਹਨੂੰ ਇਦਾਂ ਥੋੜਾ ਕੀਤਾ ਜਾ ਰਿਹਾ ਵੀ ਇਹਦਾ ਰਿਐਕਟ ਕਰਨ ਵਾਲਾ ਤੱਤ ਮਾਰ ਦਿੱਤਾ ਜਾਵੇ। ਜੇ ਆਇਰਨ ਮੰਨ ਲਓ ਕੈਲਸ਼ੀਅਮ ਨਾਲ ਰਿਐਕਟ ਕਰਦਾ, ਉਹ ਕਹਿਣ ਪਏ ਆਇਰਨ ਵਿੱਚ ਜਿਹੜੀ ਆਹ ਚੀਜ਼ ਆ ਨਾ, ਇਹ ਰਿਐਕਟ ਕਰਦੀ ਆ, ਇਹਨੂੰ ਕੱਢ ਦੇਈਏ ਵਿੱਚੋਂ। ਠੀਕ ਹੈ, ਤਾਂ ਕਿ ਰਿਐਕਟ ਨਾ ਹੋਵੇ, ਫਿਰ ਆਇਰਨ ਰਹਿ ਜਾਊਗਾ, ਬੋਡੀ ਦੇ ਕੰਮ ਆਊਗਾ ਨਹੀਂ, ਕਿਸੇ ਕੰਮ ਦਾ ਨਹੀਂ ਰਹਿਣਾ ਫਿਰ। ਠੀਕ ਹੈ ਨਾ, ਪਰ ਜਦੋਂ ਬਲੱਡ ਟੈਸਟ ਹੋਣਾ, ਉਹ ਨਹੀਂ ਕਹਿਣਾ ਭਾਈ ਆ ਘਾਟ ਆ ਤੁਹਾਡੇ ਚ, ਤੁਸੀਂ ਕੱਢ ਕੇ ਪਾਇਆ ਸੀ। ਫਿਰ ਹੁਣ ਏਕਤਾ ਹੋਣੀ ਜ਼ਰੂਰੀ ਆ, ਪਰ ਉਹਦੇ ਚ ਇੱਕ ਸਾਰਤਾ ਲਿਆਉਣ ਦੀ ਕੋਸ਼ਿਸ਼ ਨਾ ਕਰੀਏ। ਠੀਕ ਹੈ ਜੀ, ਇਕੱਠੇ ਹੋ ਜਾਣ, ਉਹ ਇਕੱਠੇ ਹੋ ਜਾਣ ਆਪੋ ਆਪਣੇ ਅਨੁਪਾਤ ਦੇ ਵਿੱਚ। ਠੀਕ ਹੈ, ਗੱਡੀ ਦੇ ਸਾਰੇ ਪੁਰਜੇ ਇਕੱਠੇ ਚੱਲਦੇ ਆ। ਹਾਂਜੀ, ਇੱਕ ਪਾਸੇ ਜਦੋਂ ਗੱਡੀ ਜਾ ਰਹੀ ਆ, ਹਨਾ, ਹੁਣ ਬੰਦੇ ਨੇ 80 ਕਿਲੋਮੀਟਰ ਦੀ ਸਪੀਡ ਤੇ ਜਾਣਾ। ਹਾਂਜੀ, ਠੀਕ ਹੈ ਨਾ, ਉਹਦੇ ਤੇ ਜਿਹੜੀ ਰੇਸ ਆ ਉਹ ਜਿੱਦ ਥੋੜੋ ਕਰਦੀ ਆ ਵੀ ਮੈਂ ਤਾਂ 180 ਤੱਕ ਜਾ ਸਕਦੀ ਹਾਂ। ਹਨਾ, ਬੰਦਾ ਪੈਰ ਰੱਖੇ ਮਾੜਾ ਜਿਹਾ ਤੇ ਉਹ ਇੱਕਦਮ ਸੂਈ 80 ਤੇ ਰਹੇ। ਠੀਕ ਹੈ, ਮਤਲਬ ਗੱਡੀ ਹੁਣ ਰੇਸ ਜਿੱਦ ਕਰੇ ਵੀ ਠੀਕ ਹੈ, ਸੂਈ ਤਾਂ ਤੇਰੇ ਫੁੱਟ ਦੇ ਕੰਟਰੋਲ ਵਿੱਚ ਆ, ਜਿੰਨਾ ਪੈਰ ਦੱਬੇਗਾ ਉਨੀ ਸੂਈ ਗਾਹਾਂ ਜਾ ਰਹੀ ਆ, ਪਰ ਮੈਂ ਤਾਂ ਹੱਦ ਹੋ ਗਈ, ਮੇਰਾ ਹੋਣਾ ਕੀ ਆ, ਫਿਰ ਦੁਨੀਆ ਨੂੰ ਪਤਾ ਕਿੱਦਾਂ ਲੱਗੂ? ਤੇ ਗੱਡੀ ਤੇਜ਼ ਜਾਂਦੀ ਹੋਵੇ, ਪਰ ਹੁਣ ਜਦੋਂ ਪੁਲਿਸ ਨੇ ਕੈਮਰਾ ਲਾਉਣਾ, ਉਹ ਸੂਈ ਦੇਖ ਕੇ ਥੋੜਾ ਟਿਕਟ ਦੇਣੀ ਆ। ਉਹਨਾਂ ਕੋਲ ਤਾਂ ਆਪਣਾ ਜੰਤਰ ਆ ਉਹਨੂੰ ਮਿਲਣੇ ਲਈ, ਉਹਨੇ ਉਹਦੇ ਨਾਲ ਮਿਲ ਲੈਣਾ ਤੁਹਾਨੂੰ। ਫਿਰ ਰੇਸ ਜਿਹੜੀ ਗੱਡੀ ਦਾ ਫਾਇਦਾ ਕਰਨ ਲਈ ਬੈਠੀ ਸੀ, ਜਿਹੜੀ ਟੱਬਰ ਦੇ 5 ਜੀਆਂ ਨੂੰ ਲੈ ਕੇ ਕਿਤੇ ਜਾਣ ਚ ਸਹਾਈ ਹੋਣਾ ਸੀ, ਜਿਹਨੇ ਉਹ ਨੁਕਸਾਨਦੇਹ ਹੋ ਜਾਣੀ, ਟਿਕਟ ਦਵਾਉਗੀ ਉਹੀ ਰੇਸ। ਠੀਕ ਹੈ, ਹੁਣ ਉਹਦੇ ਚ ਤੁਹਾਨੂੰ ਫਿੱਟ ਹੋਣਾ ਪੈਣਾ। ਉਹ ਸਾਰੇ ਪੁਰਜੇ ਜਿਹੜੇ ਆ ਇੱਕ ਦੂਜੇ ਦੇ ਸੰਪਰਕ ਦੇ ਵਿੱਚ, ਇੱਕ ਦੂਜੇ ਦੇ ਤਾਲਮੇਲ ਦੇ ਵਿੱਚ, ਜਿੰਨਾ ਅਨੁਪਾਤ ਚਾਹੀਦਾ, ਜਿੰਨੀ ਜ਼ਰੂਰਤ ਆ, ਉਨਾ ਕੰਮ ਕਰ ਰਿਹਾ। ਜਿੱਥੇ ਜਿਹਦੀ ਲੋੜ ਆ ਉਹੀ ਕੰਮ ਕਰ ਰਿਹਾ ਜੀ। ਹਰ ਵੇਲੇ ਪੁਰਜਾ ਤਿਆਰ ਆ ਬੈਠਾ। ਠੀਕ ਹੈ, ਜੇ ਲੋੜ ਹੈ, ਜਿੱਥੇ ਬ੍ਰੇਕ ਦੀ ਲੋੜ ਆ ਉੱਥੇ ਉਹ ਜਿੱਦ ਨਹੀਂ ਕਰ ਰਹੀ। ਜੇ ਬ੍ਰੇਕ ਇਦਾਂ, ਤੁਸੀਂ ਉਸੇ ਵੇਲੇ ਮਕੈਨਿਕ ਦੇ ਗੱਡੀ ਲਿਜਾਣੀ ਪੈਣੀ ਆ। ਹੁਣ ਲਾਈਟਾਂ ਤੇ ਗਏ ਆ, ਲਾਉਣ ਲੱਗੇ ਬ੍ਰੇਕ ਅੜ ਗਈ ਇਦਾਂ, ਹਾਂਜੀ, 2-3 ਵਾਰੀ ਪੰਪ ਮਾਰਿਆ, ਲੱਗੀ ਨਹੀਂ ਬ੍ਰੇਕ ਜਾਣੀ, ਤੁਹਾਨੂੰ ਉੱਥੇ ਗੱਡੀ ਰੋਕ ਲੈਣੀ ਪੈਣੀ ਆ ਸਾਈਡ ਤੇ। ਕਈ ਵਾਰ ਤਾਂ ਟੋ ਕਰਾਉਣੀ ਪੈਂਦੀ ਆ ਕਿ ਹੁਣ ਤਾਂ ਹੋ ਗਿਆ, ਮੈਂ ਗਾਹਾਂ ਰਿਸਕ ਨਹੀਂ ਲੈ ਸਕਦਾ। ਰੁਕੀ, ਹਾਂ, ਠੀਕ ਹੈ, ਬਸ ਸਾਡਾ ਉਹ ਹਾਲ ਹੋਇਆ। ਅਸੀਂ ਜਿਹਨੂੰ ਕੌਮ ਕਹਿੰਦੇ, ਪੰਥ ਕਹਿੰਦੇ ਆ, ਉਹਦੇ ਵਿੱਚ ਹੁਣ ਜਿਹੜੀ ਮੈਂ ਗੱਲ ਕਰਦਾ ਸੀ ਵੀ ਸਮੱਸਿਆ ਇਹ ਆ, ਉਹ ਬੰਦਿਆਂ ਨੇ
ਆਪਣੇ ਆਪ ਨੂੰ ਸੁਪਰੀਮ ਬਣਾ ਕੇ ਦਾਅਵਾ ਕਰ ਦਿੱਤਾ ਸਾਰਿਆਂ ਦੇ ਉੱਤੇ ਵੀ ਅਸੀਂ ਕਿਉਂਕਿ ਗੁਰੂ ਗੋਬਿੰਦ ਸਿੰਘ ਤੋਂ ਚੱਲੇ ਹਾਂ। ਹਾਂਜੀ, ਇਹ ਕੁਝ ਸਾਰਾ ਗੁਰੂ ਗੋਬਿੰਦ ਸਿੰਘ ਨੇ ਕੀਤਾ ਆ, ਹੁਣ ਅਸੀਂ ਦੱਸਾਂਗੇ ਕਿੱਦਾਂ ਕਰਨੀ ਆ। ਤੁਸੀਂ ਸਾਰੇ ਇੱਕੋ ਜਿਹੇ ਰਹੋ ਸਾਡੇ ਮੂਹਰੇ, ਅਸੀਂ ਦੱਸਾਂਗੇ ਵੀ ਕਿਹਨੇ ਸਵਾਲ ਕਰਨਾ, ਕਿਹਦਾ ਸਵਾਲ ਸੁਣਨਾ, ਕਿਹਦਾ ਨਹੀਂ ਸੁਣਨਾ। ਠੀਕ ਹੈ, ਹੁਣ ਜਿਹੜੇ ਸਾਡਾ ਕਿੰਤੂ ਆ, ਜਿਹੜੇ ਸਾਡੇ ਸਵਾਲ ਆ, ਉਹ ਉਹਨਾਂ ਦੀ ਇਸ ਮਨੌਤ ਦੇ ਉੱਤੇ ਆ ਵੀ ਇਹ ਸਾਰਾ ਕੁਝ ਗੁਰੂ ਗੋਬਿੰਦ ਸਿੰਘ ਨੇ ਕੀਤਾ ਤੇ ਤੁਸੀਂ ਗੁਰੂ ਗੋਬਿੰਦ ਸਿੰਘ ਤੋਂ ਚੱਲੇ ਹੋ। ਅਸੀਂ ਉਹ ਨਹੀਂ, ਉਹ ਮੰਨਦੇ ਆ, ਅਸੀਂ ਨਹੀਂ ਮੰਨਦੇ। ਠੀਕ ਹੈ ਜੀ। ਹਾਂਜੀ, ਠੀਕ ਹੈ। ਇੱਕ ਤਾਂ ਅਸੀਂ ਇਹ ਨਹੀਂ ਮੰਨਦੇ ਵੀ ਇਹ ਕੁਝ ਗੁਰੂ ਗੋਬਿੰਦ ਸਿੰਘ ਨੇ ਕੀਤਾ ਆ। ਉਹ ਕਹਿੰਦੇ 10 ਗ੍ਰੰਥੋਂ ਨੇ ਲਿਖਿਆ ਆ, ਅਸੀਂ ਕਹਿੰਦੇ ਨਹੀਂ ਲਿਖਿਆ। ਹਾਂਜੀ, ਉਹ ਕਹਿੰਦੇ ਅੰਮ੍ਰਿਤ ਸੰਚਾਰ ਕਰਾਇਆ, ਅਸੀਂ ਕਹਿੰਦੇ ਉਹਦੇ ਬਾਰੇ ਗੱਲ ਕਰੋ, ਸਾਡੇ ਨਾਲ ਦੱਸੋ ਤਾਂ ਸਹੀ। ਜਿਹੜੇ ਸਬੂਤ ਆ ਤੁਹਾਡੇ, ਸੰਤੋਖ ਸਿੰਘ ਦਾ ਕਹੀ ਜਾਂਦਾ ਦੇਵੀ ਪ੍ਰਗਟ ਹੋਈ ਆ, ਦੇਵੀ ਨੇ ਕਰ ਦਿੱਤੀ, ਛੁਰੀ ਦਿੱਤੀ ਆ। ਦੇਵੀ ਨੇ ਕਿਹਾ ਵੀ ਜੇ ਤੂੰ ਸਿੱਖਾਂ ਨੂੰ ਅਮਰ ਕਰਨਾ ਚਾਹਣਾ ਤੇ ਤੂੰ ਇਹਦੇ ਨਾਲ ਤਿਆਰ ਕਰਕੇ ਤਾਂ ਇਦਾਂ ਦਾ ਅੰਮ੍ਰਿਤ ਤਿਆਰ ਕਰਕੇ ਕਰ। ਤ੍ਰਿਆ ਚਰਿੱਤਰ ਪੜਨ ਲੱਗੇ ਤਾਂ ਉਹ ਦੇਵੀ ਦੀ ਉਸਤਤ ਕਰਦੇ ਆ। ਅਕਾਲ ਜਾਪ ਸਾਹਿਬ ਤੋਂ ਪਹਿਲਾਂ ਸਾਰੇ 10ਵੇਂ ਗ੍ਰੰਥ ਵਿੱਚ ਉਸਤਤ ਹੀ ਦੇਵੀ ਦੀ ਕੀਤੀ ਜਾ ਰਹੀ ਹੈ। ਠੀਕ ਹੈ, ਤੇ ਉਹਨੂੰ ਸਾਡੇ ਸਿਰ ਮੜਿਆ ਜਾ ਰਿਹਾ ਆ। ਹੁਣ ਇਹਨਾਂ ਦਾ 10ਵੇਂ ਪਾਤਸ਼ਾਹ ਤੋਂ ਸ਼ੁਰੂ ਹੋਣਾ ਜਾਂ ਸੀਨੇ ਬਸੀਨੇ ਲੈ ਕੇ ਆਉਣਾ ਕੋਈ ਗਰੰਟੀ ਨਹੀਂ ਦੇ ਰਿਹਾ। ਹਾਂਜੀ, ਠੀਕ ਹੈ, ਜਿਸ ਕਰਕੇ ਸਾਡੇ ਸਵਾਲ ਇਹਨਾਂ ਦੇ ਉੱਤੇ ਆ। ਹੁਣ ਉਹ ਜਿਹੜੇ ਬੰਦੇ ਰੌਲਾ ਪਾਉਣ ਲੱਗੇ ਆ, ਉਹ ਆਪਣੀ ਡਿੱਗਦੀ ਹੋਈ ਸ਼ਾਖ ਨੂੰ ਬਚਾਉਣ ਦੇ ਲਈ ਹਰ ਹੀਲਾ ਵਰਤਣਾ ਚਾਹੁੰਦੇ ਆ। ਬਿਲਕੁਲ, ਇਹਦੇ ਵਿੱਚ ਸਰੋਤਿਆਂ ਨੂੰ ਦੱਸ ਦਿੰਦੇ ਆ, ਕੋਈ ਸ਼ੱਕ ਨਹੀਂ ਹੋਣੀ ਚਾਹੀਦੀ, ਹੁਣ ਦੀ ਗੱਲ ਨਹੀਂ ਹੈਗੀ। ਇਹ ਨਸਲ ਆ ਨਾ ਜਿਹੜੀ, ਜਦੋਂ ਗੁਰੂ ਸਾਹਿਬ ਨੇ ਕੁਝ ਵੀ ਕੀਤਾ ਆ, ਜਾਣੀ ਇੱਕਦਮ ਇਹ ਸਾਰੇ ਅੱਜ ਵੀ ਸ਼੍ਰੀ ਚੰਦ ਨੂੰ ਸਹੀ ਕਹਿ ਰਹੇ ਆ। ਹਾਂਜੀ, ਹਨਾ। ਹੁਣ ਤੁਸੀਂ ਸੋਚ ਕੇ ਦੇਖੋ ਵੀ ਜਿਹੜੇ ਇਹਨਾਂ ਦੇ ਵੱਡੇ ਵਡੇਰੇ ਸੀ, ਜਿੱਥੋਂ ਇਹ ਚੱਲੇ ਹੋ ਆ, ਜਦੋਂ ਸ਼੍ਰੀ ਚੰਦ ਦਾ ਗੁਰੂ ਨਾਨਕ ਦੇਵ ਜੀ ਨਾਲ ਰੌਲਾ ਪਿਆ ਹੋਊਗਾ, ਇਹ ਕਿਹੜੇ ਪਾਸੇ ਖੜੇ ਹੋਣਗੇ? ਪੱਕਾ ਸ਼੍ਰੀ ਚੰਦ ਨਾਲ ਖੜੇ ਹੋਣਗੇ। ਠੀਕ ਹੈ, ਜਿਨ੍ਹਾਂ ਨੇ ਕਰਤਾਰਪੁਰ, ਜਿਹੜੇ ਕਹਿੰਦੇ ਨਾ ਵੀ ਅਸੀਂ ਉਦੋਂ ਤੋਂ ਧੁਰੋਂ ਚੱਲੇ ਹੋ, ਅਸੀਂ 10ਵੇਂ ਪਾਤਸ਼ਾਹ, ਮੈਂ ਅੱਗੇ ਵੀ ਗੱਲ ਕੀਤੀ ਸੀ ਵੀ ਇਹ ਨਾ ਕਿਹਾ ਕਰਨ ਵੀ ਟਕਸਾਲ 10ਵੇਂ ਪਾਤਸ਼ਾਹ ਤੋਂ ਚੱਲੀ ਆ। ਜੇ ਇਹ ਕਹਿਣ ਵੀ ਗੁਰੂ ਨਾਨਕ ਦੇਵ ਜੀ ਤੋਂ ਵੀ ਪਹਿਲਾਂ ਦੇ ਨਾ ਅਸੀਂ, ਤੇ ਕੋਈ ਝੂਠ ਨਹੀਂ, ਅਸੀਂ ਤਾਂ ਮੰਨਣ ਨੂੰ ਤਿਆਰ ਹਾਂ। ਠੀਕ ਹੈ ਜੀ। ਠੀਕ ਹੈ, ਦਾਸੂ ਦੀ ਵਕਾਲਤ ਤੁਸੀਂ ਕਰਦੇ ਆ, ਮੋਹਰੀ ਦੀ ਤੁਸੀਂ ਕਰਦੇ ਆ, ਹਨਾ। ਜਿੱਥੇ ਤੁਹਾਡਾ ਜੀ ਕੀਤਾ ਆਪਣੀ ਜਿਹੜੀ, ਹੁਣ ਦੇਖੋ ਇੱਕ ਪਾਸੇ ਸ਼੍ਰੀ ਚੰਦ ਜਿਹਦੇ ਬਾਰੇ ਗੁਰਬਾਣੀ ਨੇ ਵੀ ਗਵਾਹੀ ਦੇ ਦਿੱਤੀ ਆ, ਉਹਦੇ ਬਾਰੇ ਕਹੀ ਜਾਂਦੇ ਆ ਵੀ ਨਹੀਂ ਜੀ ਨਹੀਂ, ਉਹਦੀ ਗਲਤੀ ਨਹੀਂ ਸੀ ਕੋਈ ਵੀ, ਉਹ ਤਾਂ ਗੁਰੂ ਪੁੱਤਰ ਸੀ। ਚੌਥੇ ਪਾਤਸ਼ਾਹ ਦੇ ਨਾਲ ਉਹਦੀ ਗੱਲ 6ਵੇਂ ਪਾਤਸ਼ਾਹ ਨਾਲ ਗੱਲ ਹੋਈ ਆ। ਠੀਕ ਹੈ, ਰਾਮ ਰਾਏ ਬਾਰੇ ਕੋਈ ਪੁਖਤਾ ਸਬੂਤ ਨਹੀਂ ਮਿਲ ਰਿਹਾ, ਉਹਦੇ ਬਾਰੇ ਕਹੀ ਜਾਂਦੇ ਨਹੀਂ ਜੀ ਗੁਰੂ ਸਾਹਿਬ ਨੇ ਪੰਥ ਚੋਂ ਛੇਕ ਦਿੱਤਾ, ਮੇਰੇ ਮੱਥੇ ਨਾਲ ਲੱਗੀ। ਠੀਕ ਹੈ, ਠੀਕ ਹੈ, ਜਦ ਕਿ ਉਹ ਚਾਹੇ ਗੁਰੂ ਹਰਕ੍ਰਿਸ਼ਨ ਨੂੰ ਗੱਦੀ ਦੇਣ ਦੀ ਗੱਲ ਆ, ਚਾਹੇ ਗੁਰੂ ਤੇਗ ਬਹਾਦਰ ਜੀ ਨੂੰ ਉਸ ਵੇਲੇ 6ਵੇਂ ਪਾਤਸ਼ਾਹ ਦੇ ਟਾਈਮ ਗੱਦੀ ਨਾ ਮਿਲਣ ਦੀ ਗੱਲ ਆ, ਚਾਹੇ 6ਵੇਂ ਪਾਤਸ਼ਾਹ ਤੋਂ ਬਾਅਦ ਹਰ ਰਾਏ ਸਾਹਿਬ ਨੂੰ ਗੱਦੀ ਦੇਣ ਦੀ ਗੱਲ ਆ, ਚਾਹੇ ਰਾਮ ਰਾਏ ਦੇ ਔਰੰਗਜ਼ੇਬ ਕੋ ਜਾਣ ਦੀ ਗੱਲ ਆ, ਇਹ ਸਾਰੀਆਂ ਗੱਲਾਂ ਸਾਰੇ ਨੁਕਤੇ ਇਤਿਹਾਸ ਦੇ ਸ਼ੱਕ ਦੇ ਘੇਰੇ ਵਿੱਚ ਆ। ਇੱਕ ਭੇਦ ਆ ਵੀ ਹੋਇਆ ਕੀ ਆ, ਉਹਦੇ ਬਾਰੇ ਅੰਦਾਜ਼ੇ ਆ ਸਾਰਿਆਂ ਦੇ। ਠੀਕ ਹੈ, ਜੇ ਤੁਸੀਂ, ਕਿਉਂਕਿ ਇਹਨਾਂ ਦੇ ਕੋਲ ਕੋਈ ਇਦਾਂ ਦਾ ਸਬੂਤ ਨਹੀਂ, ਇਦਾਂ ਦੀ ਦਲੀਲ ਨਹੀਂ ਹੈਗੀ ਜਿਹਨੂੰ ਪੜ੍ਹ ਕੇ ਸੁਣ ਕੇ ਤੁਸੀਂ ਮੰਨ ਜਾਓ ਵੀ ਹਾਂ ਇਦਾਂ ਹੋਈ ਹੋਊਗੀ, ਕੁਛ ਨਹੀਂ ਇਹਨਾਂ ਦੇ ਕੋਲ ਹੈਗਾ। ਇਹ ਇੱਕੋ ਹੀ ਬਹਾਨਾ ਕਰਦੇ ਆ ਵੀ ਚੋਣ ਦੇ ਵਿੱਚ ਹਰ ਰਾਏ ਸਭ ਪੂਰੇ ਉਤਰੇ ਆ। ਹਾਂਜੀ, ਠੀਕ ਹੈ, ਤੇ ਗੁਰੂ ਤੇਗ ਬਹਾਦਰ ਉਦੋਂ ਭੋਰੇ ਵਿੱਚ ਲਗਾਇਆ ਭਗਤੀ ਕਰਨ। ਠੀਕ ਹੈ, ਹੁਣ 5ਵੇਂ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਆ। ਹਾਂਜੀ, 6ਵੇਂ ਪਾਤਸ਼ਾਹ ਇਹਨਾਂ ਦਾ ਇਤਿਹਾਸ ਜਿਹੜਾ ਜੋ ਕਹਿ ਰਿਹਾ, ਹਾਲਾਂਕਿ ਅਸੀਂ ਤਾਂ ਮੰਨਦੇ ਹਾਂ ਵੀ ਉਹ ਜਿਹੜੇ ਹਥਿਆਰ ਚੱਕੇ ਆ, ਉਹਦੀ ਟ੍ਰੇਨਿੰਗ 5ਵੇਂ ਪਾਤਸ਼ਾਹ ਨੂੰ ਖੁਦ ਸੀ, ਉਹਨਾਂ ਦੀ ਤਿਆਰੀ ਸੀ ਆਪਣੀ। ਠੀਕ ਹੈ, ਉਹ ਪਤਾ ਨਹੀਂ ਸਟ੍ਰੈਟਜੀ ਉਹਨਾਂ ਦੀ ਕੁਝ ਵੀ ਹੋ ਸਕਦੀ ਹੈ, ਜਾਨੀ ਆਪ ਹਥਿਆਰ, ਇਹ ਨਹੀਂ ਹੋਇਆ ਵੀ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਇਹ ਫੈਸਲਾ ਬੁੱਢਾ ਜੀ ਕਰ ਰਹੇ ਆ ਵੀ ਹੁਣ ਨਹੀਂ, ਇਦਾਂ ਜਾਂ 11 ਸਾਲ ਦੇ ਬੱਚੇ ਨੇ ਕਿਹਾ ਵੀ ਹੁਣ ਨਹੀਂ, ਇਦਾਂ। ਉਹ ਤਾਂ ਸਿੱਧਾ ਹਕੂਮਤ ਨੂੰ ਚੈਲੰਜ ਕਰਕੇ, ਜੇ 6ਵੇਂ ਪਾਤਸ਼ਾਹ ਤੋਂ ਇਹਨਾਂ ਨੇ ਫੈਸਲਾ ਕਰਾਉਣਾ ਆ ਵੀ 6ਵੇਂ ਪਾਤਸ਼ਾਹ ਜਹਾਂਗੀਰ ਨੂੰ ਮਿਲ ਕਿਉਂ ਰਹੇ ਆ। ਆਹੋ, ਸਵਾਲ ਹੈ। ਫੇਰ ਤਾਂ ਕਹਾਣੀ ਤਾਂ ਖਤਮ ਸੀ। ਉਹਨੇ ਜਦੋਂ ਇਹ ਕਹਿ ਦਿੱਤਾ ਵੀ ਹੁਣ ਨਹੀਂ, ਠੀਕ ਹੈ ਨਾ, ਵੀ ਸ਼ਾਂਤਮਈ ਚੱਲਦਿਆਂ ਤੇ ਨਹੀਂ ਮੇਰੇ ਬਾਪ ਨੂੰ ਸ਼ਹੀਦ ਕਰ ਦਿੱਤਾ, ਹੁਣ ਹਥਿਆਰ ਲੈ ਕੇ ਆਓ, ਫਿਰ ਜਹਾਂਗੀਰ ਨੂੰ ਮਿਲੇ ਕਿਉਂ? ਫਿਰ ਤਾਂ ਲੜਾਈ ਹੋਣੀ ਚਾਹੀਦੀ ਸੀ। ਬਹੁਤ ਵੱਡਾ ਸਵਾਲ ਹੈ ਜੀ। ਠੀਕ ਹੈ, ਹੁਣ ਉਹ ਤਿਆਰੀ ਪਹਿਲਾਂ ਹੀ ਸੀ, ਜਿਹੜੀ ਸਟ੍ਰੈਟਜੀ ਦੇ ਨਾਲ 5ਵੇਂ ਪਾਤਸ਼ਾਹ ਆਪ ਜੋ ਕੁਝ ਹੋਇਆ, ਕਿਉਂਕਿ ਉਦੋਂ ਲੋਕਾਂ ਦੇ ਮਨਾਂ 'ਚ ਸਭ ਤੋਂ ਵੱਡਾ ਡਰ ਜਿਹੜਾ ਮੌਤ ਦਾ ਡਰ ਸੀ ਜੀ, ਉਹ ਤੋਂ ਮੁਕਤ ਕਰਾਉਣ ਲਈ ਕੋਈ ਨਾ ਕੋਈ ਸਟੈਪ ਇਦਾਂ ਦਾ ਲੈਣਾ ਹੀ ਪੈਣਾ ਸੀ।
ਠੀਕ ਹੈ, ਜਿਹਦੇ ਨਾਲ ਜਿੱਦਾਂ ਮਜਲੂਮ ਦੇ ਨਾਲ, ਨਿਹੱਥੇ ਦੇ ਨਾਲ ਆਮ ਬੰਦਾ ਜਿਹੜਾ ਉਹ ਇਦਾਂ ਹੀ ਆ ਜਿੱਦਾਂ ਪੰਜਵੇਂ ਪਾਤਸ਼ਾਹ ਤਵੀ ਤੇ ਬਹਿਣ ਵੇਲੇ ਜਾ ਰਹੇ, ਆਮ ਬੰਦਾ ਇਦਾਂ ਆ। ਠੀਕ ਹੈ, ਤੁਸੀਂ ਇਮੇਜਿਨ ਕਰਕੇ ਦੇਖੋ ਵੀ ਜਦੋਂ ਉਹ ਸੱਦ ਰਹੇ ਆ ਉਦੋਂ ਪੰਜਵੇਂ ਪਾਤਸ਼ਾਹ ਨੇ 20-30 ਹਜ਼ਾਰ ਦੀ ਫੌਜ ਤਿਆਰ ਕਰ ਲਈ ਹੁੰਦੀ, ਤੇ ਉਹ ਜਹਾਂਗੀਰ ਕਹਿੰਦਾ ਗੱਲ ਕਰਨੀ ਨੂੰ, ਹਾਂਜੀ ਠੀਕ ਹੈ, ਉਹ ਲਾਉਂਦਾ ਤੁਹਮਤ, ਤੇ ਉਸ ਵੇਲੇ ਉਹ ਮੋਹਰਿਓਂ ਕਹਿੰਦੇ ਆ ਜਾ ਲੜ ਲਾ, ਕਰ ਲਾ। ਕਿ ਆਮ ਬੰਦਾ ਮੋਟੀਵੇਟ ਹੋ ਜਾਂਦਾ ਕਦੇ? ਹੁਣ ਉਹਦੇ ਮੋਟੀਵੇਸ਼ਨ ਵਿੱਚ, ਆਮ ਬੰਦੇ ਦੇ ਮੋਟੀਵੇਟ ਹੋਣ ਵਿੱਚ ਜਿਹੜਾ ਨਾ ਰਾਜ ਆ ਛੁਪਿਆ, ਜਿਹੜੀ ਤਾਕਤ ਆ, ਉਹ ਉਹਦੇ ਮਰਨ ਦੇ ਡਰ ਤੋਂ ਮੁਕਤ ਹੋਣ ਵਿੱਚ ਆ, ਬਿਲਕੁਲ, ਨਾ ਕਿ ਉਹਦੇ ਲੜਨ ਵਿੱਚ। ਜੇ ਮਰਨ ਦੇ ਡਰ ਤੋਂ ਮੁਕਤ ਹੋਏ ਤੋਂ ਬਿਨਾਂ ਲੜਨ ਚਲਾ ਗਿਆ ਫਿਰ ਸਫਲ ਨਹੀਂ ਹੋ ਸਕਦਾ, ਉਹ ਕਦੇ ਵੀ ਗਦਾਰ ਬਣ ਸਕਦਾ। ਜਿਹੜਾ ਮਰਨ ਤੋਂ ਡਰਦਾ ਆ ਪਰ ਲੜਨ ਚਲਾ ਗਿਆ, ਉਹ ਲੜਨ ਇਸ ਆਸ ਨਾਲ ਜਾਊਗਾ ਵੀ ਮੈਂ ਮਾਰ ਦੇਣਾ ਉਹਨੂੰ, ਜਿੱਦਣ ਫੜ ਹੋ ਗਿਆ ਉਦੋਂ ਸਾਰਾ ਕੁਝ ਬਕ ਦੇਣਾ ਉਹਨੂੰ, ਗਦਾਰੀ ਕਰੂਗਾ ਉਦੋਂ ਪੱਕੀ। ਜਿਹੜਾ ਮਰਨ ਦੇ ਡਰ ਤੋਂ ਮੁਕਤ ਹੋ ਗਿਆ, ਉਹ ਚਾਹੇ ਘਰ ਵੀ ਬੈਠਾ ਆ, ਉਹਨੂੰ ਕਹਿਣਾ ਮੈਂ ਨਹੀਂ ਮੰਨਦਾ ਤੈਨੂੰ, ਉਹਨੂੰ ਜਦੋਂ ਅਗਲਾ ਆ ਕੇ ਚੱਕੂਗਾ, ਚੱਕ ਕੇ ਕਹੂਗਾ ਤਵੀ ਤੇ ਬਿਠਾ ਲਓ, ਉਹਨੂੰ ਕਹਿਣਾ ਬਿਠਾ ਦਿਓ, ਬਣਦੀ ਗੱਲ ਨਾ। ਹੁਣ ਉਹ ਤਿਆਰੀ ਪੰਜਵੇਂ ਪਾਤਸ਼ਾਹ ਦੀ ਆ, ਛੇਵੇਂ ਪਾਤਸ਼ਾਹ ਉਹਦੇ ਉੱਤੇ ਚੱਲ ਰਹੇ ਆ। ਜਿਹੜਾ ਤੇਗ ਬਹਾਦਰ, ਤਿਆਗਮੱਲ ਉਹਨਾਂ ਦਾ ਨਾਂ ਆ, ਹਾਂਜੀ, ਜਿਹੜਾ ਤਿਆਗਮੱਲ ਛੇਵੇਂ ਪਾਤਸ਼ਾਹ ਦੀਆਂ ਜੰਗਾਂ ਦੇ ਵਿੱਚ ਮੂਹਰੇ ਹੋ ਕੇ ਲੜ ਰਿਹਾ ਆ, ਹਾਂਜੀ, ਜਦੋਂ ਛੇਵੇਂ ਪਾਤਸ਼ਾਹ ਨੇ ਫੈਸਲਾ ਇਹ ਕਰ ਲਿਆ ਵੀ ਸ਼ਾਂਤਮਈ ਦਾ ਟਾਈਮ ਲੰਘ ਗਿਆ, ਹੁਣ ਨਹੀਂ, ਠੀਕ ਹੈ, ਉਹ ਤਿਆਗਮੱਲ ਨੂੰ ਲੜਾਈ ਦੇ ਵਿੱਚ ਜ਼ੋਰ ਦਿਖਾਉਂਦਿਆਂ ਤਿਆਗਮੱਲ ਤੋਂ ਤੇਗ ਬਹਾਦਰ ਕਹਿ ਰਿਹਾ ਆ, ਹਾਂਜੀ, ਹਨਾ, ਫਿਰ ਉਹਨੂੰ ਭੋਰੇ 'ਚ ਬੈਠ ਕੇ ਭਗਤੀ ਕਰਨ ਲਈ ਮੋਟੀਵੇਟ ਕਰ ਰਿਹਾ। ਸ਼ਾਂਤਮਈ ਛੱਡ ਕੇ ਆਇਆ, ਸ਼ਾਂਤਮਈ ਤੋਂ ਹਥਿਆਰ ਚੱਕਦਾ, ਹਾਂਜੀ, ਹਥਿਆਰਾਂ ਦੇ ਰਾਹ ਤੇ ਚੱਲਦਿਆਂ ਕੋਈ ਤਿਆਗਮੱਲ ਤੋਂ ਤੇਗ ਬਹਾਦਰ ਬਣਦਾ ਆ, ਉਹਨੂੰ ਜ਼ਿੰਮੇਵਾਰ ਦੀ, ਉਹਨੂੰ ਸ਼ਾਬਾਸ਼ੇ ਦੇਣ ਦੀ ਬਜਾਏ, ਉਹਨੂੰ ਜ਼ਿੰਮੇਵਾਰੀ ਦੇਣ ਦੀ ਬਜਾਏ, ਉਹਨੂੰ ਆਗੂ ਬਣਾਉਣ ਦੀ ਬਜਾਏ, ਉਹਨੂੰ ਏਦਾਂ ਨਕਾਰਿਆ ਜਾਂਦਾ, ਉਸ ਵੇਲੇ ਪਿੱਛੇ ਧੱਕਿਆ ਜਾਂਦਾ, ਵੀ ਉਹ ਮਜਬੂਰ ਹੋ ਜਾਂਦਾ ਸੋਚਣ ਲਈ ਵੀ ਮੈਨੂੰ ਗੁਰੂ ਬਣਨ ਲਈ, ਇੱਥੇ ਪਹੁੰਚਣ ਲਈ ਮੈਨੂੰ 26 ਸਾਲ ਭਗਤੀ ਕਰਨੀ ਪੈਣੀ ਹੈ ਜੀ। ਠੀਕ ਹੈ, ਫਿਰ ਉਹ ਮੁੜ ਕੇ ਉੱਥੋਂ 26 ਸਾਲ ਭਗਤੀ ਕਰਦੇ ਆ, ਫਿਰ ਆ ਕੇ ਗੱਦੀ। ਹੁਣ ਉਹ ਜੇ ਮੰਨ ਲਈਏ ਨਾ ਵੀ ਇਹ ਸਾਰਾ ਸਾਡੇ ਗੇੜ 'ਚ ਨਹੀਂ ਅਜੇ ਆ ਰਿਹਾ, ਹਾਂਜੀ, ਵੀ ਕਿੱਦਾਂ ਕੀਤਾ ਗੁਰੂ ਸਾਹਿਬ ਨੇ, ਕਿਉਂ ਕੀਤਾ, ਪਰ ਇੱਕ ਗੱਲ ਪੱਕੀ ਆ, ਜੋ ਅਸੀਂ ਕਹਿ ਰਹੇ ਉਹ ਨਹੀਂ ਹੋਇਆ, ਉਦਾਂ ਨਹੀਂ ਹੈਗਾ, ਉਦਾਂ ਨਹੀਂ ਹੋਇਆ। ਹੁਣ ਉੱਥੇ ਜਿਹੜਾ ਸ਼ੱਕ ਦੇ ਘੇਰੇ ਵਿੱਚ ਆ, ਉਹਨੂੰ ਇਹ ਕਹਿੰਦੇ ਨਹੀਂ ਡੈਫੀਨੇਟਲੀ ਹੋਇਆ, ਰਾਮ ਰਾਏ ਨੂੰ ਛੇਕਿਆ ਪੰਥ 'ਚੋਂ। ਹੁਣ ਰਾਮ ਰਾਏ ਨੂੰ ਜੇ ਪੰਥ 'ਚੋਂ ਛੇਕਣ ਦੀ ਘਟਨਾ ਜਿਹੜੀ ਆ ਉਹਨੂੰ ਬਾਹਰ ਕੱਢ ਦਿਓ ਤੇ ਅੱਜ ਦੇ ਜਥੇਦਾਰੀ ਸਿਸਟਮ ਨੂੰ ਲਾਗੂ ਕਰਕੇ ਦਿਖਾ ਦਿਓ, ਨਹੀਂ ਹੋਣਾ, ਬਿਲਕੁਲ ਨਹੀਂ। ਉਹੀ ਡਰ ਬਿਠਾ ਕੇ ਲੋਕਾਂ ਦੇ ਦਿਲਾਂ 'ਚ ਗੁਰੂ ਸਾਹਿਬ ਤੋਂ ਕਰਵਾ ਕੇ, ਹਾਂਜੀ, ਫਿਰ ਆਪ ਉਹ ਡੰਡਾ ਜਥੇਦਾਰਾਂ ਦੇ ਹੱਥ ਫੜਾਇਆ, ਫਿਰ ਪੰਥ ਬਣੇ ਆਪ, ਫਿਰ ਕੌਮ ਬਣੇ ਆਪ, ਫਿਰ 11ਵਾਂ ਗੁਰੂ 12ਵਾਂ ਗੁਰੂ ਜਥੇਦਾਰਾਂ ਨੂੰ ਬਣਾਉਂਦੇ ਆ, ਹਾਂਜੀ, ਠੀਕ ਹੈ। ਜਿਹੜਾ ਵੀ ਡਰ ਇਹ ਭਿੰਡਰਾਂ ਵਾਲੇ ਤੋਂ ਜੋ ਕੁਝ ਕਰਵਾ ਰਹੇ ਆ, ਉਹਦੀ ਜਵਾਨੀ, ਜਿਹੜੀਆਂ ਸਟੇਟਮੈਂਟਾਂ ਦਵਾ ਰਹੇ ਆ, ਉਹ ਕਿਤੇ ਨਾ ਕਿਤੇ ਗੁਰੂ ਗੋਬਿੰਦ ਸਿੰਘ ਤੋਂ ਦਵਾਈਆਂ ਪਹਿਲਾਂ ਇਹਨਾਂ ਨੇ, ਜਿਹੜੀਆਂ ਜਾਇਜ਼ ਨਹੀਂ ਹੈਗੀਆਂ, ਹਾਂਜੀ, ਉਹ ਕਰਵਾ ਕੇ ਫਿਰ ਉਹ ਜਿਹੜੀਆਂ ਭਿੰਡਰਾਂ ਵਾਲੇ ਤੋਂ ਦਵਾ ਦਿੱਤੀਆਂ ਪਹਿਲਾਂ, ਉਹਨਾਂ ਨੂੰ ਕੌਮ ਦੇ ਵਿੱਚ ਆਮ ਕਰਵਾ ਕੇ, ਪਾਪੂਲਰ ਕਰਵਾ ਕੇ, ਬਾਰ-ਬਾਰ ਘੁਮਾ ਕੇ ਉਹੀ ਗੱਲਾਂ ਹੁਣ ਆਪ ਕਹਿ ਰਹੇ ਆ, ਬਿਲਕੁਲ। ਭਿੰਡਰਾਂ ਵਾਲਾ ਕਹਿੰਦਾ ਹੁੰਦਾ ਸੀ ਵੀ ਜਿੱਥੇ 10 ਗ੍ਰੰਥ ਦਾ ਵਿਰੋਧੀ ਟੱਕਰਦਾ ਛਿੱਤਰ ਲਾ ਲਓ ਜੀ। ਸਾਨੂੰ ਪਹਿਲੀ ਗੱਲ ਤਾਂ ਗਰੰਟੀ ਨਹੀਂ ਵੀ ਕਿਹਾ ਜਾਂ ਨਹੀਂ ਕਿਹਾ, ਠੀਕ ਹੈ, ਪਰ ਜੇ ਕਿਹਾ ਵੀ ਆ ਏਦਾਂ ਉਹਨੇ, ਇਹਦੇ ਵਿੱਚ ਇਹਦੀ ਕੀ ਗਰੰਟੀ ਆ ਪਈ ਉਹ ਸਹੀ ਸੀਗਾ? ਇਸ ਗੱਲੋਂ ਸਾਨੂੰ ਸਾਡੇ ਸਾਹਮਣੇ ਦੀ ਦਾ ਤ੍ਰਿਆ ਚਰਿੱਤਰ ਵੀ ਨਹੀਂ ਗੁਰੂ ਸਾਹਿਬ ਲਿਖ ਸਕਦੇ, ਖੁਦ ਮੰਨਦੇ, ਧੁੰਮੇ ਦਾ ਆਪਣਾ ਬਿਆਨ ਆ ਵੀ 70% ਮਸਕੀਨ ਕਹਿੰਦਾ ਪਈ ਉਹ ਹਿੰਦੂ ਗ੍ਰੰਥਾਂ ਦਾ ਅਲੱਥਾ ਆ, ਹਾਂਜੀ, ਠੀਕ ਹੈ ਨਾ। ਫਿਰ ਕੀ ਗੱਲ, ਫਿਰ ਕਿੱਦਾਂ ਮੰਨ ਲਈਏ ਵੀ ਭਿੰਡਰਾਂ ਵਾਲਾ ਇਹ ਗੱਲ ਕਹਿੰਦਾ ਸੀ? 10ਵਾਂ ਗ੍ਰੰਥ ਜਿਹਨੂੰ ਤੁਸੀਂ ਕਹਿੰਦੇ ਆ, ਉਹਦਾ ਅਸਲ ਸਰੂਪ ਕੀ ਆ? ਉਹ ਤਾਂ ਵਿਚਿੱਤਰ ਨਾਟਕ ਸੀਗਾ। 11 ਵੱਖਰੇ ਗ੍ਰੰਥ, ਵੱਖਰੀਆਂ ਲਿਖਤਾਂ ਨੂੰ ਇਕੱਠਾ ਕੀਤਾ ਤੁਸੀਂ, ਹਾਂਜੀ। ਫਿਰ ਭਿੰਡਰਾਂ ਵਾਲਾ ਕਿਹੜੇ 10 ਗ੍ਰੰਥ ਦੀ ਗੱਲ ਕਰਦਾ ਸੀ? ਠੀਕ ਹੈ। ਹੁਣ ਉਹ ਚੀਜ਼ ਜਾਣੀ ਕਿਤੇ ਨਾ ਕਿਤੇ ਇਹਨਾਂ ਨੇ ਇਤਿਹਾਸ ਦੇ ਰਾਹੀਂ ਆਪ ਉਹਦੇ ਸਾਰੀ ਕੌਮ ਤੇ ਕਾਬਜ਼ ਹੋਣ ਲਈ ਪਹਿਲਾਂ ਜਿਹੜਾ, ਨਾਲੇ ਇਹਨਾਂ ਦੇ ਬਸ ਦੀ ਗੱਲ ਨਹੀਂ ਹੈਗੀ, ਇਹਨੇ ਨਹੀਂ ਕੀਤਾ, ਉਹ ਕਿਸੇ ਹੋਰ ਨੇ ਕੀਤਾ। ਸਾਨੂੰ ਆਇਡੈਂਟੀਫਾਈ ਕਰਨ ਦੇ ਲਈ, ਸਾਨੂੰ ਪ੍ਰਭਾਸ਼ਿਤ ਕਰਨ ਦੇ ਲਈ, ਇਹ ਹਿਊਮਨ ਸਾਈਕੋਲੋਜੀ ਦੀ ਬਹੁਤ ਵੱਡੀ ਸਮੱਸਿਆ ਆ। ਜਦੋਂ ਤੁਸੀਂ ਪ੍ਰੈਡਿਕਟੇਬਲ ਹੋ ਜਾਂਦੇ ਆ ਨਾ, ਜਦੋਂ ਤੁਸੀਂ ਆਪਣੇ ਆਪ ਨੂੰ ਸੀਮਤ ਦਾਇਰੇ 'ਚ ਬੰਨ੍ਹ ਲੈਂਦੇ ਆ, ਜਦੋਂ ਆਪਣਾ ਵਿਕਾਸ ਰੋਕ ਲੈਂਦੇ ਆ,
ਠੀਕ ਹੈ, ਉਦੋਂ ਤੁਹਾਨੂੰ ਆਇਡੈਂਟੀਫਾਈ ਕਰਨਾ ਬਹੁਤ ਸੌਖਾ ਹੋ ਜਾਂਦਾ। ਸਾਹਮਣੇ ਵਾਲੇ ਨੂੰ ਪਤਾ ਹੁੰਦਾ, ਉਹਨੂੰ ਪਤਾ ਲੱਗ ਜਾਂਦਾ ਵੀ ਜੇ ਆਹ ਬਟਨ ਦੱਬੂਗਾ ਤੇ ਏਦਾਂ ਬੋਲਣਾ, ਆਹ ਬਟਨ ਦੱਬੂ ਤਾਂ ਇੰਤਾ ਕਰਨਾ। ਬਿਲਕੁਲ, ਕਿਉਂਕਿ ਵਿਕਾਸ 'ਚ ਰੁਕਿਆ ਆ। ਹਾਂਜੀ, ਠੀਕ ਹੈ। ਹੁਣ ਜਿਹੜੇ ਬੰਦੇ ਸਾਡੇ ਬਾਰੇ ਸਟੇਟਮੈਂਟਾਂ ਦੇ ਰਹੇ ਆ ਵੀ ਅਸੀਂ ਜਾਣਦੇ ਇਹਨਾਂ ਨੂੰ, ਉਹਨਾਂ ਨੂੰ ਇਹ ਲੱਗਦਾ ਵੀ ਜਿੱਦਾਂ ਅਸੀਂ 3 ਸਾਲ ਪਹਿਲਾਂ ਸੀਗੇ ਉਦਾਂ ਹੀ ਆ। ਉਹਨੇ ਦੁਨੀਆ ਰੋਕ ਲਈ ਆਪਣੇ, ਜਿੱਥੇ ਉਹ ਖੜ ਗਏ ਉੱਥੇ ਸਾਰੀ ਦੁਨੀਆ ਇੱਕਦਮ ਰੋਕ ਲਈ। ਠੀਕ ਹੈ। ਹੁਣ ਉਹਨੂੰ ਜੇ ਤੁਸੀਂ ਆਪਣੇ ਆਪ ਨੂੰ ਜਿੱਦਾਂ ਦੇ ਹਾਲਾਤ ਆ, ਜਿੱਥੇ ਕਪੂਰ ਕਹਿੰਦਾ ਜੇ ਨਾ ਹਾਲਾਤ ਤੁਹਾਡੇ ਕਾਬੂ ਤੋਂ ਬਾਹਰ ਆ, ਹਾਂਜੀ, ਜੇ ਹਾਲਾਤ ਤੁਹਾਡੇ ਬਦਲਿਆ ਨਹੀਂ ਬਦਲ ਸਕਦੇ ਤੇ ਆਪਣੇ ਆਪ ਨੂੰ ਬਦਲਣ ਦੀ ਸੰਭਾਵਨਾ ਬਣਾ ਕੇ ਰੱਖੋ। ਹਰ ਵੇਲੇ ਇੰਨੇ ਜਟਲ ਨਾ ਹੋ ਜਾਓ, ਇੰਨੇ ਕੰਪਲੈਕਸ ਨਾ ਹੋ ਜਾਓ ਵੀ ਹਾਲਾਤ ਬਦਲਣਾ ਤੇ ਤੁਹਾਨੂੰ ਬਦਲਦਿਆਂ ਨੂੰ ਸ਼ਰਮ ਆਵੇ। ਠੀਕ ਹੈ। ਆਪਣੀਆਂ ਸਟੇਟਮੈਂਟਾਂ ਜਿਹੜੀਆਂ ਜੋ ਗੱਲਾਂ ਕਹਿਣੀਆਂ ਆ ਸੋਚ ਸਮਝ ਕੇ ਕਿਹੋ, ਕਿਉਂਕਿ ਉਹ ਗੱਲਾਂ ਤੁਹਾਡੀਆਂ ਆਉਣ ਵਾਲੇ ਸਮੇਂ 'ਚ ਤੁਹਾਡੇ ਰਾਹ ਦਾ ਰੋੜਾ ਬਣਨੀਆਂ, ਵਿਕਾਸ 'ਚ ਰੋੜਾ ਬਣਨੀਆਂ। ਗੱਲਾਂ ਕਹਿਣੀਆਂ ਨਹੀਂ, ਆਪਣੇ ਸੋਚਣ ਦੇ ਉੱਤੇ ਵੀ ਕੰਟਰੋਲ ਰੱਖਿਓ। ਠੀਕ ਹੈ। ਜੇ ਤੁਸੀਂ ਵਿਕਾਸ ਆਪਣਾ ਲਗਾਤਾਰ ਜਾਰੀ ਰੱਖਣਾ ਚਾਹੁੰਦੇ ਆ ਤੇ ਆਪਣੇ ਸੋਚਣ ਤੇ ਵੀ ਕੰਟਰੋਲ ਰੱਖਿਓ। ਆਪਣੇ ਆਪ ਦੇ ਨਾਲ ਵੀ ਜਦੋਂ ਗੱਲ ਕਰਦੇ, ਸੈਲਫ ਟਾਕ ਵੀ ਕਰਦੇ ਨਾ, ਉਦੋਂ ਵੀ ਇਦਾਂ ਦਾ ਫਤੂਰ ਨਾ ਆਪਣੇ ਅੰਦਰ ਭਾੜ ਲਿਓ ਜਿਹਨੂੰ ਹੰਕਾਰ ਕਿਹਾ ਨਾ ਗੁਰਬਾਣੀ ਨੇ। ਹੰਕਾਰ ਅਸਲ 'ਚ ਸ਼ੋਅ ਆਫ ਦਾ ਨਾਂ ਨਹੀਂ ਹੈਗਾ। ਹੰਕਾਰ ਦੂਜੇ ਨੂੰ ਦਿਖਾਉਣ ਦਾ ਨਾਂ ਨਹੀਂ ਹੈਗਾ। ਹੰਕਾਰ ਅਸਲ ਜਿਹੜੀ ਜੜ ਆ ਨਾ ਉਹਦੀ, ਉਹ ਤੁਹਾਡੇ ਇਕੱਲੇ ਬੈਠ ਕੇ ਸੋਚਣ ਵਿੱਚ ਆ। ਕਿਉਂਕਿ ਦੂਜੇ ਨੂੰ ਸ਼ੋਅ ਆਫ ਕਰਨਾ, ਦੂਜੇ ਨੂੰ ਦਿਖਾਉਣਾ ਤਾਂ ਸੈਕੰਡਰੀ ਆ। ਹਾਂਜੀ, ਉਹ ਤਾਂ ਕੁਝ ਵਾਪਰ ਰਿਹਾ ਆ ਕਿਸੇ ਦੇ ਕਰਕੇ ਜੀ, ਉਹ ਤਾਂ ਬਾਈ ਪ੍ਰੋਡਕਟ ਆ। ਅਸਲ 'ਚ ਉਹ ਹੋ ਨਹੀਂ ਰਿਹਾ, ਪ੍ਰੋਡਕਸ਼ਨ ਉਹ ਨਹੀਂ ਹੈਗੀ। ਪ੍ਰੋਡਕਸ਼ਨ ਹੈਗੀ ਆ ਵੀ ਤੁਸੀਂ ਇਕੱਲੇ ਬੈਠ ਕੇ ਜਦੋਂ ਸੋਚਦੇ ਆ, ਜਦੋਂ ਆਪਣੇ ਆਪ ਨਾਲ ਬੈਠ ਕੇ ਤੁਹਾਡੇ ਦਿਮਾਗ 'ਚ ਕੀੜਾ ਪੜਦਾ ਨਾ ਵੀ ਜਿਹੜਾ ਆਹ ਕੰਮ ਆ ਇਹ ਮੇਰੇ ਤੋਂ ਵਧੀਆ ਨਹੀਂ ਕੋਈ ਕਰ ਸਕਦਾ, ਨਹੀਂ ਕਰਨ ਵਾਲਾ। ਹਾਂਜੀ, ਜਿਹੜਾ ਮੈਂ ਉਹ ਆ ਹੰਕਾਰ ਅਸਲ 'ਚ। ਕਿਉਂਕਿ ਜਦੋਂ ਉਹ ਅੰਦਰ ਉਹਦੀ ਜੜ ਲੱਗ ਗਈ, ਹੁਣ ਜਿਹਦੀ ਜੜ ਹਰੀ ਆ, ਹਾਂਜੀ, ਉਹ ਪੁੰਗਰੂਗਾ ਕਿ ਨਹੀਂ? ਬਿਲਕੁਲ, ਦਰਖਤ ਬਣ ਜਾਂਦੀ, ਇਹ ਥੋੜਾ ਲੱਗਣੀ ਆ। ਠੀਕ ਹੈ। ਹੁਣ ਫਿਰ ਤੁਹਾਡੀ ਚਾਲ ਦੇ ਰਾਹੀਂ ਵੀ ਦਿਸਣਾ ਆ, ਤੁਹਾਡੀ ਸ਼ਕਲ ਰਾਹੀਂ ਵੀ ਦਿਸਣਾ ਆ, ਤੁਹਾਡੇ ਐਟੀਟਿਊਡ ਰਾਹੀਂ ਵੀ ਦਿਸਣਾ ਆ, ਬਾਕੀਆਂ ਨਾਲ ਵਿਹਾਰ ਦੇ ਰਾਹੀਂ ਵੀ ਦਿਸਣਾ ਆ। ਹਰ ਥਾਂ ਉਹ ਜਿੱਥੇ ਦਿਸ ਰਿਹਾ ਆ ਉਹ ਤਾਂ ਪ੍ਰਗਟ, ਉਹ ਤਾਂ ਉਸ ਵੇਲੇ ਪਛਾਣਿਆ ਜਾ ਰਿਹਾ ਹੈ, ਅਸਲ 'ਚ ਹੈ ਥੋੜੀ ਉਹ। ਹੁਣ ਅਸੀਂ ਕੀ ਕਰਦੇ ਆ, ਜਦੋਂ ਅਸੀਂ ਧਾਰਮਿਕ ਵੀ ਹੁੰਨੇ ਆ ਤੇ ਜਿਹੜਾ ਦਿਸਦਾ ਹੈ ਬਾਹਰੋਂ, ਜਿਹੜੇ ਬਾਈ ਪ੍ਰੋਡਕਸ਼ਨ ਆ, ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ। ਜਿੱਥੇ ਕਿਤੇ ਗੱਲ ਹੋ ਗਈ ਪਰੇ ਹੋ ਜਾ, ਮੈਂ ਕਰ ਦਿੰਨਾ ਇਹ, ਹਾਂਜੀ, ਅਸੀਂ ਕਹਿੰਦੇ ਨਹੀਂ 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 ਨਹੀਂ, ਇਦਾਂ ਨਹੀਂ ਕਹਿਣਾ, ਇਹ ਤਾਂ ਹੰਕਾਰ ਆ। ਦਾਸ, ਹਾਂ, ਇਦਾਂ ਕਹੋ ਵੀ ਦਾਸ ਨੂੰ ਸੇਵਾ ਦਾ ਮੌਕਾ ਬਖਸ਼ ਦਿਓ, ਦਾਸ ਨੂੰ ਸੇਵਾ ਦਾ ਮੌਕਾ ਬਖਸ਼ ਦਿਓ, ਦਾਸ ਇੱਕ ਵਾਰੀ ਟਰਾਈ ਕਰ ਲਵੇ। ਠੀਕ ਹੈ। ਉਹਦੇ ਨਾਲ ਹੰਕਾਰ ਨਹੀਂ ਕਾਬੂ ਹੋਣਾ, ਜੜ ਤਾਂ ਉੱਥੇ ਹੀ ਰਹਿ ਗਈ। ਹਾਂ, ਉਹਦੇ ਨਾਲ ਤੁਸੀਂ ਹੰਕਾਰ ਨੂੰ ਪੱਕਾ ਕਰ ਲਿਆ ਤੇ ਸੈਲਫ ਕੌਨਫੀਡੈਂਸ ਨੂੰ ਕਮਜ਼ੋਰ ਕਰ ਲਿਆ। ਠੀਕ ਹੈ। ਠੀਕ ਹੈ। ਸੈਲਫ ਕੌਨਫੀਡੈਂਸ ਜਿਹੜਾ ਤੁਹਾਡਾ ਉਹਦਾ ਜਿਹੜਾ ਨਾ ਪੁਲ ਆ, ਬ੍ਰਿਜ ਆ ਜਿਹੜਾ, ਉਹ ਸਵੈਮਾਨ ਆ। ਉਹ ਸਾਰਾ ਕੁਝ ਮਸਲ ਦਿੰਦੇ ਤੁਸੀਂ ਆਪਣਾ। ਜਦੋਂ ਤੁਸੀਂ ਡਰਾਮੇਬਾਜ਼ ਆਪਣੇ ਆਪ ਨੂੰ ਪਖੰਡੀ, ਦਿਖਾਵੇ ਵਾਲਾ, ਨਿਮਰ ਬਣਾ ਕੇ ਪੇਸ਼ ਕਰਦੇ ਆ, ਉਦੋਂ ਸਵੈਮਾਨ ਕੁਚਲ ਲੈਂਦੇ। ਉਦੋਂ ਮਜਬੂਰਨ ਤੁਹਾਨੂੰ ਜਿਹੜੀ ਨਾ ਤੜ ਆ ਤੁਹਾਡੀ, ਉਹ ਮਾਰਨੀ ਪੈ ਜਾਂਦੀ ਹੈ ਕਿ ਮੈਂ ਤਾਂ ਨਿਮਰ ਆ, ਮੈਂ ਤਾਂ ਦਾਸ ਆ। ਜੀ, ਠੀਕ ਹੈ। ਜਿਸ ਕਰਕੇ ਜਿਹੜੇ ਧੋਖੇਬਾਜ਼ ਬੰਦੇ ਆ, ਜਿਹੜੇ ਕਮੀਨੇ ਬੰਦੇ ਆ, ਜਿਹੜੇ ਗੁੰਡੇ ਬੰਦੇ ਆ, ਉਹ ਦਿਨੋਂ ਦਿਨ ਕਾਬਜ਼ ਹੁੰਦੇ ਜਾ ਰਹੇ। ਠੀਕ ਹੈ। ਹੁਣ ਇਹ ਸਾਰਾ ਕੁਝ ਆਪਸ ਵਿੱਚ ਹੀ ਏਦਾਂ ਕਨੈਕਟਡ ਆ ਨਾ, ਇੱਕ ਦੂਜੇ ਨਾਲ ਇੰਨਾ ਜੁੜਿਆ ਆ। ਠੀਕ ਹੈ। ਉਹਨੂੰ ਜਦੋਂ ਉਸ ਸਮੱਸਿਆ ਨੂੰ, ਜਦੋਂ ਇਹਦੀਆਂ ਜੜ੍ਹਾਂ ਨੂੰ ਹੱਥ ਪਾਉਣਾ ਤੁਸੀਂ, ਤੇ ਤੁਹਾਨੂੰ ਖਿਆਲ ਆਪਣੇ ਦਿਮਾਗ 'ਚ ਇਹ ਰੱਖਣਾ ਪੈਣਾ ਵੀ ਸਮੱਸਿਆ ਇਹ ਲੋਕ ਨਹੀਂ ਹੈਗੇ ਜਿਨ੍ਹਾਂ ਦੀ ਅਸੀਂ ਗੱਲ ਕਰਦੇ ਹਾਂ। ਹਾਂਜੀ, ਠੀਕ ਹੈ। ਸਮੱਸਿਆ ਆ ਵੀ ਜਿਹੜਾ ਸਾਨੂੰ ਪ੍ਰਭਾਸ਼ਿਤ ਕਿਸੇ ਹੋਰ ਨੇ ਕਰ ਦਿੱਤਾ ਨਾ, ਆਪਣੇ ਆਪ ਨੂੰ ਸੌਖਾ ਕਰਨ ਲਈ, ਵੀ ਜੇ ਲੋੜ ਪਈ ਤੇ ਇਹਨਾਂ ਨੂੰ ਆਇਡੈਂਟੀਫਾਈ ਕਿੱਦਾਂ ਕਰਨਾ ਆਪਾਂ। ਠੀਕ ਹੈ ਨਾ। ਹੁਣ ਜੇ ਉਹ ਕਹਿੰਦੇ ਸਾਨੂੰ ਵੀ ਗੱਲ ਸੁਣੋ ਬਈ ਸਿੱਖੋ, ਤੁਸੀਂ ਬੜੇ ਮਹਾਨ ਆ, ਹਾਂਜੀ, ਵੀ ਤੁਸੀਂ ਇਦਾਂ ਕਰੋ, ਵੀ ਇਦਾਂ ਦੀ ਪੱਗ ਬੰਨਿਆ ਕਰੋ, ਇਦਾਂ ਦੇ ਕੱਪੜੇ ਪਾਇਆ ਕਰੋ, ਅਸੀਂ ਪਾਉਣੇ ਸੀ? ਨਹੀਂ ਨਾ। ਹੁਣ ਜਦੋਂ ਉਹਨੇ ਇਤਿਹਾਸ ਦੇ ਰਾਹੀਂ ਸਾਡੇ ਤੇ ਇਹ ਪਹੁੰਚਾ ਦਿੱਤਾ ਵੀ ਇਹਨਾਂ ਦੇ ਗੁਰੂ ਨੇ ਇਹ ਹੁਕਮ ਕੀਤਾ ਵੀ ਇਦਾਂ ਕਰਿਆ ਕਰੋ,
ਫਿਰ ਸਾਰੇ ਕਰਨ ਲੱਗ ਫਿਰ ਕਰਨ ਲੱਗਾ ਯਾ ਹਨਾ। ਤੇ ਹੋ ਗਏ ਅਸੀਂ ਇੱਕ ਸਾਰ ਆਇਡੈਂਟੀਫਾਈ ਕਰਨ ਲਈ ਸੌਖੇ ਹੋ ਗਏ ਉਹਨਾਂ ਲਈ, ਜਿੱਥੇ ਲੋੜ ਪੈਂਦੀ ਆ ਉਹਨਾਂ ਨੂੰ ਉਹ ਹਰੇਕ ਥਾਂ ਤੇ ਚਮਲਾ ਕੇ ਸਾਨੂੰ ਮੌਕੇ ਦੇ। ਦੂਜੀਆਂ ਸਟੇਟਾਂ 'ਚ ਅੱਜ ਵੀ ਜਿੱਥੇ ਕਿਤੇ ਟਰੱਕ ਡਰਾਈਵਰ ਕੋਈ ਬੰਦਾ ਕੱਲਾ ਦੁਕੱਲਾ ਇਦਾਂ, ਜਿੰਨੇ ਬੰਦੇ ਨਾ ਪੰਜਾਬ ਤੋਂ ਬਾਹਰਲੀਆਂ ਸਟੇਟਾਂ ਦੇ ਵਿੱਚ ਆ ਉਹ ਜਿਆਦੇ ਭੜਕਦੇ ਆ, ਸ਼ਹਿਰੀਏ ਜਿਹੜੇ ਆ, ਉਹ ਮੜ ਜੇ ਗੱਲ ਹੁੰਦੀ ਝਟ ਕਿਰਪਾਨਾਂ ਕੱਢ ਕੇ ਇਦਾਂ ਹਾਂਜੀ ਵੀ ਟਿੱਡੀ ਦਲ ਹਿੰਦੂਆਂ ਨੂੰ ਹੈ, ਉਹ ਇਹ ਨਹੀਂ ਸੋਚਦੇ ਵੀ ਸਾਨੂੰ ਮੌਕਾ ਦਿੱਤਾ ਜਾ ਰਿਹਾ ਆ, ਸਾਨੂੰ ਚਮਲਾਇਆ ਜਾ ਰਿਹਾ ਆ ਤਾਂ ਕਿ ਅਸੀਂ ਦੁਨੀਆ 'ਚ ਪਛਾਣੇ ਜਾਈਏ। ਠੀਕ ਹੈ, ਜਿਹੜਾ ਸਬਰ ਹੈ ਨਾ ਉਹ ਬਹੁ ਗਿਣਤੀ, ਜਿਹੜੀ ਹਿੰਦੂ ਬਹੁ ਗਿਣਤੀ, ਉਹਦੇ 'ਚ ਸਬਰ ਅੱਤ ਦਾ ਬਹੁਤ ਜ਼ਿਆਦਾ। ਹਾਂਜੀ, ਕਿਉਂਕਿ ਜਿੰਨਾ ਬੰਦਾ ਦਿਮਾਗੀ ਹੋਊਗਾ ਉਨਾ ਜਜ਼ਬਾਤੀ ਨਹੀਂ ਹੋਊਗਾ, ਜਿੰਨਾ ਇੰਟੈਲੀਜੈਂਟ ਹੋਊਗਾ ਉਨਾ ਸਬਰ ਵਾਲਾ ਹੋਊਗਾ। ਹਾਂਜੀ, ਕਿਉਂਕਿ ਇੰਟੈਲੀਜੈਂਟ ਬੰਦਾ ਪਲਾਨ ਬਣਾ ਲੈਂਦਾ ਆ, ਉਹਨੂੰ ਪਤਾ ਆ ਵੀ ਜਿਹੜੇ ਹਾਲਾਤ ਆ ਨਾ ਇਹ ਜੇ ਇਸ ਤਰੀਕੇ ਨਾਲ ਜਾਣਗੇ ਤੇ ਐਂਡ ਅਪ ਇੱਥੇ ਹੋਣਾ। ਦੂਰ ਦੀ ਸੋਚ ਲੈਂਦਾ ਉਹਨੂੰ। ਜਦੋਂ ਤੁਸੀਂ ਸ਼ਿਕਾਰ ਖੇਡਦੇ ਆ, ਜਦੋਂ ਗੋਲੀ ਚਲਾਉਣੀ ਆ, ਤੁਸੀਂ ਗੇਮ ਖੇਡ ਕੇ ਦੇਖ ਲਓ, ਜਿਹੜਾ ਜਾਨਵਰ ਭੱਜਦਾ ਜਾ ਰਿਹਾ ਆ ਉਹਦੀ ਸਪੀਡ ਦੇਖ ਕੇ ਅੰਦਾਜ਼ਾ ਲਾ ਕੇ ਚਲਾਉਣੀ ਆ ਤੁਸੀਂ। ਜੇ ਉਹਨੂੰ ਦੇਖ ਕੇ ਚਲਾਉਂਗੇ ਤੁਸੀਂ, ਉਹ ਤਾਂ ਲੰਘ ਜਾਣਾ ਉਹਨੇ। ਠੀਕ ਹੈ, ਹੁਣ ਜਜ਼ਬਾਤੀ ਬੰਦਾ ਇਦਾਂ ਕਰ ਰਿਹਾ ਆ, ਉਹ ਸਾਹਮਣੇ ਟਾਰਗੇਟ ਦੇਖ ਕੇ, ਸ਼ਿਕਾਰ ਨੂੰ ਦੇਖ ਕੇ ਉਹਦੇ ਉੱਤੇ ਫੋਕਸ ਕਰਕੇ ਗੋਲੀ ਮਾਰ ਰਿਹਾ, ਉਹ ਤਾਂ ਭੱਜ ਰਿਹਾ ਆਲਰੇਡੀ। ਹਾਂ, ਹੁਣ ਤੁਸੀਂ ਆਪਾਂ ਅੱਗੇ ਵੀ ਗੱਲ ਕਰਦੇ ਸੀ ਵੀ ਜਦੋਂ ਤੁਸੀਂ ਸੜਕ ਦੇ ਵਿੱਚ ਗੱਡੀ ਪਾਉਨੇ ਆ ਨਾ, ਜਿਹੜੀ ਪਰਿਓਂ ਵਹੀਕਲ ਜੋ ਆ ਰਹੀ ਆ ਗੱਡੀ, ਉਹਦਾ ਆਕਾਰ, ਉਹਦਾ ਤੁਹਾਡੇ ਤੋਂ ਫਾਸਲਾ ਤੇ ਉਹਦੀ ਸਪੀਡ, ਤਿੰਨਾਂ ਦਾ ਅੰਦਾਜ਼ਾ ਲਾਉਣਾ ਪੈਣਾ ਤੁਹਾਨੂੰ। ਫਿਰ ਵਰਕਆਊਟ ਤੁਸੀਂ ਕਰ ਸਕਦੇ ਵੀ ਕਦੋਂ ਪਾਉਣੀ ਹੈ ਗੱਡੀ। ਬਿਲਕੁਲ, ਜਿਸ ਗੱਡੀ ਦਾ ਆਕਾਰ ਵੱਡਾ ਹੈ ਨਾ ਔਰ ਸਪੀਡ ਜ਼ਿਆਦਾ ਆ, ਉਹ ਦੂਰ ਵੀ ਹੋਵੇ ਭਾਵੇਂ, ਫਿਰ ਵੀ ਤੁਸੀਂ ਗੱਡੀ ਨਾ ਐਂਟਰ ਕਰਿਓ, ਕਿਉਂਕਿ ਇੱਕ ਤਾਂ ਤੇਜ਼ ਬਹੁਤ ਆ ਰਹੀ ਆ, ਇੱਕ ਆਕਾਰ ਬਹੁਤ ਵੱਡਾ ਹੈ, ਹੁਣ ਤਾਂ ਦਰੜ ਦੇਣਾ ਤੁਹਾਨੂੰ। ਠੀਕ ਹੈ, ਹੁਣ ਜੇ ਆਕਾਰ ਭਾਵੇਂ ਵੱਡਾ ਆ, ਫਾਸਲਾ ਬੇਸ਼ੱਕ ਥੋੜਾ ਆ ਪਰ ਹੌਲੀ ਬਹੁਤ ਆ, ਤਾਂ ਪਾ ਲਓ। ਠੀਕ ਹੈ, ਹੁਣ ਉਹਦੇ ਲਈ ਸਾਰਾ ਪੂਰਾ ਵਰਕਆਊਟ ਕਰਕੇ ਜ਼ਿੰਦਗੀ ਤੁਹਾਡੀ ਜਿਹੜੀ ਆ ਉਹ ਹੋਣੀ। ਪਰ ਸਾਡੇ ਨਾਲ ਸਭ ਤੋਂ ਵੱਡਾ ਧੱਕਾ ਜਿਹੜਾ ਹੋਇਆ, ਜਿਹਦੇ ਉੱਤੇ ਅਸੀਂ ਅਜੇ ਕੰਮ ਨਹੀਂ ਕਰ ਰਹੇ, ਉਹ ਇਹ ਹੋਇਆ ਆ ਵੀ ਜੋ ਕੁਛ ਅਸੀਂ ਕਹਿ ਰਹੇ ਨਾ ਸਾਡਾ ਆ, ਉਹਨੂੰ ਸੋਚਣਾ ਪੈਣਾ ਵੀ ਇਹ ਕਿਤੇ ਕਿਸੇ ਨੇ ਸਾਨੂੰ ਆਇਡੈਂਟੀਫਾਈ ਕਰਨ ਲਈ, ਸਾਨੂੰ ਪ੍ਰੈਡਿਕਟ ਕਰਨ ਲਈ, ਸਾਨੂੰ ਪ੍ਰਭਾਸ਼ਿਤ ਕਰਨ ਲਈ ਤਾਂ ਨਹੀਂ ਕੀਤਾ ਵੀ ਸਾਰੇ ਦਾ ਸਾਰਾ ਉਹ ਇੱਕ ਚੈਪਟਰ ਇਦਾਂ ਦਾ, ਇੱਕ ਦਾਇਰਾ, ਇੱਕ ਫੈਂਸ ਵਾਲੇ ਦੁਆਲੇ ਬਣਾ ਕੇ ਇੱਕ ਫਰੇਮ ਬਣਾ ਦਿੱਤਾ। ਠੀਕ ਹੈ, ਵੀ ਤੁਸੀਂ ਵੱਧ ਤੋਂ ਵੱਧ ਜਾਓ ਤਾਂ ਗੱਤਕਾ ਸਿੱਖੋ, ਬਸ ਵੱਧ ਤੋਂ ਵੱਧ ਜਾਓ ਤਾਂ ਸ੍ਰੀ ਸਾਹਿਬ ਕੱਢੋ। ਠੀਕ ਹੈ, ਅਸੀਂ ਹੁਣ ਤੱਕ 21ਵੀਂ ਸਦੀ ਤੱਕ ਕੀ ਕੀਤਾ, ਸਾਡੇ ਜਿੰਨੇ ਜਾਨੀ ਸਿਰੇ ਦੇ ਅੱਤਵਾਦੀ, ਸਿਰੇ ਦੇ ਬਾਗੀ ਆ, ਉਹਨਾਂ ਤੋਂ ਵੱਡਾ ਹਥਿਆਰ ਕਿਹੜਾ ਆ? ਦਿਮਾਗ ਦੇ ਪੱਖੋਂ ਜੇ ਤੁਸੀਂ ਕਹੋ ਵੀ ਤਾਂ ਕੁਝ ਵੀ ਨਹੀਂ ਹੈਗਾ। ਕਿਹੜੀ ਪਲਾਨ ਹੈ ਸਾਡੇ ਕੋਲ? ਕੋਈ ਚੈਨਲ, ਦੁਨੀਆ ਨੂੰ, ਲੋਕਾਂ ਨੂੰ ਇੰਡਕਟ ਕਰਨ ਲਈ ਕੁਝ ਥਾਂ ਇਦਾਂ ਦੀ ਕੁਝ ਨਹੀਂ, ਕੋਈ ਸਕੂਲ, ਕਾਲਜ, ਯੂਨੀਵਰਸਿਟੀ ਦੇ ਵਿੱਚ ਕੋਈ ਥਾਂ। ਜਿਹੜੇ ਬੰਦੇ, ਇਹ ਜਿਹੜੀ ਅੱਤਵਾਦੀ ਧਿਰ, ਜਿਹੜੀ ਆਪਣੇ ਆਪ ਨੂੰ ਟਕਸਾਲੀ ਧਿਰ, ਜਿਹਦੀ ਯੋਧਾ ਧਿਰ ਕਹਾਉਂਦੀ ਆ, ਜਿਹੜੇ ਇਹਨਾਂ ਦੇ ਸਭ ਤੋਂ ਸਿਆਣੇ ਬੰਦੇ ਆ, ਉਹ ਹਿੰਦੂਆਂ ਦੇ ਏਜੰਡੇ ਤੇ ਕੰਮ ਕਰ ਰਹੇ ਆ। ਪ੍ਰਭ ਸ਼ਰਨ ਉਹਨਾਂ ਨੂੰ ਕਿਸੇ ਨੂੰ ਵੀ ਦੇਖ ਲਓ ਜਾਣੀ, ਉਹ ਸਟੇਟ ਦੇ ਏਜੰਡੇ ਤੇ ਕੰਮ ਕਰ ਰਹੇ ਆ। ਬਹੁਤੇ ਤਾਂ ਸਟੇਟ ਦੇ ਫੰਡਿੰਗ ਦੇ ਨਾਲ PhDਆਂ ਕਰ ਰਹੇ ਆ। ਬਾਦਲਾਂ ਦੇ ਰਾਹੀਂ ਭਾਜਪਾ ਦੇ ਨਾਲ ਯਾਰੀ ਆ ਉਹਨਾਂ ਦੀ। ਬਿਲਕੁਲ ਠੀਕ ਹੈ, ਹੁਣ ਉਹ ਕਿਤੇ ਵੀ ਜਾਣੀ, ਜਦੋਂ ਤੁਸੀਂ ਥੋੜਾ ਜਿਹਾ ਵੀ ਦਿਮਾਗ ਲੜਾ ਕੇ ਦੇਖਣਾ ਨਾ, ਤੁਹਾਨੂੰ ਪਤਾ ਲੱਗ ਜਾਣਾ ਵੀ ਨਹੀਂ, ਸਮੱਸਿਆ ਕਿਤੇ ਡੂੰਗੀ ਸੀ। ਠੀਕ ਹੈ ਜੀ, ਤੇ ਸਾਨੂੰ ਉਹਦੇ ਉੱਤੇ ਕੰਮ ਨਹੀਂ ਕਰਨ ਦਿੱਤਾ ਗਿਆ। ਠੀਕ ਹੈ, ਜਦੋਂ ਡਿਫਾਈਨ ਤੁਹਾਨੂੰ ਹੋਰ ਕੋਈ ਕਰ ਰਿਹਾ ਨਾ, ਤੇ ਸਮਝ ਲਓ ਕਿਤੇ ਨਾ ਕਿਤੇ ਉਹਨੂੰ ਤੁਹਾਡੇ ਹਰ ਹਰਕਤ ਬਾਰੇ ਪਤਾ ਆ, ਉਹਨੂੰ ਤੁਹਾਡਾ ਅੰਤ ਵੀ ਪਤਾ ਹੈ, ਉਹਨੂੰ ਵੱਧ ਤੋਂ ਵੱਧ ਕੀ ਕਿੱਥੇ ਜਾਣਗੇ। ਬਿਲਕੁਲ ਠੀਕ ਹੈ, ਤਾਂ ਹੀ ਸੰਗੀ 84 ਚ ਉਹਨੇ ਇੰਨਾ ਕੁਛ ਹੋਣ ਦੇ ਬਾਵਜੂਦ ਅਸੀਂ ਇਹ ਦੇਖੀ ਜਾਂਦੇ ਆ ਵੀ ਭਿੰਡਰਾਂ ਵਾਲੇ ਦੀ ਜਦੋਂ ਜੀਪ ਨਿਕਲਦੀ ਸੀ ਚੌਂਕ ਮਹਿਤੇ ਤੋਂ, ਤਾਂ ਸਰਕਾਰ ਥਰ ਥਰ ਕੰਬਦੀ ਸੀ, ਹਨਾ। ਇਹ ਨਹੀਂ ਦੇਖਦੇ ਵੀ ਅੰਤ ਕੀ ਹੋਇਆ,
ਘਰ ਚੋਂ ਵੜ ਕੇ ਮਾਰ ਕੇ ਹੁਣ ਇਹ ਸਟੇਟਮੈਂਟ ਇੱਕ ਪਾਸੇ ਅਸੀਂ ਇਹ ਸਟੇਟਮੈਂਟ ਦੇਈ ਜਾਂਦੇ ਆ ਵੀ ਜਦੋਂ ਭਿੰਡਰਾਂਵਾਲੇ ਦੀ ਜੀਪ ਨਿਕਲਦੀ ਸੀ ਤਾਂ ਸੈਂਟਰ ਥਰ-ਥਰ ਕੰਬਦਾ ਸੀ ਜੀ। ਜਦੋਂ ਉਹ ਸਟੇਟਮੈਂਟ ਦਿੰਦਾ ਸੀ ਤੇ ਇੰਦਰਾ ਗਾਂਧੀ ਬੋਲਣਾ ਬੰਦ ਕਰ ਦਿੰਦੀ ਸੀ। ਅਸੀਂ ਇਹ ਨਹੀਂ ਦੇਖਦੇ ਵੀ ਉਹਦੇ ਕੋਲ ਤਾਕਤ ਕੀ ਸੀ। ਬੈਠਾ ਉਹ ਅਖੇ ਭਿੰਡਰਾਂਵਾਲਾ ਕਹਿੰਦਾ ਸੀ ਵੀ ਜੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ, ਹਾਂਜੀ, ਜੇ ਕੋਈ ਕਿਸੇ ਔਰਤ ਨਾਲ ਧੱਕਾ ਕਰਦਾ, ਉਹਦਾ ਕਤਲ ਕਰਕੇ ਮੇਰੇ ਕੋਲ ਆ ਜਾਓ। ਹਾਂਜੀ, ਓਕੇ। ਹੁਣ ਕਿੱਥੇ ਜਾਣਾ ਉਹਨੂੰ? ਭਿੰਡਰਾਂਵਾਲੇ ਕੋਲ ਕਿੱਥੇ ਜਾਣਾ? ਦਰਬਾਰ ਸਾਹਿਬ। ਹੁਣ ਦਰਬਾਰ ਸਾਹਿਬ ਦੇ ਉੱਤੇ ਪ੍ਰਬੰਧ ਹੈਗਾ ਸ਼੍ਰੋਮਣੀ ਕਮੇਟੀ ਦਾ। ਸ਼੍ਰੋਮਣੀ ਕਮੇਟੀ ਸਰਕਾਰ ਦੇ ਅੰਡਰ ਆ। ਕੀ ਕੋਈ ਉੱਥੇ ਇਦਾਂ ਦੀ ਸ਼ੈਲਟਰ ਹੈਗੀ ਆ? ਜਿਹੜੇ ਬੰਦੇ ਉੱਥੇ ਰਹੇ ਆ, ਲੜੇ ਆ, ਫੈਡਰੇਸ਼ਨ ਵਾਲੇ, ਮਹਿਤੇ ਚਾਵਲੇ ਹੁਣੀ ਹੁਣ ਵੀ ਹੈਗੇ ਆ। ਉਹ ਬਾਦਲਾਂ ਦੇ ਨਾਲ ਹੁਣ ਤਾਂ ਬੈਠੇ ਆ। ਉਦਾਂ ਦਲਜੀਤ ਸਿੰਘ ਬਿੱਟੂ ਹੁਣੀ ਆ, ਇਹ ਬੰਦੇ ਵਿੱਚ ਰਹੇ ਆ। ਸੁਖਦੇਵ ਸਿੰਘ ਬੱਬਰ ਬਾਰੇ ਅਜੇ ਵੀ ਕਿਹਾ ਜਾ ਰਿਹਾ ਹੈ ਕਿ ਬੰਦਾ ਮਰਿਆ ਨਹੀਂ। ਉਹ ਲਾਭ ਸਿੰਘ ਬਾਰੇ ਵੀ ਸਾਨੂੰ ਤਾਂ ਇੱਕ ਬੰਦੇ ਨੇ ਕਿਹਾ, ਕਹਿੰਦਾ ਜੀ ਇਹ ਭੁਲੇਖਾ ਹੈ ਤੁਹਾਨੂੰ ਕਿ ਉਹ ਮਰਿਆ ਨਹੀਂ ਹੈਗਾ, ਉਹਨੂੰ ਬਚਾਇਆ ਹੋਇਆ ਹੈ। ਓਕੇ। ਉਮਰਾ ਨੰਗਲ DIG ਦੇ ਲੈਵਲ ਦਾ ਬੰਦਾ ਆ। ਉਹਦੇ ਉੱਤੇ ਹੁਣ ਇਲਜ਼ਾਮ ਲੱਗਾ ਵੀ ਇੱਕ ਖਾੜਕੂ ਆ ਕੋਈ ਕੁਲਦੀਪ ਸਿੰਘ ਬਡਾਲਾ ਕਰਕੇ ਕੋਈ ਨਾਂ ਆ ਉਹਦਾ, ਵੀ ਉਹਨੂੰ ਮਾਰ ਕੇ ਮਰਿਆ ਸ਼ੋਅ ਕਰਕੇ ਇਹਨ 25 ਲੱਖ ਦਾ ਇਨਾਮ ਲੈ ਲਿਆ ਸੀ। ਠੀਕ ਹੈ। ਪਰ ਉਹ ਬੰਦਾ ਜਿੰਦਾ ਆ ਜੀ। ਹੁਣ ਇਹਨਾਂ ਨੂੰ ਪੁਲਿਸ ਵਾਲੇ ਤੇ ਇਲਜ਼ਾਮ ਲਾਉਣ ਲੱਗਿਆਂ ਨੂੰ ਇਹ ਚੇਤਾ ਭੁੱਲ ਗਿਆ ਵੀ ਮੂਰਖੋ, ਜਿਹੜੇ ਤੁਸੀਂ ਇਲਜ਼ਾਮ ਲਾਉਣੇ ਵਾਲੇ ਆ, ਤੁਸੀਂ ਹੈਗੇ ਥਲੜੇ, ਤੁਹਾਨੂੰ ਖੇਡ ਨਹੀਂ ਸਮਝ ਆਈ। ਹਾਂਜੀ। ਅਸਲ ਖੇਡ ਇਹ ਆ ਵੀ ਜਿਹੜੇ ਟਕਸਾਲ ਦੇ ਵੱਡੇ ਵੱਡੇ ਬੰਦੇ ਸੀ ਨਾ, ਉਹ ਇਦਾਂ ਹੀ ਬਚਾਏ ਆ। ਉਹਨਾਂ ਸਾਰੇ ਬੈਠੇ ਆ, ਉਹ ਕਿਤੇ ਨਾ ਕਿਤੇ ਬੈਠੇ ਆ। ਜਿਹੜੇ ਤਾਂ ਜੇਲ੍ਹਾਂ 'ਚ ਪੈ ਕੇ ਕੇਸ ਕਰਨ ਦਾ ਡਰਾਮਾ ਕਰਕੇ ਉਹਨਾਂ ਨੂੰ ਵਧੀਆ ਸਹੂਲਤਾਂ ਦਿੱਤੀਆਂ ਗਈਆਂ ਜੇਲ੍ਹਾਂ 'ਚ ਜੀ। ਜਦੋਂ ਬੰਦੇ ਨਾ ਜਾਂਦੇ ਤਰੀਕਾਂ ਨੂੰ ਲਸ਼ ਕਰਦੇ ਚਿਹਰੇ, ਪੁਲਿਸ ਨੇ ਹੱਥਕੜੀਆਂ ਲਾਈਆਂ ਹੁੰਦੀਆਂ, ਉਹ ਨਾਰੇ ਲਾਈ ਜਾਂਦੇ ਇਦਾਂ ਉੱਚੀ। ਯਾਨੀ ਇੰਡੀਆ ਦੀ ਜਿਹੜੀ ਮਿਲਟਰੀ ਅੱਤ ਕਰਦੀ ਆ, ਜਿਹੜੀ ਪੁਲਿਸ ਧੱਕਾ ਕਰਦੀ ਆ, ਜਿਹੜੀ ਮਰਨੇ ਵਾਲਾ ਕਰ ਦਿੰਦੀ ਬੰਦੇ ਨੂੰ, ਤੁਰਨ ਜੋਗਾ ਕਿਉਂ ਛੱਡਦੀ ਆ? ਉਹ ਨਾਰੇ ਕਿੱਦਾਂ ਲਾ ਲੈਂਦਾ ਬੰਦਾ? ਫਿਰ ਡਾਂਗ ਫਰੀ ਹੋਵੇ ਪੁਲਿਸ ਦੀ, ਬੰਦਾ ਤੁਰ ਕੇ ਦਿਖਾ ਲੇ। ਜਿੱਦਾਂ 5 ਸਟਾਰ ਚੋਂ ਆਇਆ ਹੁੰਦਾ ਉਦਾਂ ਦੇ ਲੱਗਦੇ ਆ ਦੇਖਣ ਨੂੰ। ਬਿਲਕੁਲ। ਉਹ ਜਿਹੜੇ ਉਹ ਡਰਾਮੇ ਕੀਤੇ ਜਾ ਰਹੇ ਆ। ਹੁਣ ਜਥੇਦਾਰ ਰਣਜੀਤ ਸਿੰਘ ਆ, ਨਿਰੰਕਾਰੀਆਂ ਦੇ ਪਿੱਛੇ ਜਿੱਥੇ ਸਾਰੀ ਸਰਕਾਰ ਖੜੀ ਸੀ, ਦਿੱਲੀ 'ਚ ਉਹਦਾ ਕਤਲ ਹੋਇਆ। ਠੀਕ ਹੈ, ਪਰ ਉਹ ਛੱਡ ਦਿੱਤਾ ਆ ਕੇ, ਅਕਾਲ ਤਖਤ ਦਾ ਜਥੇਦਾਰ ਬਣ ਗਿਆ। ਠੀਕ ਹੈ, ਔਰ ਸਾਰੀ ਸ਼੍ਰੋਮਣੀ ਕਮੇਟੀ ਦੇ ਨਾਲ ਇਹਨਾਂ ਨੂੰ ਪੰਗਾ ਲੈ ਲਿਆ, ਬਾਦਲਾਂ ਦੇ ਨਾਲ। ਠੀਕ ਹੈ। ਹੁਣ ਜਿਹੜੇ ਫੜੇ ਵੀ ਆ ਉਹਨਾਂ ਨੇ, ਉਹ ਵੀ ਡਰਾਮੇ ਕੀਤੇ ਆ ਜੀ। ਠੀਕ ਹੈ, ਜਿਹੜੇ ਲੀਗਲੀ ਦਿਖਾ ਸਕਦੇ ਸੀ ਜਿਨ੍ਹਾਂ ਨੂੰ, ਉਹ ਠੀਕ ਹੈ, ਪਿਆ ਦੇਖ ਲਓ ਜੀ, ਫੜ ਲੈ। ਹਾਂਜੀ। ਇੱਥੇ ਗਵਾਹ ਨਹੀਂ ਮਿਲੇ ਤੇ ਅਬਰੀ। ਹੁਣ ਇੱਕ ਪਾਸੇ ਸ਼ਰੇਆਮ ਦਿਨੇ ਦਿਹਾੜੇ ਪਿੰਡ ਚੋਂ ਬੰਦਾ ਚੱਕਦੇ ਆ ਤੇ ਮੁਕਾਬਲਾ, ਟੱਬਰ ਦੇ 4 ਜੀ ਅੱਗ ਲਾ ਦਿੰਦੇ ਆ। ਹਾਂਜੀ। ਹਨਾ। ਇੱਕ ਜਿਹਦੇ ਉੱਤੇ 50 ਕਤਲ ਆ, ਉਹਨੂੰ 6 ਮਹੀਨੇ, ਸਾਲ, 5 ਸਾਲ, 6 ਸਾਲ ਜੇਲ੍ਹ 'ਚ ਰੱਖ ਕੇ ਕਹਿੰਦੇ ਨਹੀਂ ਜੀ ਗਵਾਹ ਨਹੀਂ ਮਿਲੇ, ਸਬੂਤ ਨਹੀਂ ਸੀ, ਕੋਈ ਸਬੂਤ ਨਹੀਂ ਸੀ ਸਾਡੇ ਕੋਲ, ਤਾਂ ਬਰੀ ਕਰ ਦਿੱਤਾ। ਜਿਨ੍ਹਾਂ ਨੇ ਆਪ ਜ਼ਿੰਮੇਵਾਰੀਆਂ ਵੀ ਲਈਆਂ ਉਹਨਾਂ ਉਹ ਵੀ ਬਰੀ ਕਰ ਦਿੱਤੇ। ਠੀਕ ਹੈ। ਅੱਛਾ, ਹੁਣ ਉਹ ਬੰਦੇ ਛੱਡੇ ਆ ਜਿਹੜੇ ਬੰਦਿਆਂ ਦੇ ਬਾਰੇ ਉਹਨਾਂ ਨੂੰ ਇਦਾਂ ਸੀ ਵੀ ਤਾਂ ਜ਼ਿਆਦਾ ਖਤਰਨਾਕ ਆ। ਹਾਂਜੀ। ਜੇ ਇਹਨਾਂ ਨੂੰ ਫੜ ਕੇ ਛੱਡਿਆ, ਬਰੀ ਕੀਤਾ ਤੇ ਬੜਾ ਕੰਮ ਖਰਾਬ ਹੋਣਾ ਜੀ। ਬਸ ਫਿਰ ਉਹ ਏਦਾਂ ਕੀਤਾ। ਆਮ ਗਰੀਬ ਬੰਦਾ ਕੋ ਚੱਕਿਆ, ਉਹਨੂੰ ਮਾਰਿਆ। ਹਾਂਜੀ। ਉਹਦੀ ਲਾਸ਼, ਚਿਹਰਾ ਵਿਗਾੜ ਦਿੱਤਾ ਗਿਆ ਆ। ਉਹਦੀ ਲਾਸ਼ ਦੇ ਉੱਤੇ ਇਹਨਾਂ ਦਾ ਨਾਮ ਲਿਖ ਕੇ ਇਹਨਾਂ ਨੂੰ ਰੂਪੋਸ਼ ਕਰ ਦਿੱਤਾ ਗਿਆ, ਅਮਰੀਕਾ ਕੱਢ ਦਿੱਤੇ। ਠੀਕ ਹੈ। ਧੰਨਾ ਸਿੰਘ ਵਰਗੇ ਬੰਦੇ ਜਿਹੜੇ ਪੰਥਕ ਕਮੇਟੀ, ਜਿਹੜੇ ਖਾਲਿਸਤਾਨ ਦਾ ਐਲਾਨ ਕਰਨੇ ਵਾਲੇ ਸੀ ਬੰਦੇ ਜੀ, ਉਹ ਬੰਦੇ ਅਮਰੀਕਾ ਕਿੱਦਾਂ ਬਹਿ ਗਏ ਜਾ ਕੇ? ਸਤਿੰਦਰਪਾਲ ਵਰਗੇ ਕੈਨੇਡਾ ਕਿੱਦਾਂ ਚਲ ਗਏ? ਠੀਕ ਹੈ। ਹੁਣ ਕੋਈ ਕਹੂਗਾ ਬੰਦਾ, ਹੁਣ ਗਜਿੰਦਰ ਸਿੰਘ ਆ, ਉਹ ਬੰਦੇ ਕਹਿੰਦੇ ਜੀ ਨਹੀਂ ਜੀ ਉੱਥੋਂ ਪਾਕਿਸਤਾਨ ਨਿਕਲ ਗਏ, ਪਾਕਿਸਤਾਨ ਤੋਂ ਫਿਰ ਇਦਾਂ ਹੋਰ ਆਇਡੈਂਟੀ ਦੇ ਨਾਂ ਦੇ ਉੱਤੇ ਚਲ ਗਿਆ ਇਦਾਂ। ਠੀਕ ਹੈ। ਤੇ ਫਿਰ ਦਇਆ ਸਿੰਘ ਲਾਹੌਰੀਆ ਨੂੰ ਇੱਥੋਂ ਅਮਰੀਕਾ ਤੋਂ ਕਿੱਦਾਂ ਸੱਦ ਲਿਆ? ਉਹਨੇ ਉੱਥੋਂ ਫੜ ਕੇ ਜੇਲ੍ਹ ਦੁਆਰਾ, ਫੜ ਕੇ ਉਹਨੂੰ ਜੇਲ੍ਹ 'ਚ ਕਿੱਦਾਂ ਛੱਡ ਦਿੱਤਾ? ਉਹ ਤਾਂ ਨਿਕਲ ਗਿਆ ਸੀ। ਜੇ ਉਹਨੂੰ ਫੜ ਸਕਦੇ, ਧੰਨਾ ਸਿੰਘ ਨੂੰ ਕਿਉਂ ਨਹੀਂ ਲਿਜਾ ਰਹੇ? ਉਹ ਬਸ ਕੋਈ ਖੇਡ ਜਿਹੜੀ ਖੇਡੀ ਗਈ ਆ ਸਾਡੇ ਨਾਲ। ਠੀਕ ਹੈ। ਬਸ ਉਹ ਜਦੋਂ ਉਹ ਸਮਝ ਆਈ, ਫਿਰ ਸਾਨੂੰ ਹੌਲੀ ਹੌਲੀ ਕਰਕੇ ਪਤਾ ਲੱਗਣਾ ਵੀ ਭਾਈ ਭਿੰਡਰਾਂਵਾਲੇ ਕੋਲ ਕੋਈ ਐਸੀ ਸ਼ੈਲਟਰ ਨਹੀਂ ਸੀ। ਮੈਂ ਜਿਹੜੀ ਗੱਲ ਕਰਦਾ ਸੀ ਵੀ ਬੰਦੇ ਨਸ਼ਰ ਕਰਨ ਤਾਂ ਉੱਥੇ ਕਿੱਡੇ ਕੁ ਮੋਰਚੇ ਬਣੇ ਹੋ ਸੀ, ਜਿਹਦੇ ਬਾਰੇ ਜਿੱਥੇ ਲੁਕਾਉਂਦਾ ਸੀ ਬੰਦਿਆਂ ਨੂੰ ਉਹ, ਵੀ ਜੇ ਪੁਲਿਸ ਆ ਗਈ, ਮਿਲਟਰੀ ਆ ਗਈ ਤੇ ਪਤਾ ਹੀ ਨਹੀਂ ਲੱਗਣਾ। ਹੁਣ ਤੁਸੀਂ ਕਹਿੰਦੇ ਆ ਵੀ ਦਰਬਾਰ ਤੇ ਸਰਕਾਰ ਧੱਕਾ ਕਰਦੀ ਆ। ਜਦੋਂ ਕੋਈ ਬੰਦਾ ਕਿਸੇ ਨੂੰ ਇਹ ਕਹਿ ਰਿਹਾ ਆ ਵੀ ਤੂੰ ਪੁਲਿਸ ਤੇ ਕੋਰਟ ਅਦਾਲਤ ਵਾਲਾ ਕੰਮ ਆਪੇ ਹੀ ਕਰਦੇ, ਹਾਂਜੀ,
ਤੂੰ ਤੈਅ ਕਰ ਲਾ ਵੀ ਇਹ ਬੰਦੇ ਨੇ ਜਨਾਨੀ ਨੂੰ ਛੇੜਿਆ, ਜੁਰਮ ਆ, ਠੀਕ ਆ। ਹੁਣ ਪਹਿਲਾਂ ਤਾਂ ਉਹ ਤੈਅ ਹੋਣਾ ਹੁੰਦਾ, ਫਿਰ ਪੁਲਿਸ ਨੇ ਚਾਰਜ ਕਰਨਾ ਹੁੰਦਾ, ਫਿਰ ਉਹਨੂੰ ਅਦਾਲਤ 'ਚ ਪੇਸ਼ ਕਰਨਾ ਹੁੰਦਾ, ਗਵਾਹ ਭੁਗਤਣੇ ਹੁੰਦੇ, ਉਹਦੀ ਸਜ਼ਾ ਦੇਣੀ ਹੁੰਦੀ ਹੈ। ਤੇ ਤੁਸੀਂ ਕਿਸੇ ਬੰਦੇ ਨੂੰ ਕਹਿਤਾ ਵੀ ਤੂੰ ਹਥਿਆਰ ਚੱਕ, ਤੂੰ ਮਾਰ ਦੇ ਉਹਨੂੰ ਜੇ ਤੈਨੂੰ ਲੱਗਦਾ ਉਹਨੂੰ ਗਲਤ ਕੀਤਾ। ਕਿਸੇ ਨੇ ਪੁੱਛਿਆ ਨਹੀਂ, ਕਿਸੇ ਨੇ ਕੋਈ ਗਰੰਟੀ ਨਹੀਂ। ਪੁਲਿਸ ਨੂੰ 15-15 ਦਿਨ, 20 ਦਿਨ, ਮਹੀਨਾ ਲੱਗ ਜਾਂਦਾ ਦੋਸ਼ੀ ਲੱਭਣ ਨੂੰ, ਹਨਾ। ਤੇ ਤੁਸੀਂ, ਤੁਹਾਡੇ ਬੰਦਿਆਂ ਨੂੰ ਪਤਾ ਨਹੀਂ ਕਿੱਥੋਂ ਪਤਾ ਲੱਗ ਗਿਆ ਵੀ ਇਹ ਬੰਦੇ ਨੇ ਰੇਪ ਕੀਤਾ ਤਾਂ ਇੱਥੇ ਲੁਕਿਆ, ਜਾ ਕੇ ਗੋਲੀ ਮਾਰ ਦਿੱਤੀ, ਹਨਾ। ਹੁਣ ਜਿਹੜਾ ਬੰਦਾ ਕਾਨੂੰਨ ਨੂੰ ਹੱਥ ਲੈ ਕੇ ਤੁਹਾਡੇ ਕੋਲ ਆ ਕੇ ਲੁਕ ਰਿਹਾ ਆ, ਉਹਦੇ ਤੇ ਸਰਕਾਰ ਨੂੰ ਫੜਨ ਦੇ ਲਈ ਮੌਕਾ ਨਹੀਂ ਮਿਲ ਰਿਹਾ ਵੀ ਤੁਹਾਡੇ ਤੇ ਅਟੈਕ ਕਰੇ। ਬਿਲਕੁਲ। ਵੀ ਜਿਹੜੇ ਸਾਡੇ ਦੇਸ਼ ਦੇ ਦੋਸ਼ੀ ਆ, ਇਸ ਦੇਸ਼ ਦੀ ਪਬਲਿਕ ਦੇ ਕਾਤਲ ਆ, ਉਹਨਾਂ ਨੂੰ ਤੁਸੀਂ ਸ਼ਹਿ ਦੇ ਕੇ ਬੈਠੇ, ਪਨਾਹ ਦੇ ਕੇ ਬੈਠੇ, ਸਿੱਧਾ ਸੱਦਾ ਦਿੱਤਾ ਜਾ ਰਿਹਾ, ਸਿੱਧਾ ਹਮਲਾ ਕਰਨ ਲਈ ਸੱਦਾ ਦਿੱਤਾ ਜਾ ਰਿਹਾ। ਫਿਰ ਲੁਕੋ ਕਿੱਥੇ ਲੈਣੇ ਆ? ਜਾਂ ਤਾਂ ਤੁਸੀਂ ਇਹ ਕਹੋ ਵੀ ਭਾਈ ਇੱਥੇ 2-3 ਹਜ਼ਾਰ ਏਕੜ ਦੀ ਜਗ੍ਹਾ ਆ ਕੋਈ, ਹਾਂਜੀ, ਠੀਕ ਹੈ, ਜਿਹਦੇ ਉੱਤੇ ਬਹੁਤ ਘਣਾ ਜੰਗਲ ਆ। ਹੁਣ ਨੈਕਸਲਾਈਟ ਲੜਦੇ ਆ ਉੱਥੇ, ਉਹ ਜੰਗਲ ਚੋਂ ਬੰਦਾ ਹੀ ਨਹੀਂ ਲੱਭਦਾ। ਉੱਥੇ ਕਈ ਫਿਲਮਾਂ ਬਣੀਆਂ, ਫਿਲਮਾਂ ਦੇਖ ਕੇ ਬੰਦਾ ਹੈਰਾਨ ਰਹਿ ਜਾਂਦਾ। ਜੇ ਤੁਸੀਂ ਅਸਲੀਅਤ ਦੇਖੋ ਫਿਰ ਤਾਂ ਗੱਲੇ ਛੱਡ ਦਿਓ ਤੁਸੀਂ। ਔਰ ਉੱਥੇ ਇਦਾਂ ਆ ਵੀ ਸੈਂਕੜੇ ਪਿੰਡ ਇਦਾਂ ਦੇ ਆ ਜਿਹੜੇ ਸਾਥ ਦੇ ਰਹੇ ਆ ਜੀ, ਜਿਹੜੇ ਪੂਰੇ ਦੇ ਪੂਰੇ ਟ੍ਰੇਨਿੰਗ ਵਿੱਚ ਮਾਰੇ ਆ ਜਾਣੀ। ਉਹ ਦੇਖਣ ਨੂੰ ਇਦਾਂ ਲੱਗਦੇ ਵੀ ਘਾਹ ਜਿਹਾ ਖੋਤੀ ਜਾਂਦੇ ਬੰਦੇ, ਠੀਕ ਆ। ਜਨਾਨੀਆਂ ਇਦਾਂ ਲੱਗਦੀਆਂ ਵੀ ਭਾਂਡੇ ਭੁੰਡੇ ਧੋਣੇ ਵਾਲੀਆਂ ਇਦਾਂ ਹੀ ਤੁਰੀਆਂ ਫਿਰਦੀਆਂ, ਪਰ ਸਾਰੇ ਟ੍ਰੇਨਡ ਆ। ਉੱਥੇ ਪੁਲਿਸ ਦਾ ਇਹਨਾਂ ਦਾ ਬਾਹਰ ਨਹੀਂ ਚੱਲ ਰਿਹਾ। ਫੇਰ ਤਾਂ ਮੰਨਿਆ ਫੇ ਭਾਈ ਉਹਨਾਂ ਨੇ ਇਦਾਂ ਦਾ ਏਰੀਆ ਵੀ 2-3 ਹਜ਼ਾਰ ਏਕੜ ਆ, ਕਿਤੇ ਇਦਾਂ ਜੰਗਲ ਆ ਜਿਹਦੇ ਵਿੱਚ ਪੂਰੀ ਸ਼ੈਲਟਰ ਆ ਉਹਨਾਂ ਦੇ ਕੋਲ। ਹੁਣ ਉਦਾਂ ਦੀਆਂ ਥਾਵਾਂ ਤੇ ਤਾਂ ਉੱਥੋਂ ਹੀ ਹੈਲੀਕਾਪਟਰ ਉੱਡਦੇ ਆ, ਜਹਾਜ਼ ਉੱਡਦੇ ਆ, ਉੱਥੇ ਕਿਤੇ ਆ ਕੇ ਬਾਹਰੋਂ ਪਤਾ ਨਹੀਂ ਲੱਗ ਰਿਹਾ ਜੀ। ਜਾ ਕੇ ਸਟ੍ਰਾਈਕ ਕਰਨੇ ਨੂੰ ਵੀ ਉਹਨਾਂ ਨੂੰ ਔਖਾ ਹੋ ਰਿਹਾ ਹੈ ਜੀ। ਫਿਲੀਪੀਨ ਦੇ ਵਿੱਚ, ਇੱਥੇ ਵੀਅਤਨਾਮ ਦੇ ਵਿੱਚ ਅਮਰੀਕਾ ਵਾਲੇ ਰਹੇ ਆ। ਤੁਸੀਂ ਦੇਖੋ ਕਿਤੇ, ਯਾਨੀ ਮੂਵੀਆਂ ਦੇਖ ਕੇ ਬੰਦਾ ਹੈਰਾਨ ਰਹਿ ਜਾਂਦਾ। ਅਸਲੀਅਤ ਉਦੋਂ ਕਈ ਗੁਣਾ ਜ਼ਿਆਦਾ ਬੱਤਰ ਸੀ। ਇੰਨੀਆਂ ਜ਼ਿਆਦਾ ਸੁਰੰਗਾਂ ਬਣਾਈਆਂ ਸੀ, ਉਹਨੇ ਕਾਬੂ ਨਹੀਂ ਸੀ ਆਏ। ਕਿੰਨੇ ਸਾਲ ਲੱਗਾ ਰਿਹਾ ਅਮਰੀਕਾ, ਫਰਾਂਸ ਦਾ ਹੱਥ ਖੜੇ ਕਰਕੇ ਪਹਿਲਾਂ ਚਲਾ ਗਿਆ ਸੀ। ਹਾਂਜੀ, ਉਦਾਂ ਦੀ ਥਾਂ ਤੇ ਤਾਂ ਕੋਈ ਬੰਦਾ ਕਹੇ। ਔਰ ਉਹ ਕੰਟਰੀ ਦਾ ਅੱਧਾ ਹਿੱਸਾ ਇੱਕ ਪਾਸੇ ਖੜਾ ਸੀ, ਜਾਨੀ ਅੱਧੋ 3 ਹਿੱਸੇ ਵੀਅਤਨਾਮ ਦੇ ਇਸ ਪਾਸੇ ਖੜੇ ਸੀ ਵੀ ਨਹੀਂ, ਇਹਨਾਂ ਦੇ ਗੁਲਾਮ ਨਹੀਂ ਹੋਣਾ ਸੀ। ਫਿਰ ਚਾਈਨਾ, ਰਸ਼ੀਆ ਵਰਗੇ ਕੰਟਰੀ ਸਪੋਰਟ ਕਰ ਰਹੇ ਸੀ ਉਹਨਾਂ ਦੀ, ਤੇ ਸਾਡੀ ਸਪੋਰਟ ਤੇ ਕੌਣ ਸੀ? ਕੋਈ ਵੀ ਨਹੀਂ। ਜਿਹਨੇ ਜਾਨੀ 47 ਦੇ ਵਿੱਚ ਸਭ ਤੋਂ ਵੱਧ ਨੁਕਸਾਨ ਪਾਕਿਸਤਾਨ ਦਾ ਸਿੱਖਾਂ ਨੇ ਕਰਵਾਇਆ। ਹਾਂਜੀ, ਬੰਗਲਾਦੇਸ਼ ਪਾਕਿਸਤਾਨ ਦਾ ਵੱਡਾ ਹਿੱਸਾ, ਪਾਕਿਸਤਾਨ ਨੂੰ ਤੋੜਨ ਦੇ ਜ਼ਿੰਮੇਵਾਰ ਸਿੱਖ ਆ। ਤਾਂ ਫਿਰ ਪਾਕਿਸਤਾਨ ਤੁਹਾਡੀ ਮਦਦ ਕਿਉਂ ਕਰੂਗਾ? ਉਹ ਤਾਂ ਇੱਕ ਬਗੜੈਲ ਨਿਆਣੇ ਵਾਂਗ ਸ਼ਹਿ ਦੇ ਰਿਹਾ ਆ ਵੀ ਚਲੋ ਠੀਕ ਆ, ਹੱਲਾਸ਼ੇਰੀ ਦਿਓ, ਇੱਕ ਵਾਰੀ ਪਾਟਣ ਤਾਂ ਸਹੀ, ਹਥਿਆਰ ਤਾਂ ਚੱਕਣ, ਰੌਲਾ ਤਾਂ ਪਵੇ, ਫਿਰ ਦੇਖੋ ਕਮਜ਼ੋਰ ਹੋਊਗਾ। ਉਹਨਾਂ ਨੂੰ ਪਤਾ ਵੀ ਇਹਦੇ ਨਾਲ ਹਿੰਦੁਸਤਾਨ ਕਮਜ਼ੋਰ ਹੋਣਾ ਹੈ। ਸਾਨੂੰ ਉਹ ਮੌਕਾ ਮਿਲ ਜਾਊਗਾ ਜਿਹੜਾ ਇਹਨਾਂ ਨੇ ਬੰਗਲਾਦੇਸ਼ ਨੂੰ ਤੋੜ ਕੇ ਵੱਖਰਾ ਕੰਟਰੀ ਬਣਾਇਆ ਆ। ਠੀਕ ਹੈ, ਉਹ ਚਾਹੇ ਜੰਮੂ ਕਸ਼ਮੀਰ ਪਾਵੇ ਰੌਲਾ, ਚਾਹੇ ਪੰਜਾਬ ਪਾਵੇ, ਸਾਨੂੰ ਮੌਕਾ ਮਿਲ ਜਾਊਗਾ। ਔਰ ਜੇ ਨਾ ਹੋਇਆ ਤਾਂ ਸਾਡਾ ਕੀ ਜਾਊ? ਉਦਾਂ ਤਾਂ ਹੈਗਾ ਹੀ ਆ। ਬੰਗਲਾਦੇਸ਼ ਦੇ ਵਿੱਚ ਤਾਂ ਇਹਨਾਂ ਨੇ 70-80 ਹਜ਼ਾਰ ਬੰਦਾ ਇੰਦਰਾ ਗਾਂਧੀ ਨੇ ਟ੍ਰੇਨ ਕਰਕੇ ਭੇਜਿਆ ਜੀ, ਜਿਹੜੇ ਉੱਥੇ ਜਾ ਕੇ ਉਹਨਾਂ ਨੂੰ ਟ੍ਰੇਨਿੰਗ ਵੀ ਦਿੰਦੇ ਸੀ, ਉਹਨਾਂ ਵੱਲੋਂ ਲੜੇ ਵੀ। ਜੇ ਉੱਥੇ ਕੁਝ ਵਾਪਰਦਾ ਤਾਂ ਉਹਨਾਂ ਦਾ ਨੁਕਸਾਨ ਹੋਣਾ ਸੀ। ਪਾਕਿਸਤਾਨ ਵਾਲੇ ਨੇ ਆਪਣੇ ਬੰਦੇ ਥੋੜਾ ਸਿੱਖਾਂ ਦੇ ਰੂਪ ਚ ਭੇਜੇ ਸੀ ਪੰਜਾਬ ਚ, ਨਹੀਂ ਨਾ। ਉਹ ਤਾਂ ਇੰਨਾ ਹੀ ਕੀਤਾ ਵੀ ਉਹਨੂੰ ਜੇ ਕਦੇ 10-15 ਬੰਦੇ ਚੱਲ ਗਏ, ਉੱਥੇ ਖੇਤਾਂ ਖੁੱਤਾਂ 'ਚ ਖੜ ਕੇ ਟ੍ਰੇਨਿੰਗ ਦੇ ਦਿੱਤੀ, ਹਥਿਆਰ ਫੜਾਤੇ, ਫੜ ਕੇ ਫੇਰ ਚਲ ਜਾਓ। ਉਹਨਾਂ ਨੂੰ ਤਾਂ ਨੁਕਸਾਨ ਤਾਂ ਸੀ ਜੇ ਉਹ ਆਪਣੇ ਬੰਦੇ ਸਿੱਖੀ ਸਰੂਪ ਦੇ ਵਿੱਚ ਸਿੱਖ ਬਣਾ ਕੇ ਇੱਥੇ ਭੇਜਦੇ ਲਿਆ ਕੇ ਜੀ, ਇਹਨਾਂ ਨੂੰ ਟ੍ਰੇਨਿੰਗ ਇੱਥੇ ਆ ਕੇ ਦਿੰਦੇ, ਇੱਥੇ ਦੇ ਸਿਟੀਜ਼ਨ ਬਣ ਕੇ ਉਹਦਾ ਦਿਖਾਵਾ। ਮਤਲਬ 1000 ਬੰਦਾ ਪੰਜਾਬ ਦਾ ਨਿਕਲ ਗਿਆ, 6 ਮਹੀਨੇ ਉੱਥੇ ਰਿਹਾ, ਉਹਨਾਂ ਦੇ ਬੰਦੇ ਪੱਗ ਬੰਨ ਕੇ ਤੇ ਦਾੜੀਆਂ ਰੱਖ ਕੇ ਉਹਨਾਂ ਉਸ ਉਦਾਂ ਦੇ ਆਇਡੈਂਟੀ ਕਾਰਡ ਲੈ ਕੇ ਇੱਥੇ ਆ ਵੜਦੇ। ਫੇਰ ਉਹਨਾਂ ਨੂੰ ਖਤਰਾ ਸੀ ਵੀ ਜੇ ਲੜਾਈ ਲੱਗੀ ਤਾਂ ਸਾਡੇ ਬੰਦੇ ਕਿੰਨੇ, ਮਿਲਟਰੀ ਦੇ ਬੰਦੇ ਕਿੰਨੇ ਜਿਹੜੇ ਮਰਨਗੇ। ਉਹ ਖਤਰਾ ਇੰਦਰਾ ਗਾਂਧੀ ਨੇ ਮੁੱਲ ਲੈ ਲਿਆ, ਹਨਾ। ਹੁਣ ਉਹਨਾਂ ਦਾ ਨੁਕਸਾਨ ਜਿਹੜਾ ਕੀਤਾ ਹੀ ਸਿੱਖਾਂ ਨੇ ਆ, ਤੇ ਤੁਸੀਂ ਕਿੱਦਾਂ ਸੁਪਨਾ ਲੈ ਲਿਆ ਵੀ ਹੁਣ ਤੁਹਾਡੇ ਹੱਕ 'ਚ ਕੱਢਣਗੇ ਜਾਣੀ। ਫਿਰ ਤੁਸੀਂ ਇੰਡੀਆ ਦੀ ਤਾਕਤ ਦਾ ਨੀਂਦਾ ਜਲਾ ਰਹੇ। ਹੁਣ ਜਿੱਦਾਂ ਦੀਆਂ ਜੱਬਲੀਆਂ ਜਾਣੀ ਉਸ ਵੇਲੇ ਮਰਵਾਈਆਂ ਗਈਆਂ, ਉਹਨੂੰ ਹੀ ਲੈ ਕੇ ਹੁਣ ਪੀੜ੍ਹੀ ਦਰ ਪੀੜ੍ਹੀ ਇਹ ਜਿਹੜੇ ਬੰਦੇ ਨਾ ਅਕਲ ਨਾ ਥੋ ਜੀਤੇ। ਉਹਨਾਂ ਨੇ ਇੱਥੇ ਲੰਡਨ ਦੇ ਵਿੱਚ ਮੀਟਿੰਗ ਕੀਤੀ ਆ ਇੱਕ ਜੀ, ਗੱਲਬਾਤ ਆ ਜਿਹੜੀ, ਬਾਕੀ ਉਹਨਾਂ ਦੀ ਵੀਡੀਓ ਉਹਨਾਂ ਦੇ ਉੱਤੇ ਵੀ ਹੋਣੇ ਵਾਲੀ ਰਹਿੰਦੀ ਆ। ਪਰ ਉਹ ਵੀਡੀਓ ਜਿਹੜੀ ਇਹਨਾਂ ਨੇ ਕਈ ਦਿਨ ਰੌਲਾ ਪਾਇਆ ਪਹਿਲਾਂ ਵੀ ਇੰਗਲੈਂਡ ਦੇ ਵਿੱਚ ਸਾਰੀਆਂ ਜਥੇਬੰਦੀਆਂ ਦੀ ਬਹੁਤ ਵੱਡੀ ਮੀਟਿੰਗ ਕੀਤੀ ਜਾ ਰਹੀ ਆ। ਜਿਨ੍ਹਾਂ ਨੇ ਵੀਡੀਓ ਦੇਖੀ, ਹੁਣ ਵੀਡੀਓ ਤਾਂ ਸਭ ਤੋਂ ਚਲਾ ਨਹੀਂ ਹੋਣੀ, ਆਪਾਂ ਸੈਚਰਡੇ ਦੇਖਾਂਗੇ ਜਿਹੜਾ ਵੀਡੀਓ ਲਾਈਵ ਪ੍ਰੋਗਰਾਮ ਹੋਣਾ ਉਹਦੇ ਵਿੱਚ ਕਿੱਦਾਂ ਹੁੰਦੀ ਆ। ਹਾਂਜੀ, ਹੁਣ ਆਡੀਓ ਜਿਹੜੀ ਆ ਸੁਣ ਜਾਣੀ ਆ, ਵੀਡੀਓ ਸ਼ੇਅਰ ਕਰ ਦਿਆਂਗੇ ਫੇਸਬੁੱਕ ਤੇ। ਬਹੁਤ ਸਾਰੇ ਦੋਸਤਾਂ ਮਿੱਤਰਾਂ ਨੇ ਦੇਖ ਲਈ ਆ, ਉਹ ਲਾਈਵ ਵੀ ਉਹ ਪ੍ਰੋਗਰਾਮ ਦੇਖ ਲਿਆ। ਉਹਦੇ ਵਿੱਚ ਚਲੋ 50-100 ਜਿੰਨੇ ਕੁ ਵੀ ਬੰਦੇ ਬੈਠੇ ਆ
ਉਹਨਾਂ ਨੇ ਸਾਰੇ ਇੰਗਲੈਂਡ ਤੋਂ ਰੌਲਾ ਰੱਪਾ ਪਾ ਕੇ ਇਕੱਠੇ ਕਰਕੇ ਤੇ ਇਹ ਕੋਸ਼ਿਸ਼ ਕੀਤੀ ਆ ਆਪਣੀ। ਹੁਣ ਜਿਹੜੀਆਂ ਦਲੀਲਾਂ ਉਹ ਦਿੰਦੇ ਆ ਉਹ ਬੜੀਆਂ ਹਾਸੋਹੀਣ ਨੇ। ਵੀਡੀਓ ਲੰਬੀ ਆ, ਕੋਸ਼ਿਸ਼ ਆਪਾਂ ਕਰ ਲਵਾਂਗੇ ਆਉਣ ਵਾਲੇ ਸਮੇਂ 'ਚ। ਅੱਜ ਹੁਣ ਪਤਾ ਨਹੀਂ ਜਿੰਨੀ ਕੁ ਚੱਲੂਗੀ ਸਾਤੋਂ ਚਲਾਵਾਂਗੇ ਆਪਾਂ, ਠੀਕ ਹੈ ਜੀ। ਤੇ ਜੇ ਟਾਈਮ ਜ਼ਿਆਦਾ ਲੱਗਦਾ ਹੋਇਆ ਤੇ ਆਉਣ ਵਾਲੇ ਦਿਨਾਂ 'ਚ ਆਪਾਂ ਉਹਦੇ 'ਚ ਕੋਸ਼ਿਸ਼ ਕਰ ਲਾਂਗੇ ਯਾਦਵਿੰਦਰ ਉਹਨਾਂ ਨੂੰ ਕਹਿ ਕੇ ਕਿਸੇ ਨੂੰ ਵੀ ਇਹਦੇ ਵਿੱਚ ਜਿੱਥੇ ਜਿੱਥੇ ਕੋਦਾਂ ਦੀ ਸਟੇਟਮੈਂਟ ਜਿਹੜੀ ਦਿੱਤੀ ਉਹ ਆ ਵਿਚਾਰਨੇ ਵਾਲੀ ਆ, ਉਹਨੂੰ ਆਪਾਂ ਸਕਿਪ ਕਰ ਕਰਕੇ ਵਿਚਾਰਦੇ ਜਾਵਾਂਗੇ। ਓਕੇ, ਠੀਕ ਹੈ। ਨਹੀਂ ਤਾਂ ਆਪਾਂ ਅਜੇ ਇਹਨੂੰ ਹੁਣ ਸ਼ੁਰੂ ਕਰ ਲੈਂਦੇ ਆ ਜਾਨੀ। ਠੀਕ ਹੈ, ਠੀਕ ਹੈ ਜੀ। ਤੇ ਬਾਕੀ ਬ੍ਰੇਕ ਆਪਾਂ ਲੈਣੇ ਥੋੜਾ ਚਿਰ ਠਹਿਰ ਕੇ। ਆਓ ਪਹਿਲਾਂ ਜੀਤੇ ਹੁਣਾਂ ਨੂੰ ਸੁਣ ਲਈਏ। ਗੁਰ ਕੀ ਨਿੰਦਾ ਸੁਣੇ ਨਾ ਕਾਨ, ਭੇਟਾ ਸੰਗ। ਸੌਰੀ ਜੀ, ਜੀਤਾ ਜਿਆਦਾ ਕਾਲਾ ਆ ਥੋੜਾ ਜਿਹਾ, ਤੇ ਆਪਾਂ ਥੋੜਾ ਜਿਹਾ ਇਹਨੂੰ ਸਿਸਟਮ ਨਾਲ ਕਨੈਕਟ ਕਰ ਦਈਏ, ਫਿਰ ਤੁਹਾਨੂੰ ਸੁਣਾਉਂਦੇ ਆ। ਹਾਂਜੀ। ਨਿੰਦਾ ਸੁਣੇ ਨਾ ਕਾਨ, ਭੇਟਾ ਸੰਗ ਕਰੇ ਕਿਰਪਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਾ ਨਹੀਂ ਸਰੋਤਿਆਂ ਨੂੰ ਇਸ ਗੱਲ ਦਾ ਕਿੰਨਾ ਕੁ ਅਹਿਸਾਸ ਆ ਵੀ ਜਿਹੜੀ ਆ ਪੰਕਤੀ ਬੋਲੀ ਆ ਜੀਤੇ ਨੇ, ਹਾਂਜੀ, ਗੁਰ ਕੀ ਨਿੰਦਾ ਸੁਣੇ ਨਾ ਕਾਨ, ਭੇਟਾ ਸੰਗ ਕਰੇ ਕਿਰਪਾਨ। ਬਹੁਤ ਵਾਰੀ ਇਹ ਲਾਈਨ ਜਿਹੜੀ ਆ ਬੋਲੀ ਜਾਂਦੀ ਹੈ। ਇੱਥੇ ਸਾਡੇ ਵੀ ਜਦੋਂ ਮੁਜ਼ਾਹਰਾ ਕਰਨ ਆਏ ਆ ਉਹਨਾਂ ਨੇ ਵੀ ਤਖਤੀਆਂ ਜਿਹੜੀਆਂ ਫੜੀਆਂ ਆ ਉਹਦੇ ਉੱਤੇ ਇੱਕ ਥਾਂ ਤੇ ਲੱਗੀ ਹੋਈ ਸੀ ਇਹ। ਠੀਕ ਹੈ। ਜੇ ਕਿਸੇ ਟਕਸਾਲੀ ਨੂੰ ਜਿਹੜਾ 10ਵੇਂ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਦੀ ਬਾਣੀ ਮੰਨਦਾ ਆ, ਹਾਂਜੀ, ਉਹਨੂੰ ਪਤਾ ਹੋਵੇ ਵੀ ਇਹ ਪੰਕਤੀ ਦਾ ਸਰੋਤ ਕੀ ਆ, ਤੇ ਉਹ ਕੋਈ ਪੋਸਟ ਪਾ ਦੇਵੇ ਲਿਖ ਕੇ ਜਾਂ ਫੋਨ ਕਰਕੇ ਸਾਨੂੰ ਦੱਸ ਦੇਵੇ। ਆਉਣੇ ਹੋਵੇ ਟਕਸਾਲੀ ਕੋਈ ਜੀ, ਸਾਡੇ ਬੰਦੇ ਨਾਲ ਕੋਸ਼ਿਸ਼ ਕਰਨ, ਕੋਈ ਗੱਲ ਨਹੀਂ, ਉਹ ਸਾਡੇ ਤਾਂ ਅੰਦਾਜ਼ੇ ਹੋਣੇ ਆ। ਅਸਲੀ ਗੱਲ ਉਹ ਦੱਸਣਗੇ ਵੀ ਕਿੱਥੋਂ ਆਈ ਆ ਇਹ ਸਾਡੇ ਵਿੱਚ। ਠੀਕ ਆ। 9 ਪਾਤਸ਼ਾਹੀਆਂ ਦਾ ਜੀਵਨ ਜੀ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ, ਠੀਕ ਆ, 9ਵੇਂ ਪਾਤਸ਼ਾਹ ਤੱਕ ਸਾਰਾ ਜੀਵਨ ਇਹ ਟਕਸਾਲ ਜਿਹੜੀ ਕਹਾਉਂਦੀ ਨਾ ਆਪਣੇ ਆਪ ਨੂੰ ਦਮਦਮੀ ਟਕਸਾਲ, ਹਾਂਜੀ, ਇਹਦੀਆਂ ਬਦਬਖਤੀਆਂ ਕਰਕੇ ਮਿੱਟੀ 'ਚ ਰੁਲ ਗਿਆ। ਗੁਰੂ ਗ੍ਰੰਥ ਸਾਹਿਬ ਸਿਰਫ ਪ੍ਰਕਾਸ਼ ਕਰਕੇ ਅਸੀਂ ਜਿਹੜੀ ਪ੍ਰਚਾਰਕਾਂ ਨੇ ਕਮਾਈ ਕਰਨੀ ਆ, ਪ੍ਰਬੰਧਕਾਂ ਨੇ ਆਪਣੇ ਦਿਨ ਤਿਉਹਾਰ ਜਿਹੜੇ ਮਨਾਉਣੇ ਆ, ਹਾਂਜੀ, ਸਾਧਾਂ ਨੇ ਡੇਰੇ ਚਲਾਉਣੇ ਆ, ਉਹਦੇ ਲਈ ਰਹਿ ਗਿਆ। ਨਾ ਉਹਨੂੰ ਵਿਚਾਰਿਆ ਗਿਆ ਉਸ ਐਂਗਲ ਤੋਂ, ਉਸ ਇਨਕਲਾਬੀ ਲਹਿਰ ਦੇ ਪੱਖ ਤੋਂ ਵੀ ਗੁਰੂ ਨਾਨਕ ਪਾਤਸ਼ਾਹ ਕਰਨਾ ਕੀ ਚਾਹੁੰਦੇ ਸੀ ਜੀ, ਉਸ ਵੇਲੇ ਸਮੱਸਿਆਵਾਂ ਕਿਹੜੀਆਂ ਸੀਆਂ। ਉਹਨਾਂ ਦੇ ਜੀਵਨ ਕਾਲ ਦੇ ਵਿੱਚ ਜਿਹੜੇ ਉਹਨੇ ਪੈਂਤੜੇ ਲਏ, ਜਿਹੜੇ ਤਰੀਕੇ ਅਪਣਾਏ, ਉਹਨਾਂ ਦੇ ਨਾਲ ਉਹ ਕਿੰਨੇ % ਘਟੀਆਂ ਕਾਬੂ ਚ ਆਈਆਂ ਜੀ, ਉਹਦੇ ਨਾਲ ਨਵੀਆਂ ਸਮੱਸਿਆਵਾਂ ਕਿਹੜੀ ਇੱਕ ਸਥਿਤੀ ਚੋਂ ਨਿਕਲ ਕੇ ਕਿਹੜੀ ਚ ਗਏ ਅਸੀਂ, ਤੇ ਨਵੀਂ ਥਾਂ ਤੇ ਜਾ ਕੇ ਕਿਹੜੀਆਂ ਨਵੀਆਂ ਸਮੱਸਿਆਵਾਂ ਖੜੀਆਂ ਹੋਈਆਂ। ਉਹਦੇ ਨਾਲ ਉਹਦੇ ਵਿੱਚੋਂ ਕਿੱਦਾਂ ਦਾ ਸਮਾਂ ਬਣਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਤਬਦੀਲੀ ਹੋ ਰਹੀ ਸਮਾਜ ਦੇ ਵਿੱਚ, ਫਿਰ ਉਹ ਸਮੱਸਿਆਵਾਂ ਦੇ ਵੱਖਰੇ ਤਰੀਕੇ ਨਾਲ ਉਜਾਗਰ ਹੋਣ ਦੇ ਕਿੰਨੇ ਚਾਂਸ ਆ। ਜਦੋਂ ਕਿਸੇ ਹੋਰ ਐਂਗਲ ਤੋਂ ਉਦਾਂ ਦੀ ਸਮੱਸਿਆ ਖੜੀ ਹੁੰਦੀ, ਫੇਰ ਕਿੱਦਾਂ ਕਾਬੂ ਕਰਨਾ ਉਹਨੂੰ ਜੀ, ਇਹਦੇ ਉੱਤੇ ਕੋਈ ਡਿਸਕਸ਼ਨ ਨਹੀਂ ਹੋਈ। ਠੀਕ ਹੈ। ਬਸ ਇੱਕੋ ਹੀ ਗੱਲ ਵੀ ਸਾਨੂੰ ਸਾਡਾ ਬਾਪੂ ਕਹਿ ਗਿਆ ਵੀ ਹਥਿਆਰ ਚੱਕਣੇ ਆ, ਲਾਇਸੈਂਸ ਨਹੀਂ ਲੈਣਾ ਕਿਸੇ ਤੋਂ। ਜਿੱਥੇ ਕਿਤੇ ਮੌਕਾ ਬਣਦਾ ਹੈ ਉੱਥੇ ਅਸੀਂ ਗੱਤਕਾ ਖੇਡਣ ਲੱਗ ਪੈਂਦੇ ਹਾਂ, ਹਾਂਜੀ, ਟਿਊਬਾਂ ਭੰਨੀ ਜਾਂਦੇ ਆ। ਠੀਕ ਹੈ। ਥੋੜੇ ਮਾਰ ਮਾਰ ਕੇ ਹਦਵਾਣੇ ਭੰਨੀ ਜਾਂਦੇ ਆ। ਇੱਕ ਬੰਦੇ ਨੂੰ ਲੰਮਾ ਪਾ ਲੈਂਦੇ ਆ, ਅੱਖਾਂ ਤੇ ਪੱਟੀ ਬੰਨ ਲੈਂਦਾ, ਇੱਕ ਜਣਾ ਥੋੜਾ ਲੈ ਲੈਂਦਾ, 10-15 ਹਦਵਾਣੀ ਰੱਖ ਲੈਂਦਾ, ਗੱਬੇ ਇੱਕ ਬੰਦਾ ਪਿਆ ਹੁੰਦਾ, ਹਨਾ, ਉਹ ਸ਼ੋਅ ਕਰਦਾ ਹੈ ਵੀ ਅੱਖਾਂ ਮੀਟ ਕੇ ਵੀ ਮੈਂ ਹਦਵਾਣਾ ਹੀ ਭੰਨੂਗਾ, ਬੰਦੇ ਦੇ ਸਿਰ 'ਚ ਨਹੀਂ ਮਾਰੂਗਾ। ਬੱਜਿਆ ਵੀ ਸੀ ਪਿੱਛੇ ਇੱਕ ਦੇ। ਹਾਂ, ਨਹੀਂ ਮਤਲਬ ਜਾਨੀ ਉਹਦੇ ਵਿੱਚੋਂ ਕੀ ਲਿਆਕਤ ਗੁਰੂ ਸਾਹਿਬ ਦੀ, ਕੀ ਅਸੀਂ ਸਾਬਤ ਕਰਨਾ ਚਾਹੁੰਦੇ ਹਾਂ। ਠੀਕ ਹੈ। ਹੁਣ ਉਹ ਜਿਹੜੀ ਅਸਲ ਸਮੱਸਿਆ ਹੈ ਜੀ, ਉਹ ਇਹ ਆ ਵੀ ਇਹ ਟਕਸਾਲ ਨੇ, ਇਹਨਾਂ ਨੇ ਆਪਣੇ ਆਪ ਨੂੰ ਗੁਰੂ ਸਾਹਿਬ ਤੋਂ ਚੱਲੇ ਹੋਏ ਦੱਸ ਕੇ ਸਾਰੇ ਪੰਥ ਤੇ ਸਾਰੀ ਕੌਮ ਤੇ ਕਬਜ਼ਾ ਕਰ ਲਿਆ ਆ। ਆਪਣੇ ਆਪ ਨੂੰ ਉਹਨਾਂ ਦੇ ਖੈਰਗਵਾਹ ਦੱਸਣ ਲੱਗ ਪਏ ਆ, ਸਾਡੇ ਆਗੂ ਬਣ ਕੇ ਬਹਿ ਗਏ ਆ। ਠੀਕ ਆ। ਜਿਹੜੀ ਪਰਿਭਾਸ਼ਾ ਉਹ ਦਿੰਦੇ ਆ ਸਾਨੂੰ ਉਹਦੇ ਵਿੱਚ ਜੀਣਾ ਪੈ ਰਿਹਾ ਆ ਜੀ। ਆਪਣਾ ਉਹਨਾਂ ਦਾ ਸਾਰਾ ਕੁਝ ਹਿੰਦੂਆਂ ਦੇ ਨਾਲ ਮਿਲ ਰਿਹਾ ਹੈ। ਜਿਹੜੀ ਸਮੱਸਿਆ ਗੁਰੂ ਨਾਨਕ ਦੇਵ ਜੀ ਦੇ ਵੇਲੇ ਸੀ, ਉਹਨੂੰ ਕਦੇ ਨਹੀਂ ਦੇਖਿਆ ਗਿਆ, ਕਦੇ ਨਹੀਂ ਵਿਚਾਰਿਆ ਗਿਆ ਵੀ ਸਾਡਾ ਧਰਮ ਸ਼ੁਰੂ ਕਿਉਂ ਹੋਇਆ, ਜੇ ਸਾਰੇ ਕੰਮ ਹੀ ਹਿੰਦੂਆਂ ਵਾਲੇ ਕਰਨੇ ਆ। ਹਾਂਜੀ, ਠੀਕ ਹੈ। ਅੱਜ ਜਿੱਦਾਂ ਗੀਤਾ ਦਾ ਅਖੰਡ ਪਾਠ ਹੁੰਦਾ, ਜਿਹੜੀ ਸਮੱਗਰੀ ਉਹਦੇ ਲਈ ਚਾਹੀਦੀ ਹੁੰਦੀ ਆ, ਉਹੀ ਸਮੱਗਰੀ ਸਾਡੇ ਅਖੰਡ ਪਾਠ ਲਈ ਚਾਹੀਦੀ ਹੁੰਦੀ ਆ। ਜਿੱਦਾਂ ਦੇ ਸੰਪਟ ਉਹ ਕਰਦੇ ਆ, ਉਦਾਂ ਦੇ ਅਸੀਂ ਕਰਦੇ ਆ। ਹਾਂਜੀ, ਜਿੱਦਾਂ ਦੀ ਅਧਿਆਤਮਕਤਾ ਹਿੰਦੂਆਂ ਵਾਲੀ ਆ, ਉਦਾਂ ਦੀ ਸਾਡੀ ਆ। ਠੀਕ ਹੈ। ਕੁਝ ਵੀ ਵੱਖਰਾ ਨਹੀਂ ਹੈਗਾ ਨਾ। ਹੁਣ ਇਹ ਚੀਜ਼ਾਂ ਆਈਆਂ ਪਤਾ ਨਹੀਂ ਕਿੱਥੋਂ ਆ,
ਤੇ ਕਿੱਦਾਂ ਸਾਡੇ ਸਿਰ ਮੜ ਦਿੱਤੀਆਂ ਗਈਆਂ। ਜਿਹੜੇ ਦੋਹਰੇ ਜੋ ਕੁਛ ਅਸੀਂ ਬੋਲਦੇ ਆ, ਜਿਹੜੇ ਬੋਲੇ ਆ ਸਾਡੇ, ਉਹਨਾਂ ਨੂੰ ਕਦੇ ਵੀ ਜਿਹੜਾ ਸਿੱਖ ਆ ਉਹ ਜਾਂ ਬਾਦਸ਼ਾਹ ਹੁੰਦਾ ਜਾਂ ਬਾਗੀ ਹੁੰਦਾ। ਹਾਂਜੀ, ਠੀਕ ਆ, ਵੀ ਕਹਿ ਲਰੇ ਹੈ ਕਿਆ ਰਾਜ ਕਰੇ, ਕਹਿ ਰਾਜ ਕਰੇ। ਠੀਕ ਆ, ਆ ਜਿਹੜੀ ਗੱਲ ਆ ਵੀ ਗੁਰੂ ਕੀ ਨਿੰਦਾ ਸੁਣੇ ਨਾ ਕਾਨ, ਭੇਟਾ ਸੰਕਰੇ ਕਿਰਪਾਨ। ਗੁਰੂ ਕੌਣ ਆ? ਹੁਣ ਗੁਰੂ ਕੌਣ ਆ? ਗੁਰੂ ਜੋ ਇਨੀ ਪ੍ਰਭਾਸ਼ਿਤ ਕੀਤਾ। ਠੀਕ ਆ, ਭਿੰਡਰਾਂ ਵਾਲੀ ਦੀ ਗੱਲ ਕਰੋ, ਨਿਤਨੇਮ ਦੇ ਵਿਰੁੱਧ ਬੋਲੋ, ਦਸਮਨਾਂ ਦੇ ਵਿਰੁੱਧ ਬੋਲੋ, ਉਹ ਕਹਿੰਦੇ ਗੁਰੂ ਕੀ ਨਿੰਦਾ ਸੁਣੇ ਨਾ ਕਾਨ, ਭੇਟਾ ਸੰਕਰੇ ਕਿਰਪਾਨ ਜੀ। ਠੀਕ ਹੈ, ਸੜ ਜਾ ਇਹਨਾਂ ਦੀ ਜ਼ਬਾਨ। ਟਕਸਾਲ ਨੇ ਸਾਰਾ ਕੁਝ ਗੁਰੂ ਦੇ ਉਲਟ ਕੀਤਾ ਜਾਣੀ। ਠੀਕ ਹੈ, 15,000 ਗਲਤੀਆਂ ਉਹ ਟਕਸਾਲ ਦਾ ਮੁਖੀ ਕਹਿੰਦਾ ਗੁਰਬਚਨ ਸਿੰਘ ਭਿੰਡਰਾਂਵਾਲਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ। ਹਾਂਜੀ, ਠੀਕ ਹੈ, ਕਦੇ ਇਨੀ ਇਹ ਗੱਲ ਉਹ ਜਾ ਕੇ ਕਿਰਪਾਨ ਕੱਢ ਕੇ ਉਹਨੂੰ ਲਲਕਾਰਿਆ ਨਹੀਂ ਹੈਗਾ ਵੀ ਗੱਲ ਸੁਣੋ ਗੁਰਬਚਨ ਸਿੰਘ, ਸਾਨੂੰ ਗੁਰੂ ਸਾਹਿਬ ਨੇ ਕਿਹਾ ਸੀ ਗੁਰੂ ਕੀ ਨਿੰਦਾ ਸੁਣੇ ਨਾ ਕਾਨ, ਭੇਟਾ ਸੰਕਰੇ ਕਿਰਪਾਨ। ਠੀਕ ਹੈ, ਹੁਣ ਗੁਰੂ ਨੂੰ ਵੀ ਪ੍ਰਭਾਸ਼ਿਤ ਇਦਾਂ ਕਰਦੇ ਆ ਵੀ ਜਿਹੜੇ ਇਹਨਾਂ ਦੇ ਬ੍ਰਹਮ ਗਿਆਨੀ, ਜਿਹੜੇ ਇਹਨਾਂ ਦੇ ਆਗੂ, ਜਿਹੜੀ ਇਹਨਾਂ ਦੀ ਮਨੌਤ ਆ, ਜੇ ਕੋ ਉਹਦੇ ਉੱਤੇ ਬੋਲਦਾ ਫਿਰ ਕਹਿੰਦੇ ਵੀ ਨਹੀਂ ਗੁਰੂ ਕੀ ਨਿੰਦਾ ਸੁਣੇ ਨਾ ਕਾਨ। ਠੀਕ ਹੈ, ਠੀਕ ਹੈ। ਹੁਣ ਇਹ ਗੱਲ ਗੁਰੂ ਸਾਹਿਬ ਕਿੱਦਾਂ ਕਹਿ ਸਕਦੇ ਆ ਵੀ ਜਿਹੜੀ ਚਿਰ ਸਥਾਈ ਨਹੀਂ ਹੈਗੀ, ਜਿਹੜੀ ਹਰੇਕ ਸਮੇਂ ਸਥਾਨ ਤੇ ਲਾਗੂ ਹੀ ਨਹੀਂ ਹੋ ਸਕਦੀ। ਹਾਂਜੀ, ਜੇ ਕੋਈ ਨਿੰਦਾ ਕਰਦਾ, ਤੁਸੀਂ ਕੌਣ ਹੁੰਨੇ ਆ ਇਹ ਫੈਸਲਾ ਕਰਨੇ ਵਾਲੇ? ਵੀ ਜਿਹੜਾ ਕ੍ਰਿਟਿਸਿਜ਼ਮ ਆ ਉਹਨੂੰ ਨਿੰਦਾ ਕਹਿ ਕੇ ਅਸੀਂ ਇਦਾਂ ਕਿੱਦਾਂ ਕਰ ਦਿਆਂਗੇ ਵੀ ਉਹਦਾ ਸਿਰ ਲਾਵਾਂਗੇ ਅਸੀਂ ਜਾ ਕੇ? ਉਹ ਵੀ ਆਜ਼ਾਦੀ ਆ ਮਨੁੱਖ ਦੀ। ਹੁਣ ਮੁਸਲਮਾਨਾਂ ਜਿੰਨੇ ਵੀ ਤੁਸੀਂ ਉਹਨਾਂ ਜਿੰਨੀ ਬਹੁਗਿਣਤੀ ਹੈਗੇ ਆ ਨਾ, ਨਹੀਂ ਨਾ। ਜਦੋਂ ਉਹਨਾਂ ਦੀ ਮਨੌਤ ਆ, ਜਿਹੜੀ ਉਹਨਾਂ ਦਾ ਧਰਮ ਆ, ਜਿਹੜਾ ਮੁਸਲਮਾਨ ਬਣਨ ਦਾ ਵਿਧਾਨ ਆ ਜੀ, ਵੀ ਉਹ ਸੁਨਨਤ ਕਰਕੇ ਐਂਟਰ ਹੁੰਦੇ ਆ, ਕਰ ਰਹੇ ਆ। ਠੀਕ ਹੈ ਨਾ, ਤੇ ਉਹਨਾਂ ਦਾ ਸਭ ਤੋਂ ਵੱਡਾ ਅਕੀਦਾ ਜਿਹੜਾ ਆ, ਸਾਰੀ ਹੁਣ ਜ਼ਿੰਦਗੀ ਜੀਣੀ ਜਿਹੜੀ ਧਰਮ ਦੀ ਸ਼ੁਰੂਆਤ ਹੁੰਦੀ ਆ ਉਹ ਹੁੰਦੀ ਸੁਨਨਤ ਤੋਂ। ਠੀਕ ਹੈ, ਜਿਹੜਾ ਅੰਤ ਹੁੰਦਾ ਉਹਨਾਂ ਦਾ ਉਹ ਹੁੰਦਾ ਮਰਨ ਤੋਂ। ਮਰਨ ਵੇਲੇ ਉਹ ਕਹਿੰਦੇ ਆ ਵੀ ਅਸੀਂ ਬੰਦੇ ਨੂੰ ਦੱਬ ਦੇਣਾ ਆ, ਇਨਸਾਨ ਨੂੰ, ਔਰਤ ਨੂੰ, ਕਿਸੇ ਨੂੰ ਵੀ ਦੱਬ ਦੇਣਾ। ਵੀ ਇੱਕ ਦਿਨ ਆਉਣਾ ਆ ਜਿਹੜੇ ਬੰਦੇ ਅੱਲਾ ਤੇ ਭਰੋਸਾ ਰੱਖਦੇ ਹੋਣੇ ਆ ਉਹ ਲੈ ਜਾਣੇ ਉਹਨਾਂ ਨੇ। ਹਾਂਜੀ, ਠਾਲ ਕੇ ਉਹ ਲੈ ਜਾਣੇ। ਹੁਣ ਉਹਦੇ ਉੱਤੇ ਗੁਰੂ ਸਾਹਿਬ ਕਹਿੰਦੇ ਵੀ ਗੱਲ ਸੁਣ ਮੁਸਲਮਾਨਾਂ, ਗੱਲ ਸੁਣ। ਹਾਂਜੀ, ਤੂੰ ਕਹਿੰਦਾ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਆ ਵੀ ਜਿਹੜੇ ਮੈਂ ਦੱਬਿਓ ਆ, ਇਹ ਕਿਆਮਤ ਦੇ ਦਿਨ ਅੱਲਾ ਨੇ ਉਠਾ ਕੇ ਸਵਰਗ ਬਹਿਸ਼ਤ ਵਿੱਚ ਲੈ ਜਾਣੇ ਆ। ਮੇਰੀ ਗੱਲ ਸੁਣ, ਤੈਨੂੰ ਪਤਾ ਵੀ ਜਿੱਥੇ ਬੰਦੇ ਦਫਨਾਏ ਜਾਂਦੇ, ਦੱਬੇ ਜਾਂਦੇ ਆ, ਉਹ ਮਿੱਟੀ ਸਭ ਤੋਂ ਵੱਧ ਚੀਕਣੀ ਹੋ ਜਾਂਦੀ। ਤੈਨੂੰ ਪਤਾ ਵੀ ਜਦੋਂ ਕੁਮਾਰ ਨੇ ਭਾਂਡੇ ਘੜਨੇ ਹੁੰਦੇ ਆ, ਉਹ ਚੀਕਣੀ ਮਿੱਟੀ ਲੱਭਦਾ। ਹਾਂਜੀ, ਤੈਨੂੰ ਪਤਾ ਵੀ ਉਹ ਤੇਰੀ ਕਬਰਾਂ ਦੀ ਮਿੱਟੀ ਲਿਆ ਕੇ ਉਹਦੇ ਭਾਂਡੇ ਬਣਾ ਕੇ, ਤੂੰ ਕਹਿੰਦਾ ਅੱਗ ਨਹੀਂ ਲਾਉਣੀ, ਪਾ ਪਿਆ, ਫਿਰ ਉਹ ਭਾਂਡੇ ਘੜ ਕੇ ਉਹਨੂੰ ਅੱਗ ਦੇ ਵਿੱਚ ਰੱਖਦਾ। ਠੀਕ ਆ, ਹੁਣ ਜਿਹੜੀ ਸੀਗੀ ਸੁਨਨਤ ਦੀ ਗੱਲ, ਉਹਦੇ ਬਾਰੇ ਕਬੀਰ ਸਾਹਿਬ ਕਹਿੰਦੇ ਵੀ ਸੁਨਨਤ ਕੀ ਤੁਰਕ ਜੇ ਹੋਏਗਾ, ਔਰਤ ਕਾ ਕਿਆ ਕਰੀਏ। ਰਾਮ ਰਾਜ ਦੇ ਬਾਰੇ ਇਹੀ ਕਹਾਣੀ ਘੜੀ ਗਈ ਆ ਵੀ ਕਾਜ਼ੀਆਂ ਨੇ ਔਰੰਗਜ਼ੇਬ ਕੋ ਸ਼ਿਕਾਇਤ ਲਾਈ ਵੀ ਇਹ ਜਿਹੜੇ ਧਰਮ, ਕਿਉਂਕਿ ਸਵਾਲਾਂ ਦੇ ਜਵਾਬ ਦੇਣ ਗਿਆ ਸੀ, ਗੱਲਬਾਤ ਹੋਈ, ਕਹਿੰਦੇ ਲਿਆਕਤ ਬਹੁਤ ਸੀ, ਯੋਗ ਸੀ ਉਹ ਜੀ, ਗੁਰੂ ਦੇ ਲੈਵਲ ਕੈਡਰ ਦਾ ਬੰਦਾ ਸੀਗਾ, ਤੇ ਉਹ ਕਨਵਿੰਸ ਹੋ ਗਿਆ ਬਾਦਸ਼ਾਹ। ਉਹਨਾਂ ਨੇ ਕਾਜ਼ੀਆਂ ਨੇ ਫਿਰ ਹਾਥ ਦਲੀਲ ਮੋਹਰੇ ਰੱਖੀ, ਕਹਿੰਦੇ ਵੀ ਗੁਰਬਾਣੀ ਦੇ ਵਿੱਚ ਲਿਖਿਆ ਆ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਤੇ ਰਾਮ ਰਾਏ ਕਹਿੰਦਾ ਵੀ ਨਹੀਂ ਮਿੱਟੀ ਮੁਸਲਮਾਨ ਕੀ ਨਹੀਂ ਉੱਥੇ ਲਿਖਿਆ, ਉੱਥੇ ਮਿੱਟੀ ਬੇਈਮਾਨ ਕੀ ਲਿਖਿਆ ਹਨਾ। ਹੁਣ ਉਹਨਾਂ ਦੇ ਧਰਮ ਦੇ ਵਿੱਚ ਸ਼ੁਰੂ ਹੋਣ ਦੇ ਉੱਤੇ, ਸੁਨਨਤ ਦੇ ਉੱਤੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਟੰਗੜ ਕੀਤਾ ਗਿਆ, ਔਰ ਛੋਟਾ ਮੋਟਾ ਨਹੀਂ, ਚੈਲੰਜ ਆ ਇੱਕ। ਅੱਜ ਵੀ ਕਿਸੇ ਨੂੰ ਇਦਾਂ ਕਹਿ ਕੇ ਦਿਖਾ ਲਓ ਤੁਸੀਂ, ਵੱਡਾ ਸਵਾਲ ਹੈ ਧਰਮ ਤੇ। ਹਾਂ, ਕਹਿੰਦੇ ਵੀ ਜੇ ਤੁਸੀਂ ਸੁਨਨਤ ਕਰਕੇ ਤੁਸੀਂ ਕਹਿੰਦੇ ਮੁਸਲਮਾਨ ਹੁੰਦਾ, ਔਰਤ ਦੀ ਸੁਨਨਤ ਕਿੱਦਾਂ ਕਰਦੇ ਆ ਤੁਸੀਂ? ਕਿੱਡਾ ਵੱਡਾ ਸਵਾਲ ਹੈ, ਦੁਨੀਆ ਦੇ ਮੂਹਰੇ ਮਜ਼ਾਕ ਬਣਦਾ ਅਗਲੇ ਦਾ। ਠੀਕ ਹੈ, ਔਰ ਗੱਲ ਕਬੀਰ ਜੀ ਦੀ ਆ ਇਹ। ਜੇ ਅਸੀਂ ਮੰਨ ਲਈਏ ਵੀ ਗੁਰੂ ਗੋਬਿੰਦ ਸਿੰਘ ਦੇ ਟਾਈਮ ਹੋਏ ਆ, ਫਿਰ ਵੀ ਨੇੜੇ ਤੇੜੇ 600 ਸਾਲ ਹੋ ਗਿਆ। 600 ਸਾਲ ਤੋਂ ਹਨਾ, 1617ਵੀਂ ਸਦੀ ਦੇ ਸ਼ੁਰੂ ਵਿੱਚ ਤਾਂ ਅਸੀਂ ਕਹਿੰਦੇ ਆ ਕਰ ਦਿੱਤਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ। ਤੇ ਹੁਣ 2100 ਚੱਲਦਾ, 21ਵੀਂ ਸਦੀ ਚੱਲਦੀ ਹੈ, 2000 ਠੀਕ ਹੈ, 21ਵੀਂ ਸਦੀ ਜਾਂਦੀ ਹੈ, ਯਾਨੀ 400 ਸਾਲ ਤਾਂ ਸਾਨੂੰ ਗ੍ਰੰਥ ਦੇ ਰੂਪ ਚ ਪ੍ਰਕਾਸ਼ ਕਰਕੇ ਗਾਉਂਦਿਆਂ ਨੂੰ ਹੋ ਗਏ।
ਠੀਕ ਆ। ਤੇ ਜਿਹੜੀ ਹੈਗੀ ਆ ਮਿੱਟੀ ਮੁਸਲਮਾਨ ਕੀ, ਉਹ ਗੁਰੂ ਨਾਨਕ ਦੇਵ ਜੀ, ਇਹ ਵੀ ਉਸੇ ਵੇਲੇ ਦੀ ਗੱਲ ਆ, ਰੋਜ਼ ਗੁਰਦੁਆਰਿਆਂ 'ਚ ਗਾਈ ਜਾਂਦੀ ਹੈ ਜੀ। ਤੇ ਜੇ ਉਹ ਅਗਲੇ ਕਹਿਣ ਵੀ ਗੁਰੂ ਕੀ ਨਿੰਦਾ ਸੁਣੇ ਨਾ ਕਾਨ, ਭੇਟਾ ਸੰਗ ਕਰੇ ਕਿਰਪਾਨ, ਇਮੇਜਿਨ ਕਰਕੇ ਦੇਖੋ ਵੀ ਜੇ ਮੁਸਲਮਾਨਾਂ ਵਰਗੀ ਕੌਮ ਇਹ ਐਲਾਨ ਕਰਦਾ ਹੈ ਵੀ ਜਿੱਥੇ ਵੀ ਗੁਰੂ ਸਾਡੀ ਨਿੰਦਾ ਕੀਤੀ ਗਈ ਆ, ਚਲੋ ਜਾ ਕੇ ਕਿਰਪਾਨ ਦੀ ਭੇਟਾ ਕਰਨੇ ਆ, ਗੁਰੂ ਗ੍ਰੰਥ ਸਾਹਿਬ ਦਾ ਕੀ ਬਣੂਗਾ? ਅਸੀਂ ਦੁਨੀਆ ਦੇ ਵਿੱਚ ਕਿੱਦਾਂ ਆਪਣੇ ਆਪ ਨੂੰ ਸਰਵਾਈਵ ਕਰਾਂਗੇ? ਅਸੀਂ ਜਿੰਨੇ ਰਾਗੀ ਆ ਸਾਡੇ ਸਾਰੇ ਆਸਾਖੀ ਵਾਰ ਗਾਉਂਦੇ ਆ, ਹਾਂਜੀ, ਉਹ ਰਿਕਾਰਡ ਕੱਢ ਲੈਣ, ਸੀਡੀਆਂ ਕੱਢ ਲੈਣ, ਕੱਲੇ ਕੱਲੇ ਨੂੰ ਲੱਭਦੇ ਫਿਰਨ। ਅਸੀਂ ਫੇਰ ਕਹਿਣਾ ਵੀ ਨਹੀਂ ਏਦਾਂ ਹੱਕ ਨਹੀਂ ਹੈਗਾ ਜੀ, ਹਾਂਜੀ, ਵੀ ਸਾਡੀ ਦਲੀਲ ਦਾ ਜਵਾਬ ਦਿਓ, ਆਪਣੀ ਵਾਰ ਨੂੰ ਦਲੀਲ ਦਾ ਜਵਾਬ ਦਿਓ, ਦੂਜਿਆਂ ਦੀ ਵਾਰ ਨੂੰ ਪੇ ਨਹੀਂ। ਸਾਡਾ ਗੁਰੂ, ਤੁਹਾਡਾ ਗੁਰੂ ਜਾਣੀ ਗੁਰੂ ਜੀਤੇ ਨੂੰ ਸਾਰੀ ਸਿੱਖਿਆ ਦੇ ਗਿਆ। ਇਹਨੂੰ ਪੁੱਛੇ ਵੀ ਕੰਜਰਾ ਜਾਂ ਹੋਟਲ 'ਚ ਗਿਆ ਸੀ, ਕਿਹੜੇ ਗੁਰੂ ਨੇ ਕਿਹਾ ਸੀ ਤੈਨੂੰ ਆਪਣੀ ਤੀਵੀਂ ਨੂੰ ਛੱਡ ਕੇ ਕਿਸੇ ਹੋਰ ਦੇ ਨਾਲ ਸੁੱਤਾਂ ਜਾ ਕੇ ਉਹਦੇ ਪੈਸੇ ਖਾਦੇ ਆ? ਉਹਦੀ ਪੰਕਤੀ ਸੁਣਾ ਦੇ ਕੋਈ, ਜਾਂ ਤਾਂ ਇਤਿਹਾਸ ਦਾ ਕੋਈ ਨਾ ਕੋਈ ਚੈਪਟਰ ਹੋਊਗਾ ਤੁਹਾਡੇ ਕੋਲ। ਜਿੰਨੇ ਤੁਸੀਂ ਜਿੰਨੀਆਂ ਵੀ ਕਰਤੂਤਾਂ ਕਰਦੇ ਆ ਜਾਣੀ, ਠੀਕ ਆ, ਆਮ ਬੰਦੇ ਨੂੰ ਭੜਕਾ, ਨੌਜਵਾਨੀ ਜਿਹੜੀ ਆ 84 ਦੇ ਟਾਈਮ ਇਦਾਂ ਭਟਕੀ ਆ। ਕੋਈ ਬੰਦਾ, ਮੇਰਾ ਚੈਲੰਜ ਆ ਜਾਣੀ, ਕੋਈ ਬੰਦਾ ਜਿਹੜਾ 78 ਤੋਂ ਲੈ ਕੇ 92 93 94 ਤੱਕ ਸੰਘਰਸ਼ ਦੇ ਵਿੱਚ ਰਿਹਾ ਹੋਵੇ, ਜਿਹੜਾ ਕਹਿੰਦਾ ਹੋਵੇ ਵੀ ਮੈਂ ਲੜਿਆ, ਭਿੰਡਰਾਂਵਾਲੇ ਨੂੰ ਮਿਲਿਆ, ਮੈਂ ਸੰਘਰਸ਼ ਲੜਿਆ, ਉਹ ਸਾਡੇ ਨਾਲ ਆਉਣੇ ਰੱਖ ਕੇ ਗੱਲ ਕਰੇ, ਕਿਉਂਕਿ ਪਤਾ ਹੋਊਗਾ ਉਹਨੂੰ ਵੀ ਅਸਲ 'ਚ ਵਾਪਰਿਆ ਕੀ ਆ। ਠੀਕ ਹੈ, ਦਲਜੀਤ ਸਿੰਘ ਬਿੱਟੂ ਵਰਗਿਆਂ ਨੂੰ ਚੰਗੀ ਤਰ੍ਹਾਂ ਪਤਾ ਵੀ ਸੰਧੂ ਦਾ ਕਤਲ ਕਿੱਦਾਂ ਹੋਇਆ, 92 ਦੀ ਇਲੈਕਸ਼ਨ ਦਾ ਬਾਈਕਾਟ ਕਿੱਦਾਂ ਹੋਇਆ। ਸਿਮਰਜੀਤ ਸਿੰਘ ਮਾਨ ਨੇ ਹੁਣੇ ਹੀ ਥੋੜੇ ਦਿਨ ਹੋਏ ਆ, ਅਕਾਲ ਚੈਨਲ ਦੇ ਉੱਤੇ ਕੋਈ ਪ੍ਰੋਗਰਾਮ ਚੱਲਦਾ ਸੀ ਜੀ, ਉਹਦੇ 'ਚ ਕਾਲ ਕੀਤੀ ਆ ਉਹਨੇ, ਕਾਲ ਕਰਕੇ ਬੇਨਤੀ ਹੈ ਸਰੋਤਿਆਂ ਨੂੰ ਵੀ ਜੇ ਕਿਸੇ ਕੋਲ ਰਿਕਾਰਡਿੰਗ ਹੋਈ ਤਾਂ ਪਹੁੰਚਾ ਦਿਓ ਸਾਨੂੰ, ਉਹਦੇ ਉੱਤੇ ਵਿਚਾਰ ਕਰਨੀ ਆ ਅਸੀਂ। ਹਾਂਜੀ, ਉਸ ਰਿਕਾਰਡਿੰਗ ਦੇ ਵਿੱਚ ਉਹ ਕਹਿ ਰਿਹਾ ਆ, ਕਹਿੰਦਾ ਜੀ 92 ਦੇ ਵਿੱਚ ਜਦੋਂ ਬੇਅੰਤ ਸਿੰਘ ਮੁੱਖ ਮੰਤਰੀ ਬਣਿਆ, ਹਾਂਜੀ, ਉਦੋਂ ਕੋਈ ਵੀ ਪੋਲੀਟੀਕਲ ਪਾਰਟੀ ਇਲੈਕਸ਼ਨ ਲੜ ਕੇ ਜਿੱਤ ਲੈਂਦੀ, ਕੋਈ ਵੀ ਪੋਲੀਟੀਕਲ ਪਾਰਟੀ ਦਾ ਬੰਦਾ ਪੰਜਾਬ ਦਾ ਮੁੱਖ ਮੰਤਰੀ ਬਣ ਜਾਂਦਾ, ਹਾਂਜੀ, ਇਹ ਨੌਜਵਾਨਾਂ ਦਾ ਕਤਲ ਉਹਨੂੰ ਕਰਨਾ ਹੀ ਪੈਣਾ ਸੀ। ਠੀਕ ਹੈ, ਇਹ ਪਹਿਲਾਂ ਤੈਅ ਹੋ ਚੁੱਕਾ ਸੀ। ਹੁਣ ਦੱਸੋ ਇਹਦਾ ਮਤਲਬ ਮਾਨ ਨੂੰ ਇਹ ਪਤਾ ਸੀ 92 ਦੇ ਵਿੱਚ ਜੀ ਭਈ ਜਿਹੜੀ ਵੀ ਸਰਕਾਰ ਬਣੀ ਆਉਣ ਵਾਲੇ ਸਮੇਂ 'ਚ ਨੌਜਵਾਨਾਂ ਦਾ ਕਤਲ ਹੋਣਾ ਆ। ਹਾਂਜੀ, ਇਹ ਹਥਿਆਰਾਂ ਨੂੰ ਕਾਬੂ ਕਰਨ ਲਈ ਆ ਕੁਛ ਕਰਨਾ ਉਹਨਾਂ ਨੇ। ਠੀਕ ਆ, ਇਹਨਾਂ ਨੇ ਨੌਜਵਾਨੀ ਨੂੰ ਆਗਾਹ ਕਰਨ ਦੇ ਲਈ, ਲੋਕਾਂ ਨੂੰ ਐਜੂਕੇਟ ਕਰਨ ਦੇ ਲਈ ਕੀ ਕੀਤਾ ਉਸ ਵੇਲੇ? ਕੁਛ ਨਹੀਂ, ਜਦ ਕਿ ਪਤਾ ਸੀ ਸਾਰਾ ਕੁਝ। ਜਿਹੜੇ ਬੰਦਿਆਂ ਨੇ ਖਾੜਕੂ ਸਫਾਂ ਦੇ ਵਿੱਚੋਂ ਸੰਘਰਸ਼, ਹਥਿਆਰਬੰਦ ਸੰਘਰਸ਼ ਕਰ ਰਹੇ ਲੋਕਾਂ ਵਿੱਚੋਂ, ਜਿਨ੍ਹਾਂ ਨੇ ਪੰਜਾਬ ਦੀ ਇਲੈਕਸ਼ਨ ਲੜਨ ਵਾਲੇ ਲੋਕਾਂ ਦਾ ਬਾਈਕਾਟ ਕੀਤਾ, ਉਹਨਾਂ ਦੇ ਬੰਦੇ ਮਾਰੇ ਆ। ਹਾਂਜੀ, ਉਹਨਾਂ ਨੇ ਹੀ ਕਾਂਗਰਸ ਸਰਕਾਰ ਦੀ ਸਪੋਰਟ ਕੀਤੀ ਆ। ਉਹ ਹੀ ਉਸੇ ਕਾਂਗਰਸ ਦੇ ਬੇਅੰਤ ਸਿੰਘ ਦੇ ਰਾਜ ਵਿੱਚ ਗਿੱਲ ਦੇ ਹੁੰਦਿਆਂ ਹੋਇਆਂ, ਹਾਂਜੀ, ਸੁੱਖੀ ਸਾਂਦੀ ਪਰਿਵਾਰਾਂ ਸਮੇਤ ਪੰਜਾਬ ਤੋਂ ਬਾਹਰਲੇ ਮੁਲਕਾਂ ਜਾ ਕੇ ਬਸ ਗਏ। ਠੀਕ ਹੈ, ਜਿਹੜੇ ਨਹੀਂ ਵੀ ਬਾਹਰ ਜਾ ਸਕੇ ਉਹਨਾਂ ਨੂੰ ਸੁਰੱਖਿਅਤ ਰੱਖਿਆ ਗਿਆ ਜੀ। ਜਿਹੜੇ ਗਰੁੱਪ ਨੇ ਬਾਈਕਾਟ ਕੀਤਾ ਉਦੋਂ, ਸਾਰੇ ਦਾ ਸਾਰਾ ਕਾਮਯਾਬ ਗਰੁੱਪ ਬੈਠਾ, ਪੰਜਵੜ ਹੁਣੀਆਂ, ਮੋਹਕਮ ਸਿੰਘ ਹੁਣੀਆਂ, ਮਨਜੀਤ ਸਿੰਘ ਆ, ਚਿਹੜੂ ਵਾਲਾ ਗਰੁੱਪ ਆ, ਦਲਜੀਤ ਸਿੰਘ ਬਿੱਟੂ ਹੁਣੀਆਂ, ਚੀਮੇ ਹੁਣੀਆਂ, ਹਰਪਾਲ ਚੀਮੇ ਹੁਣੀ, ਸਾਰੇ ਅੱਜ ਸੁਰੱਖਿਅਤ ਬੈਠੇ ਆ। ਹਾਂਜੀ, ਮਾਨੋ ਚਾਲ ਹੁਣੀ ਕਹਿੰਦੇ ਸੀ ਵੀ ਇਲੈਕਸ਼ਨ ਲੜਨੀ ਚਾਹੀਦੀ ਆ। ਠੀਕ ਆ, ਉਹਨਾਂ ਦੇ ਬੰਦੇ ਮਾਰੇ ਇਹਨਾਂ ਨੇ। ਬਿਲਕੁਲ ਠੀਕ ਆ। ਹੁਣ ਉਹ ਜਦੋਂ ਵੀ ਤੁਸੀਂ ਇਹਨਾਂ ਦੀਆਂ ਜਿਹੜੀਆਂ ਇਹਨਾਂ ਦਾ ਪਿਛੋਕੜ ਆ, ਉਹਨੂੰ ਫੋਲ ਕੇ ਦੇਖਣਾ, ਉਹਦੇ ਵਿੱਚੋਂ ਆਹੀ ਕੁਛ ਨਿਕਲਣਾ। ਹੁਣ ਜਿਹੜੇ ਬੰਦੇ ਇਹ ਗੱਲ, ਮੈਂ ਕਹਿੰਦਾ ਸੰਘਰਸ਼ ਦੇ ਰਿਹਾ ਆ ਕੋਈ ਬੰਦਾ, ਹਾਂਜੀ, ਇਹ ਗੱਲ ਸਾਡੇ ਨਾਲ ਆਉਣੇ ਰੱਖ ਕੇ ਕਰੇ ਵੀ ਕੀ ਉਸ ਵੇਲੇ ਕਿਹੜੀ ਸਮੱਸਿਆ ਸੀ ਸੰਘਰਸ਼ ਸ਼ੁਰੂ ਕਰਨ ਦੇ ਲਈ ਜੀ, ਕਿਹੜੀ ਟ੍ਰੇਨਿੰਗ ਸੀ, ਕਿੱਦਾਂ ਬੰਦੇ ਦਾਖਲ ਹੁੰਦੇ ਸੀ, ਕਿੱਦਾਂ ਉੱਥੇ ਰਿਕਾਰਡ ਰੱਖਿਆ ਜਾਂਦਾ ਵੀ ਸੀ ਜਾਂ ਨਹੀਂ, ਕੌਣ ਹਥਿਆਰ ਸਪਲਾਈ ਕਰਦਾ ਸੀ, ਕੌਣ ਟ੍ਰੇਨਿੰਗ ਦਿੰਦਾ ਸੀ ਉਹਨਾਂ ਦੀ, ਕਿੱਥੋਂ ਪੈਸਾ ਆਉਂਦਾ ਸੀ ਮੋਟਰਸਾਈਕਲ ਲੈਣ ਲਈ ਤੇ ਬਾਕੀ ਕੰਮ ਕਰਨ ਲਈ, ਕੌਣ ਇਹ ਤੈਅ ਕਰਦਾ ਸੀ ਵੀ ਇਹ ਬੰਦੇ ਨੇ ਦੋਸ਼ ਕੋਈ ਦਾ ਹੈਗਾ ਵੀ ਜਾਂ ਨਹੀਂ ਹੈਗਾ।
5-7 ਕਤਲ ਜਿਹੜੇ ਆ, ਚਲੋ ਲਾਲਾ ਜਗਤ ਨਾਰਾਇਣ ਦੀ ਗੱਲ ਆ ਜਾਂ ਬਾਦ ਵਿਦਿਆ ਉਹਨਾਂ ਦੀ ਬਾਦ ਦੀ ਵੀ ਜਿਹੜੀ ਗੱਲ ਆ, 10-20 ਬੰਦੇ ਹੋਣਗੇ ਜਾਣੀ ਜਿਹਦੇ ਬਾਰੇ ਇਹ ਕਿਹਾ ਜਾ ਸਕੂਗਾ ਵੀ ਇਹਦੇ ਉੱਤੇ ਆਹ ਗੱਲ ਕੌਮੀ ਤੌਰ ਤੇ ਮੰਨ ਲਈ ਗਈ ਸੀ ਵੀ ਬੰਦੇ ਸ਼ਰੇਆਮ ਸਾਡੇ ਮੂਹਰੇ ਬੋਲਦੇ ਆ। ਨਹੀਂ ਤਾਂ ਜਿਹੜੇ ਹਜ਼ਾਰਾਂ ਕਤਲ ਹੋਏ ਆ ਉਦਾਂ ਉਹ ਹੁਣ ਲਾਭ ਸਿੰਘ ਦੇ ਬਾਰੇ ਕਿਹਾ ਜਾਂਦਾ ਵੀ ਉਹਨੂੰ 51 ਕਤਲ ਜਿਹੜੇ ਆ 84 ਤੋਂ ਪਹਿਲਾਂ ਕਰ ਦਿੱਤੇ। ਕਿਹੜੇ ਸੀ ਉਹ ਬੰਦੇ, ਕਿਹੜੇ ਸੀ ਉਹ? ਠੀਕ ਆ, ਹੁਣ ਇਦਾਂ ਹੀ ਨੌਜਵਾਨੀ ਨੂੰ ਉਸ ਵੇਲੇ ਭਟਕਾ ਕੇ ਉਹਨਾਂ ਦੇ ਅੰਦਰ ਗਲਤ ਇਨਫੋਰਮੇਸ਼ਨ ਭਰ ਕੇ ਉਹਨਾਂ ਨੂੰ ਇਦਾਂ ਦੀਆਂ ਗਲਤ ਪੰਕਤੀਆਂ, ਗਲਤ ਗੱਲਾਂ ਸੁਣਾ ਕੇ ਭੜਕਾਇਆ ਗਿਆ। ਅੱਜ ਵੀ ਜਿਹੜੇ ਬੰਦੇ ਸੰਘਰਸ਼ ਦੇ ਸੰਬੰਧ ਵਿੱਚ ਜ਼ੋਰ ਲਾ ਕੇ ਕਹਿ ਰਹੇ ਆ ਵੀ ਠੀਕ ਸੀ ਉਹ ਸਰਕਾਰ ਆ ਅਤਿਆਚਾਰ ਕਰਦੀ ਸੀ, ਆ ਅਤਿਆਚਾਰ ਕਰਦੀ ਸੀ, ਉਹਨੂੰ ਪੁੱਛੋ, ਧਿਆਨ ਨਾਲ ਬਿਠਾਲੋ ਉਹਨੂੰ ਤੇ ਦੱਸੋ ਅੱਜ ਉਹ ਸਮੱਸਿਆਵਾਂ ਕਿੱਥੇ ਗਈਆਂ। ਜੀ ਨਿਰੰਕਾਰੀਆਂ ਨੂੰ ਉਦੋਂ ਨਹੀਂ ਬੋਲਣ ਦਿੱਤਾ ਗਿਆ। ਤੁਸੀਂ ਕਹਿੰਦੇ ਆ ਵੀ ਉਦੋਂ ਇਹ ਵੀ ਇੱਕ ਅਫਵਾਹ ਫੈਲਾਈ ਇਹਨਾਂ ਨੇ ਵੀ ਜਿਹੜਾ ਗੁਰਬਚਨ ਸਿੰਘ ਨਿਰੰਕਾਰੀ ਆ ਉਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਉਹਦੇ ਉੱਤੇ ਬਹਿੰਦਾ, ਇਸ ਕਰਕੇ ਮਾਰਿਆ ਉਹਨੂੰ। ਸੈਂਸ ਬਣਦੀ ਹੈ ਇਸ ਗੱਲ ਦੀ ਨਾ? ਕੋਈ ਬੰਦਾ ਆਪਣੇ ਆਪ ਨੂੰ ਜਾਣੀ ਜਿਹਨੇ ਗ੍ਰੰਥ ਹੀ ਵੱਖਰਾ, ਉਹਨੇ ਸਾਰਾ ਕੁਝ ਵੱਖਰਾ ਹੀ ਕਰ ਲਿਆ, ਵੱਖਰਾ ਧਰਮ ਬਣਾ ਲਿਆ ਇੱਕ। ਹੁਣ ਮੈਨੂੰ ਨਿਊਜ਼ੀਲੈਂਡ ਦੇ ਵਿੱਚ ਜਾਣੀ ਬੜੇ ਜ਼ਿੰਮੇਵਾਰ ਬੰਦੇ ਨੇ ਇਹ ਗੱਲ ਦੱਸੀ ਵੀ ਗੁਰਦੁਆਰੇ ਦੇ ਅੰਦਰ ਜਿੱਥੇ ਰਬਸ਼ ਸਿੱਟਿਆ ਹੋਇਆ ਸੀ ਰਮਾਲਿਆਂ ਦੇ ਵਿੱਚ, ਰਬਸ਼ ਵਾਲੇ ਰਮਾਲਿਆਂ ਦੇ ਵਿੱਚ, ਕਹਿੰਦਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੈਂ ਦੇਖਿਆ ਆਪ। ਠੀਕ ਹੈ, ਹੁਣ ਜਿੱਥੇ ਹੋ ਰਿਹਾ ਜਿਹੜੇ ਗ੍ਰੰਥੀ, ਜਿੱਥੇ ਜਿਹੜੇ ਬੰਦੇ ਗੁਰਦੁਆਰੇ 'ਚ ਸੇਵਾ ਕਰ ਰਹੇ ਆ ਉਹਨਾਂ ਲਈ ਤੁਸੀਂ ਕੀ ਕੀਤਾ? ਨਿਰੰਕਾਰੀ ਨੂੰ ਰੋਕਣ ਜਾਣ ਲੱਗਿਆ ਨੇ ਵੀ ਉਹਦੇ ਕੋਲ ਸਰੂਪ ਚਲਾ ਗਿਆ, ਕਿਤੇ ਗਿਆ ਹੀ ਹੋਊਗਾ ਹੈਨਾ। ਉਹ ਬੰਦਾ ਤੁਹਾਡੇ ਧਰਮ ਤੋਂ ਬਾਗੀ ਸੀਗਾ, ਉਹ ਸਰੂਪ ਲੈ ਕੇ 78 ਦੇ ਵਿੱਚ ਤੁਸੀਂ ਕਹਿੰਦੇ ਆ ਪ੍ਰਕਾਸ਼ ਕਰਕੇ ਉਹਦੇ ਉੱਤੇ ਬਹਿ ਜਾਂਦਾ ਸੀ ਇਦਾਂ। ਠੀਕ ਹੈ ਨਾ, ਹੁਣ ਇੰਨਾ ਤਾਂ ਹੋ ਗਿਆ ਨਾ ਤੈਅ ਵੀ ਸਰੂਪ ਜਿੱਥੇ ਵੀ ਜਾਂਦੇ ਉਹਦੀ ਬੇਅਦਬੀ ਹੋ ਸਕਦੀ ਹੈ। 78 ਤੋਂ ਲੈ ਕੇ 2019 ਤੱਕ 41 ਸਾਲ ਹੋ ਗਏ। 41 ਸਾਲਾਂ 'ਚ ਸਰੂਪ ਕਿਸੇ ਗਲਤ ਬੰਦੇ ਕੋ ਨਾ ਜਾਵੇ, ਉਹਦੇ ਲਈ ਕੀ ਕੀਤਾ ਤੁਸੀਂ? ਅੱਜ ਕੀ ਗਰੰਟੀ ਹੈ ਇਸ ਗੱਲ ਦੀ ਵੀ ਥਾਂ ਥਾਂ ਤੇ ਲੋਕਾਂ ਨੇ, ਤੁਹਾਡੇ ਵਿਰੋਧੀਆਂ ਨੇ, ਉਹਨਾਂ ਨਿਰੰਕਾਰੀਆਂ ਦੇ ਬੰਦਿਆਂ ਨੇ, ਕੀ ਪਤਾ 20,000 ਸਰੂਪ ਉਹਨਾਂ ਦੇ ਕੋਲ ਹੋਵੇ। ਜੇ ਇਹ ਗੱਲ ਸੱਚ ਸੀ, ਕੀ ਪਤਾ ਹਰੇਕ ਬੰਦਾ ਉਹਨਾਂ ਦਾ ਘਰ ਦੇ ਵਿੱਚ ਏਦਾਂ ਪ੍ਰਕਾਸ਼ ਕਰਕੇ ਉਹਦੇ ਉੱਤੇ ਬਹਿੰਦਾ ਹੋਵੇ। ਉਹਨੇ ਮੰਨ ਲਓ ਉਹਨੇ ਆਪਣੇ ਜਿੱਥੇ ਸਰਦਲ ਆ ਉੱਥੇ ਰੱਖ ਲਿਆ ਹੋਵੇ, ਉੱਤੇ ਲੰਘ ਕੇ ਜਾਂਦੇ ਹੋਣ। ਤੁਸੀਂ ਕੀਤਾ ਕੀ ਉਹਨੂੰ ਰੋਕਣ ਦੇ ਲਈ? ਬਸ ਜਦੋਂ ਜੀ ਕਰੂਗਾ ਕਤਲ ਕਰੂਗੇ ਅਗਲੇ ਦਾ, ਜਾਣੀ ਆਪਣੇ ਵੱਲੋਂ ਕੋਈ ਪ੍ਰੋਟੋਕਾਲ ਨਹੀਂ ਤੁਹਾਡਾ। ਠੀਕ ਹੈ, ਵੀ ਉਹ ਜਿਹੜੇ ਨੌਜਵਾਨ ਵੀਰ ਭਾਈ ਇੰਗਲੈਂਡ ਦੇ ਵਿੱਚ ਵੀ ਜਿਹੜੇ ਤੁਸੀਂ ਹੈਗੇ ਆ, ਤੁਸੀਂ ਮਤ ਸੋਚਿਓ ਵੀ ਤੁਹਾਡੇ ਬਾਪ ਦਾ ਰਾਜ ਆ, ਤੁਸੀਂ ਕਹੋਗੇ ਇਦਾਂ ਵੀ ਅਸੀਂ ਕਤਲ ਕਰ ਦਿੰਦੇ ਹੁੰਦੇ ਆ ਤਾਂ ਕਤਲ ਹੋ ਜਾਣਾ ਇਦਾਂ ਮੁੜ ਕੇ। ਜਾਂ ਤੁਸੀਂ ਇਹ ਕਹੋ ਜਿੱਥੇ ਨਾ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਜੋ ਬਲਾਸਟ ਹੋਇਆ ਉਹਦੀ ਵੀਡੀਓ ਜਿਹਨ ਕੀਤਾ, ਉਹਦੀ ਪਹਿਲੀ ਵੀਡੀਓ ਘੁੰਮੀ ਆ ਕਿਤੇ ਸਾਡੇ ਕੋਲ, ਮੇਰੇ ਕੋਲ ਹੱਥ ਤਾਂ ਲੱਗੀ ਨਹੀਂ ਜਾਣੀ, ਪਰ ਉਹਦੇ 'ਚ ਉਹ ਕਹਿ ਰਿਹਾ ਆ, ਉਹ ਕਹਿੰਦਾ ਵੀ ਮੈਂ ਕੰਮ ਲੱਗਾ ਕਰਨ, ਪਰ ਜਦੋਂ ਤੱਕ ਕਹਿੰਦਾ ਵੀਡੀਓ ਤੁਸੀਂ ਦੇਖਣੀ ਆ, ਤੁਹਾਡੇ ਤੱਕ ਪਹੁੰਚਣੀ ਆ, ਉਦੋਂ ਤੱਕ ਮੈਂ ਬਹਿਸ਼ਤ ਵਿੱਚ ਜਾ ਕੇ, ਸਵਰਗਾਂ ਵਿੱਚ ਜਾ ਕੇ ਨੂਰਾਂ ਦੇ ਨਾਲ, ਹੂਰਾਂ ਦੇ ਨਾਲ ਮਜ਼ੇ ਲੁੱਟ ਰਿਹਾ ਹੋਣਾ। ਠੀਕ ਆ, ਹੁਣ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਭਰੀ ਗਈ ਆ ਕਿਤੇ ਵੀ ਤੂੰ ਆਹ ਕੰਮ ਕਰਦੇ ਤੇ ਸਿੱਧਾ ਹੀ ਤੈਨੂੰ ਅੱਲਾ ਦੇ ਕੋਲ ਬਹਿਸ਼ਤ ਦੇ ਵਿੱਚ ਤੈਨੂੰ ਥਾਂ ਮਿਲ ਜਾਣੀ ਹੈਨਾ। ਇਹੀ ਗੱਲ ਟਕਸਾਲੀ ਕਹਿੰਦੇ ਆ ਕਿ ਜਿਹੜਾ ਬੰਦਾ ਗੁਰੂ ਦੀ ਨਿੰਦਾ ਦੇ ਉੱਤੇ ਕਿਸੇ ਨੂੰ ਕਰਕੇ ਆਪ ਸ਼ਹੀਦ ਹੋਊਗਾ, ਸਿੱਧਾ ਗੁਰੂ ਗੋਬਿੰਦ ਸਿੰਘ ਦੀ ਗੋਦੀ ਵਿੱਚ ਜਾਊਗਾ। ਹੁਣ ਉਹਨਾਂ ਦੇ ਲਈ ਉਹ ਬਹਿਸ਼ਤ ਦੀਆਂ ਹੂਰਾਂ ਤੇ ਇਹਨਾਂ ਵੱਲੋਂ ਇਹ ਫਲਾਈ ਹੋਈ ਗੱਲ ਗੁਰੂ ਗੋਬਿੰਦ ਸਿੰਘ ਦੀ ਗੋਦੀ ਸਾਡੀ ਦੋਹਾਂ ਧਰਮਾਂ ਦੇ, ਦੋਹਾਂ ਕੌਮਾਂ ਦੇ ਰਾਹ ਦੇ ਵਿੱਚ ਉਹਨਾਂ ਦੀ ਨੌਜਵਾਨੀ ਦੇ ਲਈ ਪੂਰਾ ਰੂੜਾ ਸਾਬਤ ਹੋਈਆਂ। ਜਦ ਕਿ ਪਤਾ ਇਹਨਾਂ ਨੂੰ ਵੀ ਕਿਤੇ ਬਹਿਸ਼ਤ ਨਹੀਂ ਮਿਲਣੀ। ਜੇ ਮਿਲਦੀ ਹੁੰਦੀ, ਗੁਰੂ ਗੋਬਿੰਦ ਸਿੰਘ ਦੀ ਗੋਦੀ ਮਿਲਦੀ ਹੁੰਦੀ, ਇਹਨਾਂ ਦੇ ਆਪਣੇ ਟੱਬਰਾਂ ਚੋਂ ਕਿਉਂ ਨਹੀਂ ਕਿਸੇ ਨੇ ਲਈ ਉਹ ਗੋਦੀ? ਇਹਨਾਂ ਦਾ ਜੀ ਨਹੀਂ ਸੀ ਕਰਦਾ। ਹੁਣ ਭਿੰਡਰਾਂ ਵਾਲਾ ਆਪ ਸੀ, ਭਾਈ ਅਮਰੀਕ ਸਿੰਘ ਸੀ, ਸਵੇਗ ਸਿੰਘ ਸੀ, ਇਹਨਾਂ ਚੋਂ ਕੋਈ ਵੀ ਬੰਦਾ ਆਪ ਉਦਾਂ ਦੀ ਥਾਂ ਤੇ ਕਿਉਂ ਜਾ ਕੇ ਕਿਸੇ ਨੂੰ ਇਦਾਂ ਲੜਾਈ ਨਹੀਂ ਮੁੱਲ ਲਈ, ਨਹੀਂ ਜਾ ਕੇ ਕਤਲ ਕਰੀਏ ਤੇ ਮਰ ਕੇ ਫਟਾਫਟ ਗੋਦੀ ਲਈਏ। ਆਪ ਡੀਕਦੇ ਰਹੇ। ਉਹਦੇ ਵਿੱਚੋਂ ਜਿਹੜੇ ਨਿਕਲ ਗਏ ਬਿੱਟੂ ਹੁਣੇ, ਇਹਨਾਂ ਨੂੰ ਦਲਜੀਤ ਸਿੰਘ ਬਿੱਟੂ ਵਰਗਿਆਂ ਨੇ, ਸਿਮਰਨ ਸਿੰਘ ਮਾਨ ਵਰਗਿਆਂ ਨੇ, ਉਹ ਗੋਦੀ ਕਿਉਂ ਨਹੀਂ ਲਈ? ਤੂੰ ਮੇਰਾ ਜੀ ਨਹੀਂ ਜੀ ਕਰਦਾ ਗੋਦੀ ਜਾਣ ਦਾ। ਬਸ ਨੌਜਵਾਨੀ ਨੂੰ ਭੜਕਾ ਰਹੇ, ਆਪ ਰਾਜ ਮਾਣਦੇ ਆ, ਆਪ ਆਨੰਦ ਲੈਂਦੇ ਆ, ਆਪ ਮਜ਼ੇ ਲੁੱਟਦੇ ਆ। ਆਪ ਬਾਹਰਲੇ ਮੁਲਕਾਂ ਜਾ ਕੇ ਅੜੀਆਂ ਕੋਠੀਆਂ, ਅੜੇ ਮਹਿਲ ਖੜੇ ਕੀਤੇ ਹੋ, 50-50 ਘਰ ਆ, 200-200 ਟਰੱਕ ਆ ਇਹਨਾਂ ਦੇ ਕੋਲ।
ਇੰਡਸਟਰੀਆਂ ਚੱਲਦੀਆਂ ਆਪਣੀਆਂ, ਹਾਂਜੀ ਨੌਜਵਾਨੀ ਨੂੰ ਕਹਿੰਦੇ ਆ ਵੀ ਤੁਸੀਂ ਗੋਦੀ ਮਿਲੂਗੀ ਆ ਕੰਮ ਕਰੋ। ਹਾਂ, ਗੁਰੂ ਗੋਬਿੰਦ ਸਿੰਘ ਦੀ ਗੋਦੀ ਮਿਲੂਗੀ ਜੀ, ਠੀਕ ਹੈ। ਉਹ ਧੱਕੇ ਜਿਹੜੇ ਆ ਭਾਈ ਕੌਮ ਦੇ ਨਾਲ ਸੰਭਲ ਕੇ ਆਪਾਂ ਸਮਝੀਏ ਇਹਨਾਂ ਨੂੰ। ਮਿਲਣਾ ਕੱਖ ਨਹੀਂ ਹੈਗਾ ਤੁਹਾਨੂੰ, ਤੁਹਾਡੇ ਹੱਥ 'ਚ ਕੱਖ ਨਹੀਂ, ਤੁਸੀਂ ਕੁਝ ਨਹੀਂ ਕਰ ਸਕਦੇ। ਔਰ ਕਿਸੇ ਦੇ ਕਤਲ ਕਰਨ ਦੇ ਨਾਲ ਤੁਹਾਨੂੰ ਪ੍ਰਾਪਤ ਕੁਝ ਨਹੀਂ ਹੋ ਜਾਣਾ। ਆਉਣ ਵਾਲੇ ਸਮੇਂ ਨੇ ਸੰਘੇ 'ਚ ਗੂਠਾ ਦੇਣਾ। ਇਹ ਸਟੇਟਮੈਂਟਾਂ ਭਿੰਡਰਾਂ ਵਾਲੇ ਨੇ ਦਿੱਤੀਆਂ ਸੀ, ਅੰਤ ਪਤਾ ਕੀ ਹੋਇਆ? ਮਿਲਟਰੀ ਚੜੀ ਆ, ਟੈਂਕ ਚੜੇ ਆ, ਸਾਰਾ ਪੰਜਾਬ ਹਿਲਾ ਕੇ ਰੱਖ ਦਿੱਤਾ। ਔਰ ਐਸਾ ਮੁਰਦਾ, ਐਸੀ ਸ਼ਮਸ਼ਾਨ ਭੂਮੀ ਬਣਾ ਕੇ ਰੱਖ ਦਿੱਤਾ ਪੰਜਾਬ ਨੂੰ। ਤੁਸੀਂ ਅੱਜ ਤਾਈਂ ਪਿੱਟਦੇ ਆ ਵੀ 25,000 ਨੌਜਵਾਨ, ਉਹਨਾਂ ਦਾ ਇਹ ਵੀ ਨਹੀਂ ਪਤਾ ਵੀ ਉਹਨਾਂ ਦਾ ਜਿਹੜਾ ਉਹਨੂੰ ਮਾਰਿਆ ਕਿੱਥੇ ਗਿਆ, ਉਹਨਾਂ ਨੂੰ ਫੂਕਿਆ ਕਿੱਥੇ ਗਿਆ, ਸਿਵੇ ਕਿੱਥੇ ਸੀ ਉਹਨਾਂ ਦੇ, ਅਸਥੀਆਂ ਕਿੱਥੇ ਗਈਆਂ ਉਹਨਾਂ ਦੀਆਂ। ਤੇ ਹੁਣ ਤੁਸੀਂ ਆਉਣ ਵਾਲੇ ਸਮੇਂ 'ਚ ਫਿਰ ਸੱਦਾ ਦੇ ਰਹੇ ਆ। ਕੀ ਚਾਹੁੰਦੇ ਤੁਸੀਂ ਵੀ ਬਾਹਰਲੇ ਮੁਲਕਾਂ ਦੇ ਵਿੱਚ ਵੀ ਇਹ ਕੁਝ ਹੋਵੇ? ਇਹ ਵੀ ਕੋਈ ਇਦਾਂ ਦਾ ਕਾਨੂੰਨ ਬਣਾਉਣ ਪੇ ਲੱਭ ਕੇ ਫਿਰ ਮੁਕਾਬਲੇ ਬਣਾਉਣ ਸਾਡੇ, ਚੱਕ ਕੇ ਇਹ ਵੀ ਕਹਿਣ ਪਏ ਨਹੀਂ ਜਿਹੜੀ ਅਸੀਂ ਮੌਤ ਦੀ ਸਜ਼ਾ ਜਿਹੜੀ ਬੰਦ ਕੀਤੀ ਆ, ਨਹੀਂ ਉਹ ਗਲਤ ਕੀਤਾ ਸੀ। ਇਹਨਾਂ ਲੋਕਾਂ ਲਈ ਤਾਂ ਹੈ ਉਹ। ਕੀ ਸਾਡੇ ਮੂਹਰੇ ਉਹ ਕੌਮਾਂ ਪਿੱਛੇ ਨਹੀਂ ਦੇਖਿਆ ਸੀ ਜਿਨ੍ਹਾਂ ਨੇ ਇਦਾਂ ਦਾ ਅੱਤਵਾਦ ਫੈਲਾਇਆ, ਲੋਕਾਂ ਨੂੰ ਮਾਰ ਕੇ ਆਪਣੀ ਗੱਲ ਲੋਕਾਂ ਨੂੰ ਮਨਾਉਣ ਦੀ ਗੱਲ ਕੀਤੀ ਆ? ਉਹਨਾਂ ਦਾ ਬਣਿਆ ਕੀ ਆ? ਅਫਗਾਨਿਸਤਾਨ ਸਾਡੇ ਸਾਹਮਣੇ ਨਹੀਂ ਭੜਕੇ ਨੂੰ। ਹੋਰ ਤੁਹਾਨੂੰ ਕੀ ਲੱਗਦਾ ਵੀ ਮੁੜ ਕੇ ਗਿੱਲ ਵਰਗੇ ਨੇ ਆਉਣਾ ਨਹੀਂ, ਕਿਸੇ ਨੇ ਹੋਰ ਕਿਸੇ ਨੇ ਪੈਦਾ ਨਹੀਂ ਹੋਣਾ? ਮੁੜ ਕੇ ਫਿਰ ਤੁਸੀਂ ਪਿੱਟਦੇ ਆ ਜਾਣੀ। ਹੁਣ ਸਾਰੇ ਬੰਦੇ ਜਿਹੜੇ ਆ, ਸ਼ਰਮ ਆਉਣੀ ਚਾਹੀਦੀ ਆ ਜਾਣੀ ਸਾਊਥ ਹਾਲ ਕਮੇਟੀ ਵਾਲਿਆਂ ਨੂੰ। ਜਿੱਦਣ ਉਹਨਾਂ ਦੇ ਬੰਦੇ, ਕੀ ਗੱਲ ਤੁਸੀਂ ਕਿਸੇ ਦੀ ਪਹੁੰਚ ਤੋਂ ਬਾਹਰ ਆ? ਉਹ ਸਰਪੰਚ ਨੂੰ ਪੁੱਛ ਲਿਓ ਜਿਹੜਾ ਜਿਹਦੇ ਮੂਹਰੇ ਬੈਠੇ ਸ਼ਲਾਰੂਜਾ ਲੱਗੇ ਉਹ ਬਕਵਾਸ ਕਰਨ। ਤੁਹਾਡੇ ਟੱਬਰਾਂ ਤੇ ਪਹੁੰਚ ਨਹੀਂ ਹੋਣੀ ਕਿਸੇ ਦੀ। ਤੁਹਾਡੇ ਘਰਾਂ ਤੇ ਕੈਮਰੇ ਨਹੀਂ ਲੱਗੇ। ਤੁਸੀਂ ਕਦੇ ਸਾਡੇ ਬਾਰੇ ਨਹੀਂ ਸੋਚਿਆ ਵੀ ਸਾਡੀ ਪਹੁੰਚ ਕਿੱਥੇ ਤੱਕ ਹੋਣੀ ਆ? ਐਵੇਂ ਨਾ ਬਕਵਾਸ ਕਰਿਆ ਕਰੋ, ਨਾ ਪੁੱਛਾਂ ਨੂੰ ਅੱਗ ਲਵਾਇਆ ਕਰੋ। ਤੁਹਾਡੇ ਵਰਗਿਆਂ ਨੇ ਪਹਿਲਾਂ ਵੀ, ਭਿੰਡਰਾਂ ਵਾਲੇ ਨੇ ਉਹ ਸਟੇਟਮੈਂਟਾਂ ਦੇ ਦਿੱਤੀਆਂ ਜਿਹੜੀ ਹੈਸੀਅਤ ਨਹੀਂ ਸੀ ਉਹਦੀ। ਉਹ ਕਹਿੰਦਾ ਸੀ ਵੀ ਜਿੱਦਣ ਕਿਤੇ ਇੱਥੇ ਅਟੈਕ ਹੋ ਗਿਆ ਮੈਂ 35,000 ਹਿੰਦੂ ਵੱਢ ਦੂੰ, 5,000 ਹਿੰਦੂ ਇੱਕ ਰਾਤ ਦਿਨ 'ਚ ਵੱਢ ਦੂੰਗਾ। ਕੀ ਕਰ ਲਿਆ ਉਹਨੇ? ਸਾਰੀ ਕੌਮ ਮਰਵਾ ਕੇ ਰੱਖ ਦਿੱਤੀ। ਉਹ ਨਾਲ ਦਿਆਂ ਨੂੰ ਤਾਂ ਪਤਾ ਵੀ ਨਹੀਂ ਸੀ ਵਿਚਾਰਿਆਂ ਨੂੰ। ਅੱਜ ਉਹਨਾਂ ਦੇ ਟੱਬਰਾਂ ਨੂੰ, ਭਿੰਡਰਾਂ ਵਾਲੇ ਦੇ ਟੱਬਰ ਨੂੰ ਪੁੱਛ ਕੇ ਦੇਖੋ ਵੀ ਕਿੱਦਾਂ ਵੀ ਤਿਆਰ ਆ ਤੁਸੀਂ ਮੁੜ ਕੇ ਸੰਘਰਸ਼ ਕਰਨ ਲਈ। ਮੈਂ ਕਹਿੰਦਾ ਬੱਕਰੀ ਉਹ ਮਰਾਸੀ ਦੀ ਪ੍ਰੈਣ ਤੋਂ ਨਹੀਂ ਉਨੀ ਡਰਦੀ ਹੋਣੀ ਜਿੰਨੇ ਇਹ ਡਰਦੇ ਹੋਣੇ ਆ। ਨਹੀਂ ਤਾਂ ਕਹੋ ਉਹਨਾਂ ਨੂੰ ਕੋਈ ਸਟੇਟਮੈਂਟ ਦੇ ਕੇ ਦਿਖਾ ਲੈਣ ਵੀ ਜੇ ਸਰਕਾਰ ਨੇ ਕੁਝ ਕੀਤਾ। ਇੱਕ ਸਟੇਟਮੈਂਟ ਦਵਾ ਦਿਓ ਭਿੰਡਰਾਂ ਵਾਲੇ ਦੇ ਮੁੰਡੇ ਤੋਂ ਵੀ ਜੇ ਸਰਕਾਰ ਨੇ ਅਤਿਆਚਾਰ ਨਾ ਬੰਦ ਕੀਤਾ ਮੈਂ ਆਪਣੇ ਬਾਪ ਵਾਂਗ ਸੰਘਰਸ਼ ਰੱਬੂਗਾ, ਕਹਿ ਕੇ ਦਿਖਾ ਲਓ ਉਹਨੂੰ। ਦੂਜੇ ਦਿਨ ਲਾਇਸੈਂਸ ਕੈਂਸਲ ਕਰ ਦੇਣਾ ਅਗਲੇ ਨੇ। ਅਜੇ 2 ਮਹੀਨੇ ਹੋਏ ਆ ਘਰ ਵਾਲੀ ਨੂੰ ਲੈ ਕੇ ਕਹਿੰਦੇ ਫੇਰ ਲਾਇਸੈਂਸ ਭਾਲਦੇ ਫਿਰਦੇ ਸੀ। ਇਸ ਕਰਕੇ ਆਪਣੀ ਔਕਾਤ ਵਿੱਚ ਰਿਹਾ ਕਰੋ, ਹੋਸ਼ ਵਿੱਚ ਰਿਹਾ ਕਰੋ, ਨਹੀਂ ਤਾਂ ਅਗਲੇ ਨੂੰ ਪਤਾ ਆ ਵੀ ਸੰਘੀ ਨੱਪ ਕੇ ਖੁੱਡ ਦੇ ਵਿੱਚ ਕਿੱਦਾਂ ਬਾੜਨੇ ਆ। ਅਗਲੇ ਮੁੜ ਕੇ ਘਰੋਂ ਨਿਕਲਣਾ ਬੰਦ ਕਰ ਦਿੰਦੇ ਆ। ਉਹਨੂੰ ਪੁੱਛ ਕੇ ਦੇਖੋ 2-2 ਟਾਈਮ ਜਾ ਕੇ ਥਾਣਿਆਂ 'ਚ ਹਾਜ਼ਰੀਆਂ ਲਾਉਣੀਆਂ ਪੈਣੀਆਂ। $50 ਵੀ ਖਰਚਣੇ, 50 ਰੁਪਏ ਵੀ ਖਰਚਣੇ ਹੁੰਦੇ ਤਾਂ ਹਿਸਾਬ ਦੇਣਾ ਪੈਂਦਾ ਅਗਲੇ ਨੂੰ। ਕਹਿੰਦੇ ਆਉਂਦੇ ਕਿੱਥੋਂ ਤਾਂ ਗਏ ਕਿੱਥੇ ਆ। ਫੜਾ ਮਾਰਨੀਆਂ ਬੰਦ ਕਰੋ। ਇੰਨੀ ਫੁਕਰਿਆਂ ਦੀ, ਕਮੀਣਿਆਂ ਦੀ ਕੌਮ ਦੁਨੀਆ 'ਚ ਕੋਈ ਨਹੀਂ ਹੋਣੀ ਜਿੱਡੀ ਇਹ ਟਕਸਾਲੀਆਂ ਦੀ ਕੌਮ ਆ ਸਾਡੇ ਅੰਦਰ ਪੈਦਾ ਹੋਈ ਹੋ, ਜਿਨ੍ਹਾਂ ਨੂੰ ਜਰਾ ਸ਼ਰਮ ਨਹੀਂ ਵੀ ਅਸੀਂ ਹੈ ਕੀ ਆ। ਅਸੀਂ ਐਡੀਆਂ ਧਮਕੀਆਂ ਸ਼ਰਿਆਮ ਇਹਨਾਂ ਮੁਲਕਾਂ 'ਚ ਬੈਠ ਕੇ ਯਾਰ। ਹੁਣ ਪਤਾ ਨਹੀਂ ਸਾਤੋਂ ਵੀਡੀਓ ਪੂਰੀ ਕਦੋਂ ਕਰ ਹੋਣੀ ਹੈ ਜਾਣੀ, ਪਰ ਉਹ ਗੱਲਾਂ ਸੁਣ ਕੇ ਅੰਦਰ ਆਉਂਦਾ ਇਹ ਬੰਦਿਆਂ ਨੇ ਬਿਲਕੁਲ ਤੁਸੀਂ ਦੁਨੀਆ ਨੂੰ ਸਾਬਤ ਕਰਕੇ ਦਿਖਾ ਲੈਣਾ। ਜੇ ਟਕਸਾਲੀ ਬਾਜ ਨਾ ਆਏ, ਮੈਂ ਕਹਿੰਦਾ ਇੱਕ ਸਮਾਂ ਉਹ ਵੀ ਆ ਜਾਣਾ, ਹੋਰ 100 ਸਾਲ ਲੰਘ ਜਾਊਗਾ ਜਿੱਦਣ ਦੁਨੀਆ ਨੇ ਸਾਡੇ ਤੇ ਖੇਹ ਪਾਉਣੀ ਆ ਵੀ ਜੇ ਤੁਸੀਂ ਸਿੱਖਿਆ ਨਾ, ਜੇ ਤੁਹਾਡੇ ਵੱਡੇ ਵਡੇਰੇ ਸਿੱਖਿਆ ਤੇ ਜੇ ਉਹਨਾਂ ਦੇ ਬੱਚਿਆਂ ਦੇ ਟੋਟੇ ਕਰ ਕਰਕੇ ਕਿਸੇ ਨੇ ਝੋਲੀ 'ਚ ਪਾਏ ਆ ਤਾਂ ਤੁਸੀਂ ਯੋਗ ਸੀ ਉਹਦੇ। ਅੱਜ ਤੁਸੀਂ ਸਾਬਤ ਕਰ ਦਿੱਤਾ। ਤੁਹਾਡੇ ਨਾਲ ਕੋਈ ਸੌਫਟ ਕਾਰਨਰ ਵਰਤੂ ਕਿੱਦਾਂ? ਤੁਹਾਡੇ ਤੇ ਦਇਆ ਕਿੱਦਾਂ ਕਰੂ ਕੋਈ? ਕੀ ਆ ਤੁਹਾਡੇ ਵਿੱਚ? ਕਿਹੜੀ ਲਿਆਕਤ ਆ? ਤੁਸੀਂ ਕੁਛ ਵੀ ਨਾ ਹੁੰਦਿਆਂ ਹੋਇਆਂ ਇੰਨੇ ਵੇਸ਼ੇ ਹੋਏ ਪਏ। ਤੁਸੀਂ ਕਿੱਦਾਂ ਕੋ ਕਹੂਗਾ ਵੀ ਤੁਹਾਡੇ ਤੇ ਮੈਂ ਦਇਆ ਵਾਲੀ ਨਿਗਾਹ ਰੱਖ ਕੇ ਤੁਹਾਡੇ ਵੱਲ ਦੇਖਾਂ? ਕਿੱਦਾਂ ਕਿਉਂ ਚੰਗਾ ਵਿਹਾਰ ਕਰੂਗਾ ਤੁਹਾਡੇ ਨਾਲ ਕੋਈ? ਤੁਸੀਂ ਕਹਿੰਦੇ ਸਾਡੇ ਕੈਦੀਆਂ ਨੂੰ ਛੱਡਿਆ ਨਹੀਂ, ਕੀ ਛੱਡ ਕੇ ਕੀ ਕਰੂਗਾ? ਅਗਲੇ ਛੱਡਣ ਤੁਹਾਡੇ ਕੈਦੀਆਂ ਨੂੰ, ਸਾਰਿਆਂ ਨੂੰ ਛੱਡਣ, ਉਹ ਬਾਹਰਲੇ ਮੁਲਕਾਂ ਜਾਣ, ਫਿਆ ਕੁਛ ਕਰਨ। ਉਹ ਜੀਤਾ ਦੁੱਕੀ ਦਾ ਬੰਦਾ ਯਾਰ, ਉਹ ਬੰਦੇ ਦੇ ਤੁਸੀਂ ਉਹਦੀਆਂ ਮੁੱਛਾਂ ਦੇਖੋ ਤਾਂ ਉਹਨੂੰ ਖੜੇ ਨੂੰ ਦੇਖੋ। ਉਹ ਅੱਧਾ ਕਿਲੋ ਡੋਡੇ ਪੀ ਕੇ ਖੜ ਜਾਂਦਾ ਤੁਹਾਡੇ ਮੂਹਰੇ। ਉਹਨੂੰ ਪੁੱਛਦਾ ਲਓ ਵੀ ਕੰਜਰਾ ਇਹ ਦੱਸਦਾ ਸਹੀ ਕਿਹਾ ਕੀ ਆ।
ਇਦਾਂ ਦੀਆਂ ਫੱਲਾਂ ਜੀਤੇ ਵਰਗਿਆਂ ਨੇ ਉੱਥੇ ਪੰਜਾਬ 'ਚ ਮਾਰੀਆਂ ਹੋਣੀਆਂ। ਕੀਤਾ ਕੁਛ ਵੀ ਨਹੀਂ, ਸੈਂਕੜੇ ਬੰਦੇ ਇਦਾਂ ਦੇ ਜਿਹਨੇ ਕੀਤਾ ਕੁਛ ਵੀ ਨਹੀਂ ਹੋਣਾ, ਪਰ ਪੁਲਿਸ ਤੋਂ ਕੁੱਟ ਖਾਧੀ, ਟੱਬਰਾਂ ਦੇ ਟੱਬਰ ਮਰਵਾ ਕੇ ਰੱਖ ਦਿੱਤੇ। ਟੱਬਰਾਂ ਨੂੰ ਚੁਕਵਾ ਕੇ ਔਰਤਾਂ ਦੀਆਂ ਇੱਜ਼ਤਾਂ ਨਿਲਾਮ ਕਰਵਾ ਕੇ ਆਪ ਮੁੜ ਕੇ ਐਨ ਏਦਾਂ ਗੰਨਾ ਫੜ ਕੇ ਜਿੱਦਾਂ ਦਾਤੀ ਲੈ ਕੇ ਨਹੀਂ ਦਿਹਾੜੀਦਾਰ ਬੈਠਾ ਹੁੰਦਾ, ਇਦਾਂ ਗਿੱਲ ਦੇ ਮੂਹਰੇ ਬਹਿ ਗਿਆ ਜਾ ਕੇ। ਫਿਰ ਇਹੀ ਔਕਾਤ ਤੁਹਾਡੀ ਹੋਣੀ ਆ। ਤੁਹਾਨੂੰ ਇਹ ਵੀ ਨਹੀਂ ਪਤਾ ਵੀ ਜਿੱਦਣ ਸਰਕਾਰ ਦਾ ਜੀ ਕੀਤਾ ਤੁਹਾਡੇ ਗੁਲਾਮੇ 'ਚ ਹੱਥ ਪਾ ਕੇ ਜੇ ਦਇਆ ਸਿੰਘ ਲਾਹੌਰੀਏ ਨੂੰ ਸੱਦ ਸਕਦੇ ਆ, ਤੁਹਾਡਾ ਕੀ ਬਣੂਗਾ। ਇਸ ਕਰਕੇ ਔਕਾਤ ਵਿੱਚ ਰਿਹਾ ਕਰੋ, ਹੋਸ਼ ਵਿੱਚ ਰਿਹਾ ਕਰੋ। ਆਉਣ ਵਾਲਾ ਸਮਾਂ ਬੜਾ ਬਖਤਵਰ ਹੁੰਦਾ ਭਾਈ। ਇਹ ਸਮੇਂ ਦਾ ਚੱਕਰ ਇਦਾਂ ਦਾ ਨਾ, ਵੱਡਿਆਂ ਨੂੰ ਆਪਣੀ ਗ੍ਰਿਫਤ ਦੇ ਵਿੱਚ ਲੈ ਲੈਂਦਾ ਔਰ ਮੁੜ ਕੇ ਸਾਹ ਆਉਣਾ ਵੀ ਔਖਾ ਹੋ ਜਾਂਦਾ। ਨਹੀਂ ਤਾਂ ਦੇਖ ਲਓ ਟਕਸਾਲ ਦਾ ਕੀ ਬਣਾਤਾ ਅਗਲਿਆਂ ਨੇ, ਬਾਦਲ ਦੇ ਪੈਰਾਂ 'ਚ ਬਿਠਾਤੀ ਕਿ ਨਹੀਂ। ਭਿੰਡਰਾਂ ਵਾਲੇ ਕੋਲ ਤਾਂ ਦਰਬਾਰ ਸਾਹਿਬ ਸੀ, ਤੁਹਾਡੇ ਕੋਲ ਕੀ ਆ? ਉਹਦੇ ਦੁਆਲੇ ਤਾਂ ਗਲਿਆਰਾ ਬਣਾਤਾ। ਅੱਜ ਕੋਈ ਕਹੇ ਤਾਂ ਦਰਬਾਰ ਸਾਹਿਬ ਅਕਾਲ ਤਖਤ ਤੇ ਬਹਿ ਕੇ, ਪਿੱਛੇ ਦੇਖਿਆ ਨਹੀਂ ਜਥੇਦਾਰਾਂ ਦਾ ਕੀ ਬਣਾਇਆ ਉਹਨਾਂ ਨੇ। ਕਿਹੜਾ ਤਖਤ ਤੁਹਾਡਾ? ਹਜ਼ੂਰ ਸਾਹਿਬ ਆ, ਪਟਨਾ ਸਾਹਿਬ ਆ। ਕਿੱਦਾਂ ਸਰਕਾਰ ਥਾਂ ਤੇ ਤਾਂ ਅੰਦਰ ਬੜੀ ਪਈ ਆ। ਤਿਉਹਾਰ ਸਾਰੇ ਹਿੰਦੂਆਂ ਵਾਲੇ ਮਨਾਉਂਦੇ ਤੁਸੀਂ। ਧਮਕੀਆਂ ਬਸ ਫੜਾ ਮਾਰੀ ਜਾਇਆ ਕਰੋ। ਹੋਸ਼ ਵਿੱਚ ਰਿਹਾ ਕਰੀਏ ਭਾਈ, ਆਪਣੀ ਔਕਾਤ ਨਾ ਭੁੱਲੀਏ। ਬ੍ਰੇਕ ਲੈਣੀ ਹੈ ਜੀ ਅਸੀਂ। ਸਾਡੇ ਨਾਲ ਸਰੋਤੇ 0107 ਤੇ ਸਵਾਗਤ ਹੈ ਤੁਹਾਡਾ। ਹਾਂਜੀ ਭਾਈ ਖਾਲਸਾ ਫਤਿਹ ਜੀ। ਹਾਂਜੀ ਗੁਰੂ ਫਤਿਹ। ਇੱਕ ਨਾ ਆਪਣਾ ਹੁਸ਼ਿਆਰਪੁਰ ਏਰੀਏ ਦੇ ਵਿੱਚ ਇੰਸੀਡੈਂਟ ਹੋਇਆ ਸੀਗਾ 1986 ਦੀ ਗੱਲ ਹੈ ਇਹ। ਹਾਂਜੀ। ਜਦੋਂ ਕਿ ਬਰਨਾਲੇ ਦੀ ਸਰਕਾਰ ਬਣੀ ਹੈ, ਉਸ ਤੋਂ ਬਾਅਦ ਬਲਾ ਚੌਕ ਦੇ ਵਿੱਚ ਮਾਰਕੀਟ ਕਮੇਟੀ ਦਾ ਚੇਅਰਮੈਨ ਇੱਕ ਮੋਜੇਵਾਲ ਦਾ ਛਿੰਦਾ ਹੁੰਦਾ ਸੀ, ਉਹਨੂੰ ਬਣਾਇਆ ਸੀਗਾ। ਇਹਨਾਂ ਬੰਦਿਆਂ ਨੇ ਉਹਨੂੰ ਮਾਰਿਆ ਸੀਗਾ ਇਹ ਕਹਿ ਕੇ ਵੀ ਇਹਨੇ ਉਹ ਬੰਦੇ ਦਾ ਕਤਲ ਫੜਵਾਇਆ ਉਹਨੂੰ। ਉਹਦਾ ਚੰਦੂ ਮਾਜਰੇ ਨਾਲ ਡਾਇਰੈਕਟ ਕਨੈਕਸ਼ਨ ਸੀਗਾ ਉਸ ਛਿੰਦੇ ਦਾ, ਉਹਨੇ ਉਹਨੂੰ ਚੇਅਰਮੈਨ ਬਣਾਇਆ ਸੀ। ਠੀਕ ਆ। ਇਹਨਾਂ ਨੇ ਉਹ ਬੰਦੇ ਦਾ ਕਤਲ ਐਸ ਕਰਕੇ ਕੀਤਾ ਸੀਗਾ ਵੀ ਇਹਨੇ ਉਸ ਬੰਦੇ ਨੂੰ ਫੜਵਾਇਆ ਚੰਦੂ ਮਾਜਰੇ ਦੀ ਕੋਠੀ ਦੇ ਵਿੱਚੋਂ। ਇੱਕ ਸੀਤਾ ਨਾਂ ਦਾ ਬੰਦਾ ਹੁੰਦਾ ਸੀ। ਸੀਤਾ ਜਦੋਂ ਲਾਭ ਸਿੰਘ ਭੱਜਿਆ ਨਾ ਜਲੰਧਰ ਤੋਂ, ਉਹ ਬੰਦਾ ਉਹਨੂੰ ਭਜਾਉਣ ਵਿੱਚ ਸ਼ਾਮਲ ਸੀਗਾ ਸੀਤਾ। ਠੀਕ ਆ। ਵੀ ਇਹਨੇ ਉਹ ਬੰਦਾ ਫੜਵਾਇਆ। ਮੁੜ ਕੇ ਉਹ ਜਿਹੜਾ ਸੀਤਾ ਸੀਗਾ ਉਹਦਾ ਵੀ ਨਹੀਂ ਪਤਾ ਲੱਗਿਆ, ਛਿੰਦਾ ਵੀ ਮਾਰਿਆ ਗਿਆ। ਤੇ ਇਹਨਾਂ ਦੋਨਾਂ ਦੇ ਨਾਲ ਰਿਲੇਟਡ ਸੀਗਾ ਪਿੰਕੀ ਕੈਟ। ਜਿਹੜਾ ਪਿੰਕੀ ਹੈ, ਹੁਣ ਤਿੰਨਾਂ ਦਾ ਕਨੈਕਸ਼ਨ ਮਿਲਾ ਲਿਓ। ਜਿਹੜਾ ਪਿੰਕੀ ਛਿੰਦਾ ਮੋਜੇ ਵਾਲੀ ਆ, ਇਹਨਾਂ ਦਾ ਸਾਰਿਆਂ ਦਾ ਕਨੈਕਸ਼ਨ ਸੀਗਾ। ਜਿਹਨੇ ਦਰਬਾਰਾ ਸਿੰਘ ਦੀ ਜ਼ਮੀਨ ਦਬਵਾਈ ਸੀ ਖਰੜ ਦੇ ਕੋਲ, ਗੁਰਿੰਦਰ ਸਿੰਘ ਨੱਟੀ ਨਾਂ ਦਾ ਬੰਦਾ ਸੀ। ਹੁਣ ਇਹਨਾਂ ਦਾ ਸਾਰਿਆਂ ਦਾ ਜਿਹੜਾ ਬੌਸ ਉੱਤੇ ਬੈਠਾ ਸੀਗਾ ਉਹ ਸੀ ਦਰਬਾਰਾ ਸਿੰਘ ਦਾ ਰੰਧਾਵਾ। ਹੁਣ ਤੁਸੀਂ ਆਪ ਇਸ ਗੱਲ ਦਾ ਇਹ ਬੰਦੇ ਜਵਾਬ ਦੇਣ, ਜਾਂ ਕੋਈ ਸਰੋਤਾ ਜਿਹਨੂੰ ਉਹਨਾਂ ਦਿਨਾਂ ਦਾ ਪਤਾ ਹੋਵੇ ਉਹ ਦੱਸੇ ਕਿ ਜਿਹੜੇ ਇਹ ਦੋ ਮਰਡਰ ਹੋਏ ਸੀਗੇ, ਇੱਕ ਸੀਤੇ ਦਾ ਤੇ ਇੱਕ ਮੋਜੇ ਵਾਲੇ ਦੇ ਛਿੰਦੇ ਦਾ। ਹਾਂਜੀ। ਇਹ ਕਿਹਨੇ ਕਰਵਾਏ ਸੀ? ਇਹ ਪਿੰਕੀ ਨੇ ਕਰਵਾਏ ਸੀ ਜਾਂ ਜਿਹੜਾ ਕੋਈ ਇਹਨਾਂ ਦਾ ਉੱਤੇ ਬੈਠਾ ਸੀਗਾ ਉਹਨੇ ਕਰਵਾਏ ਸੀ? ਹੁਣ ਇਹਨਾਂ ਸਾਰੇ ਬੰਦਿਆਂ ਨੂੰ ਡਾਇਰੈਕਸ਼ਨ ਮਿਲ ਰਹੀ ਸੀਗੀ ਸੰਤੋਖ ਸਿੰਘ ਰੰਧਾਵਾ ਤੇ ਦਰਬਾਰਾ ਸਿੰਘ ਤੋਂ, ਜਿਹਨਾਂ 100 ਕਿੱਲਾ ਜ਼ਮੀਨ ਦਾ ਖਰੜ ਦੇ ਨਾਲ ਪਿੰਡ ਪੈਂਦਾ ਖਾਨਪੁਰ, ਉੱਥੇ ਦੀ ਨਵੀਂ ਦੱਬੀ ਸੀਗੀ। ਜਿਹੜਾ ਗੁਰਿੰਦਰ ਸਿੰਘ ਨੱਟੀ ਆ, ਉਹ 37 ਸੈਕਟਰ ਦੇ ਵਿੱਚ 1986 ਦੇ ਵਿੱਚ ਇਨਕਾਊਂਟਰ ਦੇ ਵਿੱਚ ਮਾਰਿਆ ਗਿਆ ਸੀਗਾ। ਜਿਹੜਾ ਇਹਨਾਂ ਨੇ ਮਾਰਿਆ ਸੀ ਉਹਨੂੰ 16 ਸੈਕਟਰ ਲਿਜਾ ਕੇ। ਅੱਛਾ। ਉਹ ਕਹਿੰਦਾ ਸੀ ਵੀ ਰੰਧਾਵੇ ਨੂੰ ਮੇਰੇ ਸਾਹਮਣੇ ਪੇਸ਼ ਕਰੋ ਵੀ ਮੈਂ ਫਿਰ ਸਾਰੀਆਂ ਗੱਲਾਂ ਦੱਸੂਗਾ। ਵਿੱਚੋਂ ਤਾਂ ਪਤਾ ਹੀ ਹੈ ਨਾ, ਕਰਾਉਂਦੇ ਹੀ ਉਹ ਰਹੇ ਆ। ਜਦੋਂ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਇਹ ਪਿੰਕੀ ਕੈਟ ਹੈ, ਇਹ ਪਿੰਕੀ ਕੈਟ ਕਿਸੇ ਬੰਦਿਆਂ ਦੇ ਨਾਲ ਤੁਰਿਆ ਫਿਰਦਾ ਸੀ। ਜਦੋਂ ਉਹਨਾਂ ਨੇ ਕਿਹਾ ਵੀ ਆਹ ਕੁਛ ਹੋ ਰਿਹਾ ਹੈ, ਇਹਨੇ ਇਹ ਗੱਲ ਕਹੀ ਸੀ, ਕਹਿੰਦਾ ਆਪਾਂ ਨੂੰ ਕੋਈ ਕੁਛ ਨਹੀਂ ਕਹਿ ਸਕਦਾ। ਉਹ ਤੋਂ ਬਾਅਦ ਕਤਲ ਹੁੰਦਾ ਛਿੰਦੇ ਮੌਜੇ ਵਾਲੀਏ ਦਾ, ਉਹ ਤੋਂ ਬਾਅਦ ਕਤਲ ਹੁੰਦਾ ਸੀਤੇ ਦਾ, ਉਹ ਤੋਂ ਬਾਅਦ ਹੁੰਦਾ ਮੌਜੇ ਵਾਲੀਏ ਦਾ। ਇਹ ਤਿੰਨੇ ਕਤਲ ਹੋਣ ਤੋਂ ਬਾਅਦ ਤਾਂ ਜਿਹੜਾ ਇਹ ਪਿੰਕੀ ਹੈ ਇਹ ਅੱਜ ਵੀ ਜਿੰਦਾ। ਹੁਣ ਇਹ ਜਿਹੜੀ ਸਾਰੀ ਚੇਨ ਹੈ ਇਹ ਤੁਸੀਂ ਦੇਖ ਲਓ ਕਿੱਥੇ ਘੁੰਮਦੀ ਹੈ। ਜਦੋਂ ਲਾਭ ਸਿੰਘ ਭੱਜਦਾ ਜਲੰਧਰ ਡੈਰੀ ਤੋਂ, ਜਿਹੜੀ ਤੁਸੀਂ ਗੱਲ ਕਰਦੇ ਸੀਗੇ, ਇਹਨਾਂ ਸਾਰਿਆਂ ਦੇ ਰਿਲੇਟਡ ਇਹਨਾਂ ਸਾਰਿਆਂ ਨਾਲ ਚੇਨ ਰਲਦੀ ਹੈ ਇਹਨਾਂ ਤਿੰਨਾਂ ਚਾਰਾਂ ਬੰਦੇ।
ਹੁਣ ਇਹ ਉੱਤੇ ਜਾ ਕੇ ਦੇਖ ਲਓ ਕੜੀ ਕਿੱਥੇ ਮਿਲ ਰਹੀ ਹੈ, ਸੰਤੋਖ ਸਿੰਘ ਰੰਧਾਵਾ ਤੇ ਦਰਬਾਰਾ। ਨਹੀਂ ਜੀ, ਉਹ ਜਿਹੜਾ ਗਰੁੱਪ ਨਾ, ਮੈਂ ਤਾਂ ਇੱਕ ਦੇਖਦਾ ਸੀ, ਇੱਕਦਮ ਨੋਟ ਕਰਦਾ ਸੀ ਵੀ ਜਿਹੜਾ ਗਰੁੱਪ 1992 ਵਾਲੀ ਇਲੈਕਸ਼ਨ ਦਾ ਬਾਈਕਾਟ ਕਰਵਾ ਕੇ ਬੇਅੰਤ ਨੂੰ ਮੁੱਖ ਮੰਤਰੀ ਬਣਾਉਣ ਦਾ ਜ਼ਿੰਮੇਵਾਰ ਆ, ਹਾਂਜੀ, ਉਹ ਗਰੁੱਪ ਸੇਫ ਰਿਹਾ ਹਮੇਸ਼ਾ ਹੀ। ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਇਹ ਸਾਰੇ ਬੰਦਿਆਂ ਦੇ ਕਤਲ ਹੋਣ ਤੋਂ ਬਾਅਦ ਕਿਹੜਾ ਬੰਦਾ ਪੁਲਿਸ ਦੇ ਵਿੱਚ ਅੱਜ ਵੀ, ਜਿਹੜਾ ਪਿੰਕੀ ਆ, ਉਹ ਜਿਹੜਾ ਪਿੰਕੀ ਆ, ਉਹ ਫੇਰ ਕਹਿ ਰਿਹਾ ਵੀ ਮੈਂ ਕਦੇ ਖਾੜਕੂਆਂ ਚ ਕੀ ਰਿਹਾ। ਹੁਣ ਜਿਹੜੇ ਉਹਨਾਂ ਦਿਨਾਂ ਦੇ ਵਿੱਚ ਇਹਦੇ ਨਾਲ ਫਿਰਦੇ ਤੁਰਦੇ ਸੀ ਬੰਦੇ, ਉਹ ਦੱਸ ਸਕਦੇ ਆ ਸਾਰੀਆਂ ਕੜੀਆਂ, ਪਰ ਇਹ ਚੀਜ਼ਾਂ ਅਖਬਾਰਾਂ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਰਿਕਾਰਡਡ ਹੈ। ਇਹ ਪੰਜਾਬੀ ਟ੍ਰਿਬਿਊਨ ਦੀ ਅਖਬਾਰ ਕੱਢ ਕੇ ਦੇਖ ਲਓ ਉਹਨਾਂ ਦਿਨਾਂ ਦੀ ਜਿਹੜੀ ਹੈਗੀ ਹੈ। ਆਹੋ, ਜਾਨੀ ਸਾਰਾ ਕੁਝ ਤਾਂ ਕਲੀਅਰ ਸੀ, ਉਹਦੇ ਬਾਵਜੂਦ ਵੀ ਮੈਂ ਕਿਹਾ ਦੇਖ ਲਓ ਸਾਨੂੰ ਕਿੱਦਾਂ ਭਟਕਾ ਕੇ ਆਪਣੇ ਮਗਰ ਲਾਈ ਰੱਖਿਆ, ਔਰ ਅਸੀਂ ਏਦਾਂ ਐਨ ਪੁੱਛਾਂ ਨੂੰ ਅੱਗ ਲਵਾ ਕੇ ਉਹ ਚੀਜ਼ਾਂ ਨੂੰ ਕਰਕੇ ਏਦਾਂ ਸੱਚ ਪੰਥ ਸਮਝ ਕੇ ਪਿੱਛੇ ਤੁਰੇ ਰਹੇ ਆ। ਨਹੀਂ, ਹੁਣ ਕਿਸੇ ਨੂੰ ਪਤਾ ਹੀ ਨਹੀਂ ਸੀ ਲੱਗਦੀਆਂ ਗੱਲਾਂ, ਨਾ ਕੋਈ ਸਮਝ ਸਕਦਾ, ਚਾਹੇ ਜਿਹਨੂੰ ਮਰਜ਼ੀ ਉਹ ਵਰਤੀ ਜਾਵੇ। ਹਰ ਇੱਕ ਬੰਦਾ ਪੰਥ ਦੇ ਨਾਂ ਤੇ ਨਾਲ ਲੱਗ ਲੈਂਦਾ ਵੀ ਪੰਥ ਦਾ ਕੰਮ ਹੈ ਜੀ, ਅਸੀਂ ਵੀ ਤੁਰੇ ਹੋਏ ਨਾਲ। ਹੁਣ ਜੇ ਆ ਢੱਡਰੀਆਂ ਵਾਲੇ ਦੀ ਛਬੀਲ ਦੀ ਗੱਲ ਆ ਜਿਹੜੀ, ਇਹਨੂੰ ਪਾਸੇ ਕਰ ਦਿਓ, ਜਾਣੀ ਇਹਨੂੰ ਨੋਟਿਸ ਨਾ ਕਰੀਏ। ਹਾਂਜੀ, ਇਹਨੂੰ ਇਦਾਂ ਲੈ ਲਈਏ ਵੀ ਕੋਈ ਬੰਦਾ ਗੁੱਸੇ ਹੋਇਆ ਜੀ, ਉਹਨਾਂ ਤੇ ਏਦਾਂ ਨਿਆਣਿਆਂ ਨੇ ਕਰ ਦਿੱਤਾ, ਕੋਈ ਨਹੀਂ, ਛੱਡੋ। ਹਾਂਜੀ, ਤੇ ਅੱਜ ਵੀ ਅਸੀਂ ਉੱਥੇ ਹੀ ਖੜਨਾ ਸੀ ਫਿਰ, ਬਿਲਕੁਲ ਉੱਥੇ ਖੜਨਾ ਹਨਾ। ਉਹ ਤਾਂ ਇਹਦੇ ਬਾਰੇ ਦੇਖ ਕੇ ਸਾਨੂੰ ਲੱਗਣ ਲੱਗਾ ਵੀ ਜੇ ਏਦਾਂ ਦੇ ਬੰਦੇ ਦੇ ਦਿਨੇ ਦਿਹਾੜੇ ਜਾ ਕੇ ਇਹ ਗੋਲੀ ਚਲਾ ਕੇ ਆ ਕੰਮ ਕਰ ਸਕਦੇ, ਆਮ ਬੰਦੇ ਦਾ ਕੀ ਬਣਾਉਣਗੇ। ਬਿਲਕੁਲ ਸਹੀ ਗੱਲ ਹੈ। ਤੇ ਹੁਣ ਉਹ ਸਾਬਤ ਵੀ ਕਰ ਰਿਹਾ ਹਰੇਕ ਥਾਂ ਤੇ, ਸ਼ਰੇਆਮ ਧਮਕੀਆਂ ਦੇ ਕੇ ਵੀ ਉਹ ਅਗਲੇ ਕਰ ਰਹੇ ਵੀ ਅਸੀਂ ਤਾਂ ਭਾਈ ਉੱਥੋਂ ਚੱਲੇ ਆ ਰਹੇ ਹਾਂ। ਹੁਣ ਜੇ ਉਹ ਜਿਹੜਾ ਜੋ ਪਿੱਛੇ ਹੋਇਆ ਜਦੋਂ ਕਲੀਅਰ ਆ ਉਹਦੇ ਉੱਤੇ ਟਾਂਕਣ ਨਹੀਂ ਕਰਦੇ ਤਾਂ ਅਸੀਂ ਹੁਣ ਅੱਜ ਦੇ ਇਹਨਾਂ ਦੀ ਗੁੰਡਾਗਰਦੀ ਨੂੰ ਪ੍ਰਮੋਟ ਹੀ ਕਰਾਂਗੇ। ਫਿਰ ਤਾਂ ਉਹ ਤਾਂ ਆਟੋਮੈਟਿਕਲੀ ਹੋ ਹੀ ਜਾਣੀ ਹੈ। ਫਿਰ ਇੱਕ ਸਾਡੇ ਨਿਊਜ਼ੀਲੈਂਡ ਦੇ ਵਿੱਚ ਨਾ ਬੰਦਾ ਹੁੰਦਾ ਸੀ, ਮੈਂ ਨਾਮ ਭੁੱਲ ਗਿਆ, ਮੈਂ ਖਿਆਲ ਜਰਨੈਲ ਸਿੰਘ ਸੀਗਾ। ਹਾਂ ਮੈਨੂੰ ਪਤਾ ਹੈ। ਉਹਦੇ ਹਾਰਟ ਅਟੈਕ ਦੇ ਨਾਲ ਡੈਥ ਹੋ ਗਈ ਸੀਗੀ। ਪਰ ਮੈਂ ਹੁਣ ਇੱਕ ਦਿਨ ਇੱਕ ਮੈਗਜ਼ੀਨ ਮੇਰੇ ਪੁਰਾਣਾ ਹੱਥ ਲੱਗਿਆ ਸੀ, ਉਹਦੇ ਵਿੱਚ ਉਹਦਾ ਵੀ ਸ਼ਹੀਦਾਂ ਦੇ ਵਿੱਚ ਨਾਂ ਆਇਆ। ਮੈਂ ਬੜਾ ਹੈਰਾਨ ਹੋਇਆ। ਹੁਣ ਆਪਾਂ ਨੂੰ ਤਾਂ ਪਤਾ ਸੀਗਾ, ਨਿਊਜ਼ੀਲੈਂਡ 'ਚ ਰਹਿੰਦੇ, ਸਾਡੇ ਸਾਹਮਣੇ ਵੀ ਲੱਗੀ ਸੀਗੀ, ਉਹਨੂੰ ਬ੍ਰੇਨ ਹੈਮਰੇਜ ਹੋਇਆ ਸੀਗਾ ਮੇਰੇ ਖਿਆਲ। ਹਾਂ, ਪਰ ਉਹਦੀ ਮੈਂ ਸੁਣ ਕੇ ਵੀ ਇਹ ਬੰਦਾ ਵੀ ਕੌਮੀ ਸ਼ਹੀਦ ਹੈ, ਮੈਂ ਬੜਾ ਹੈਰਾਨ ਹੋਇਆ। ਮੈਂ ਦੇਖ ਲਓ ਜੀ। ਨਾ ਜੀ, ਮੈਂ ਤਾਂ ਅੱਗੇ ਵੀ ਕਿਹਾ ਸੀ ਵੀ ਜਿਹੜੇ ਹੁਸ਼ਿਆਰਪੁਰ, ਜਲੰਧਰ, ਨਵਾਂ ਸ਼ਹਿਰ, ਇਸ ਏਰੀਏ ਦੇ ਬੰਦੇ ਸੀਗੇ ਨਾ ਜਿਹੜੇ, ਉਹਨਾਂ ਦੇ ਬਾਰੇ ਕੋਈ ਸਾਡੇ ਨਾਲ ਜਦੋਂ ਅਸੀਂ, ਚਲੋ ਹੁਣ ਇਹ ਤਾਂ ਕੱਲੇ ਨੂੰ ਅਸੀਂ ਕਾਹਨੂੰ ਕਹਿੰਦੇ ਕਬਰ ਫਰੋਲਣੀ, ਫਾਇਦਾ ਕੋਈ ਨਹੀਂ। ਕੋਈ ਬੰਦਾ ਆ ਕੇ ਔਨ 에ਅਰ ਸਾਡੇ ਨਾਲ ਗੱਲ ਕਰੇ ਵੀ ਦੇਖੋ ਜੀ ਫਲਾਨਾ ਜਿਹੜਾ ਬੰਦਾ ਆ ਨਾ, ਉਹਦੇ ਬਾਰੇ ਮੈਂ ਮੈਗਜ਼ੀਨ 'ਚ ਆਹ ਪੜ੍ਹਿਆ ਜਾਂ ਮੈਂ ਜਾਣਦਾ, ਉਹਨੇ ਆਹ ਕੰਮ ਕੀਤਾ, ਸਾਡੇ ਨਾਲ ਗੱਲ ਕਰੇ, ਫਿਰ ਮੈਂ ਦੱਸਦਾ ਕਹਾਣੀਆਂ। ਦੇਖੋ ਜਿਹੜੀਆਂ ਹੋਰ ਘਟਨਾਵਾਂ ਬਹੁਤ ਹੁੰਦੀਆਂ ਰਹਿਣੀਆਂ, ਪਰ ਉਦੋਂ ਅਸੀਂ ਪੜ੍ਹਦੇ ਸੀਗੇ, ਇਹ ਪੰਜਾਬੀ ਟ੍ਰਿਬਿਊਨ ਦੇ ਵਿੱਚ ਆਈਆਂ ਹੋਈਆਂ ਖਬਰਾਂ ਜਿਹੜੀਆਂ ਇਹ ਤਿੰਨੇ ਮੈਂ ਤੁਹਾਨੂੰ ਦੱਸੀਆਂ। ਉਹ ਚੇਅਰਮੈਨ ਰਿਹਾ ਬਲਾਚੌਰ ਮਾਰਕੀਟ ਕਮੇਟੀ ਦਾ, ਜਿਹੜਾ ਛਿੰਦਾ ਸੀਗਾ, ਉਹਨੂੰ ਚੱਕ ਕੇ ਉਹਦਾ ਕਤਲ ਕੀਤਾ ਗਿਆ ਸੀਗਾ। ਤੇ ਨਾ ਇਹ ਹੋਇਆ ਸੀਗਾ ਵੀ ਇਹਨੇ ਸੀਤੇ ਨੂੰ ਫੜਵਾਤਾ ਜੀ। ਉਹ ਤਾਂ ਜਿਹੜੀ ਵੀ ਕਹਾਣੀ ਜੀ ਇਹਨਾਂ ਦੀ ਲੱਭੂਗੇ ਨਾ ਤੁਸੀਂ, ਉਹ ਚੋਂ ਆਹੀ ਕੁਛ ਲੱਭਣਾ ਹੋਇਆ, ਮੈਂ ਦੱਸ ਦਿੰਦਾ। ਉਹਦਾ ਅਖੀਰ ਜਾ ਕੇ ਉੱਪਰ ਮਿਲਣੀਆਂ ਜਿਹੜੀਆਂ ਤਾਰਾਂ, ਉਹ ਮੰਤਰੀ ਨਾਲੇ ਮਿਲਦੀਆਂ ਕਿਸੇ ਨਾ ਕਿਸੇ ਨਾਲ। ਚਲੋ ਕਰੋ ਗੱਲਬਾਤ। ਥੈਂਕ ਯੂ ਜੀ।